जिसम है अमृत ज्ञान है मानक भगत वैराग। गुरु ग्रंथ साहिब उदद बंदों कर अनुराग। श्री सतगुर शब्द कमाए जिन जीते पंच विकार। तिन संतन को बंदना सिर चरणन पग धार। दोहरा कर्महीन कुड़ियार मैं लोभी कामी बाम। लाज रखो निज बिरद की जगत कहे सिख नाम। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। दोहरा कर्महीन कुड़ियार मैं लोभी कामी बाम। ਸ੍ਰੀ ਨਾਨਕ ਪ੍ਰਕਾਸ਼ ਗ੍ਰੰਥ ਉਤਰਾਰਧ ਧਿਆਈ 31ਵਾਂ ਚੈਪਟਰ 31। ਕਵੀ ਸੰਤੋਖ ਸਿੰਘ ਜੀ ਇੱਥੇ ਆਪਣੀ ਨਿਮਰਤਾ ਨੂੰ ਜ਼ਾਹਰ ਕਰਦੇ ਹਨ ਤੇ ਅਰਦਾਸ ਇਸ ਪ੍ਰਕਾਰ ਇਸ ਮੰਗਲ ਵਿੱਚ ਕਰਦੇ ਹਨ। कर्महीन कुड़ियार ਮੈਂ ਕਰਮਹੀਨ ਹਾਂ, ਮੈਂ ਭੈੜਾ ਹਾਂ, ਮੈਂ ਝੂਠਾ ਹਾਂ, ਮੇਰੇ ਵਿੱਚ ਇਹ ਸਾਰੇ ਔਗਣ ਹਨ। लोभी कामी बाम। ਮੈਂ ਲੋਭੀ ਹਾਂ, ਮੈਨੂੰ ਬੜਾ ਲੋਭ ਹੈ ਤੇ ਕਾਮੀ ਮੈਨੂੰ ਕਾਮ ਵੀ ਹੈ। ਫਿਰ ਜਿਹੜਾ ਹੈ ਮੇਰਾ ਜਿਹੜਾ ਹੈ ਸੁਭਾਅ ਵੀ ਭੈੜਾ ਹੈ, ਮੇਰਾ ਕੈਰੈਕਟਰ ਵੀ ਠੀਕ ਨਹੀਂ ਹੈਗਾ। लाज रखो निज बिरद की। ਹੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ, ਮੇਰੀ ਲਾਜ ਰੱਖ ਲਓ, ਕਿਉਂਕਿ ਆਪਣਾ ਬਿਰਦ ਜਾਣ ਕੇ, ਤੁਸੀਂ ਆਪਣੀ ਮਰਿਆਦਾ ਨੂੰ ਜਾਣ ਕਰਕੇ ਜਾਂ ਆਪਣੇ ਸੁਭਾਅ ਨੂੰ ਜਾਣ ਕਰਕੇ ਮੇਰੀ ਲਾਜ, ਮੇਰੀ ਇੱਜ਼ਤ ਰੱਖਣਾ ਕਰੋ। जगत कहे सिख नाम। ਕਿਉਂਕਿ ਸਤਿਗੁਰੂ ਜੀ, ਮੈਂ ਕਿੰਨਾ ਵੀ ਭੈੜਾ ਕਿਉਂ ਨਾ ਹੋਵਾਂ, ਪਰ ਦੁਨੀਆ ਨੇ ਤਾਂ ਮੈਨੂੰ ਤੁਹਾਡਾ ਸਿੱਖ ਹੀ ਕਹਿਣਾ ਹੈ ਨਾ, ਕਿਉਂਕਿ ਮੈਂ ਤਾਂ ਤੁਹਾਡਾ ਸਿੱਖ ਹਾਂ, ਲੋਕਾਂ ਨੇ ਵੀ ਮੈਨੂੰ ਸਿੱਖ ਕਹਿਣਾ ਹੈ। ਇਸ ਕਰਕੇ ਹੇ ਸੱਚੇ ਪਾਤਸ਼ਾਹ, ਮੈਨੂੰ ਭਾਵੇਂ ਮੇਰੇ ਵਿੱਚ 100 ਹਜ਼ਾਰਾਂ ਲੱਖਾਂ ਵੀ ਜਿਹੜੇ ਹਨ ਔਗਣ ਹਨ, ਫਿਰ ਵੀ ਦੁਨੀਆ ਨੇ ਮੇਰਾ ਲਿਬਾਸ ਦੇ ਕੇ ਤਾਂ ਮੈਨੂੰ ਸਿੱਖ ਹੀ ਕਹਿਣਾ ਹੈ ਨਾ, ਵੀ ਤੂੰ ਗੁਰੂ ਨਾਨਕ ਦਾ ਸਿੱਖ ਹੈ। ਇਸ ਕਰਕੇ ਆਪਣਾ ਬਿਰਦ ਜਾਣ ਕਰਕੇ ਲਾਜ ਰੱਖੋ ਨਿਜ ਬਿਰਦ ਕੀ, ਆਪਣੇ ਬਿਰਦ ਦੀ ਲਾਜ ਰੱਖ ਕੇ ਤੇ ਇਸ ਪ੍ਰਕਾਰ ਕਰਕੇ ਮੈਨੂੰ ਬਚਾ ਲੋ। श्री बाला सुंदरवाच चौपई सुन श्री अंगद सुजस सुहावन। ਭਾਈ ਬਾਲਾ ਜੀ ਕਹਿੰਦੇ ਹਨ, ਹੇ ਸ੍ਰੀ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ, ਜੋ ਇਹ ਸੁਜਸ ਸ੍ਰਿਸ਼ਟ ਜਸ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜੋ ਸੋਭਾ ਦੇਣ ਵਾਲਾ ਹੈ। आगे कथा भई जिम पावन। ਅੱਗੇ ਕਥਾ ਜਿਵੇਂ ਹੋਈ ਹੈ ਪਵਿੱਤਰ। करे कीर्तन की शुभ रीता। ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਰਤਾਰਪੁਰ ਦੇ ਵਿੱਚ ਸੁੰਦਰ ਕੀਰਤਨ ਕਰਨ ਦੀ ਜਿਹੜੀ ਰੀਤੀ ਹੈ ਉਹ ਸਤਿਗੁਰਾਂ ਨੇ ਸ਼ੁਰੂ ਕੀਤੀ। सवा जाम निसते हुए नीता। ਤੇ ਉੱਥੇ ਕਰਤਾਰਪੁਰ ਵਿੱਚ ਜਿਹੜੀ ਧਰਮਸਾਲ ਬਣੀ ਹੋਈ ਹੈ ਉਹਦੇ ਵਿੱਚ ਸਤਿਗੁਰਾਂ ਨੇ ਇਹ ਮਰਿਆਦਾ ਪੱਕੀ ਕੀਤੀ ਕਿ ਸਵਾ ਜਾਮ 3 hours and 45 minutes 3 ਘੰਟੇ 45 ਮਿੰਟ ਜਿਹੜੇ ਹਨ ਸੂਰਜ ਚੜ੍ਹਨ ਤੋਂ ਪਹਿਲਾਂ ਹਰ ਰੋਜ਼ सेवक सिख अनेक चल आव है। ਸੇਵਕ ਸਿੱਖ ਚੱਲ ਕਰਕੇ ਧਰਮਸ਼ਾਲਾਂ ਵਿੱਚ ਆਉਂਦੇ ਹਨ। दर्शन कर अभिमत फल पाव है। ਦਰਸ਼ਨ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਆਪਣੇ ਮਨੋਂ ਵਾਂਛਤ ਜੋ ਮਨ ਦੀਆਂ ਇੱਛਾਵਾਂ ਅਨੁਸਾਰ ਫਲ ਪਾਉਂਦੇ ਹਨ। कितक रहे सेवा और धार है। ਕਿਤਕ ਕੁਝ ਸਿੱਖ ਜਿਹੜੇ ਹਨ ਫੁੱਲ ਟਾਈਮ ਉੱਥੇ ਸਾਰਾ ਦਿਨ ਰਹਿ ਕਰਕੇ ਸੇਵਾ ਕਰਦੇ ਹਨ। कितक बचन सुन सदन सिधार है। ਕੁਝ ਕੁ ਸਿੱਖ ਹਨ ਜਿਹੜੇ ਸਤਿਗੁਰਾਂ ਦੇ ਬਚਨ ਸੁਣ ਕਰਕੇ ਉਪਦੇਸ਼ ਲੈ ਕੇ ਸਤਿਗੁਰੂ ਦੀ ਖੁਸ਼ੀ ਨੂੰ ਪ੍ਰਾਪਤ ਕਰਕੇ ਵਾਪਸ ਆਪਣੇ ਘਰਾਂ ਨੂੰ ਆਪਣੇ ਕੰਮਾਂ ਕਾਰਾਂ ਵਿੱਚ ਜਾ ਰੁੱਝਦੇ ਹਨ। देग चल है सब काल बिसाला। ਸਾਰੇ ਸਮੇਂ ਦੇ ਵਿੱਚ ਦੇਗ ਲੰਗਰ ਚੱਲਦੇ ਹਨ। ऐसी बांदी रीत कृपाला। ਕਿਰਪਾ ਦੇ ਘਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਐਸੀ ਸੁੰਦਰ ਰੀਤ ਸੁਖਦਾਈ ਰੀਤ ਸ਼ੁਰੂ ਕੀਤੀ। उन पश्चिम दिस जावन हेतु। ਫਿਰ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਪশ্ਚਮ ਜਿਹੜੀ ਦਸ਼ਾ ਡਾਇਰੈਕਸ਼ਨ ਨੂੰ ਜਾਣ ਵਾਸਤੇ ਮਹਾਰਾਜ ਨੇ ਇੱਛਾ ਜ਼ਾਹਰ ਕੀਤੀ, ਜੋ ਕਿ ਵੈਸਟ ਨੂੰ ਜਾਣ ਦੀ ਸਤਿਗੁਰਾਂ ਨੇ ਤਿਆਰੀ ਕੀਤੀ। ਭੇ ਤਿਆਰ ਬੇਦੀ ਕੁਲ ਕੇਤੂ। ਉਸ ਵੇਲੇ ਬੇਦੀ ਕੁਲ ਦੇ ਕੇਤ ਸ਼ਿੰਗਾਰ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਤਿਆਰ ਹੋਏ। ਧਰਮਸਾਲ ਜੋ ਅਧਿਕ ਸੁਹਾਵਨ। ਧਰਮਸਾਲ ਜੋ ਅਦਕ ਸੁਹਾਵਨ ਬੜੀ ਸੁੰਦਰ ਹੈ, ਅਪਾਰ ਅਤ ਸੁੰਦਰ ਹੈ, ਬਹੁਤ ਜ਼ਿਆਦਾ ਸੁੰਦਰ ਹੈ ਤੇ ਸੋਭਾ ਦੰਦੀ ਹੈ ਕਰਤਾਰਪੁਰ ਵਿੱਚ। ਤਿਸ ਮਹਿ ਕੀ ਸਤ ਸੰਗ ਟਿਕਾਵਨ। ਮਹਾਰਾਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਉੱਥੇ ਸਤ ਸੰਗਤ ਪੱਕੀ ਕਰ ਦਿੱਤੀ, ਮਰਿਆਦਾ ਜਿਹੜੀ ਬੰਨ ਦਿੱਤੀ ਵੀ ਇਸ ਟਾਈਮ ਤੇ ਇਹ ਜਿਹੜਾ ਹੈ ਇਹ ਕੁਝ ਹੋਣਾ ਹੈ।
ਉਹ ਸਤਿਗੁਰਾਂ ਨੇ ਸਾਰਾ ਜਿਹੜਾ ਹੈ ਪ੍ਰੋਗਰਾਮ ਜਿਹੜਾ ਹੈ ਰੂਟੀਨ ਜਿਹੜੀ ਹੈ ਉਹ ਪਰਪੱਕ ਕਰ ਦਿੱਤੀ। ਇੱਕ ਮੋਕੋ ਦੂਸਰ ਮਰਦਾਨਾ। ਭਾਈ ਬਾਲਾ ਜੀ ਕਹਿੰਦੇ ਇੱਕ ਮੈਂ ਸਾਂ ਤੇ ਦੂਸਰਾ ਮਰਦਾਨਾ ਨਾਲ ਲੈ ਲਿਆ। ਸੰਗ ਲਏ ਕੀਨੋ ਪ੍ਰਸਥਾਨਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਸਾਨੂੰ ਦੋਨਾਂ ਨੂੰ ਲੈ ਕਰਕੇ ਪ੍ਰਸਥਾਨ ਚੱਲਣਾ ਕੀਤਾ। ਪ੍ਰੇਮ ਕਿਓ ਮਿਲ ਸੰਗਤ ਸਭ ਹੀ। ਸਾਰੀ ਸੰਗਤ ਸਤਿਗੁਰਾਂ ਨਾਲ ਬੜਾ ਪ੍ਰੇਮ ਕਰਦੀ ਸੀ ਤੇ ਨਹੀਂ ਚਾਹੁੰਦੇ ਸਨ ਕਿ ਸਤਿਗੁਰੂ ਜੀ ਉਹਨਾਂ ਨੂੰ ਛੱਡ ਕੇ ਕਿਤੇ ਵੀ ਜਾਣ, ਤੇ ਇਸ ਪ੍ਰਕਾਰ ਕਰਕੇ ਸਤਿਗੁਰ ਦਈ ਧੀਰ ਕਹਿ ਤਬ ਹੀ। ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਧੀਰਜ ਦਿੱਤੀ ਸਾਰੀ ਸੰਗਤ ਨੂੰ ਉਸ ਵੇਲੇ। ਕਿੰਤਕ ਦਿਵਸ ਮਹਿ ਮਿਲ ਹੈ ਬਹੋਰੀ। ਤੇ ਮਹਾਰਾਜ ਨੇ ਇਹ ਵੀ ਹੌਸਲਾ ਦਿੱਤਾ ਕਿ ਕੁਝ ਕੁ ਦਿਨਾਂ ਵਿੱਚ ਮੇਲੇ ਫੇਰ ਹੋਣਗੇ, ਅਸੀਂ ਵਾਪਸ ਛੇਤੀ ਹੀ ਆਵਾਂਗੇ। ਕਰੋ ਕੀਰਤਨ ਸਭ ਇਸ ਠੌਰੀ। ਤੇ ਉਪਦੇਸ਼ ਸਤਿਗੁਰਾਂ ਦਾ ਇੰਸਟਰਕਸ਼ਨ ਜਿਹੜਾ ਸੀਗਾ ਵੀ ਇਸੇ ਪ੍ਰਕਾਰ ਧਰਮਸ਼ਾਲਾ ਵਿੱਚ ਕੀਰਤਨ ਕਰਿਆ ਕਰੋ, ਪਰਮੇਸ਼ਰ ਦਾ ਜਸ ਹਰ ਵੇਲੇ ਕਰਨਾ ਹੈ। ਮੰਦ ਮੰਦ ਗਮਨੇ ਜਗ ਸਾਈਂ। ਹੌਲੇ ਹੌਲੇ ਤੁਰਦਿਆਂ ਤੁਰਦਿਆਂ ਜਗਤ ਦੇ ਸਾਈਂ, ਜਗਤ ਦੇ ਮਾਲਕ ਗੁਰੂ ਨਾਨਕ ਸਾਹਿਬ ਜੀ। ਮੈਂ ਮਰਦਾਨਾ ਪਾਛੇ ਜਾਈ। ਭਾਈ ਬਾਲਾ ਜੀ ਕਹਿੰਦੇ ਮੈਂ ਤੇ ਮਰਦਾਨਾ ਸਤਿਗੁਰਾਂ ਦੇ ਪਿੱਛੇ ਪਿੱਛੇ ਚੱਲਦੇ ਹਾਂ। ਪੁਰਸਲ ਕੋਟ ਨਾਮ ਜਿਸ ਕੇਰਾ। ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਸਿਆਲਕੋਟ ਆ ਗਏ ਉਸ ਵੇਲੇ, ਤੇ ਸਿਆਲਕੋਟ ਜਿਹੜਾ ਹੈ ਉਹ ਬਹੁਤਾ ਦੂਰ ਵੀ ਨਹੀਂ ਸੀਗਾ ਕਰਤਾਰਪੁਰ ਤੋਂ। ਜਾਏ ਵਹਿਰ ਤਹ ਕੀਨੋ ਡੇਰਾ। ਸਤਿਗੁਰੂ ਸੱਚੇ ਪਾਤਸ਼ਾਹ ਨੇ ਨਗਰ ਤੋਂ ਬਾਹਰ ਹੀ ਡੇਰਾ ਕੀਤਾ। ਕਿਤਕ ਕਾਲ ਜਬ ਵੈਸ ਬਿਤਾਇਓ। ਕੁਝ ਕੁ ਚਿਰ ਬਾਅਦ ਬੈਠਣ ਦੇ ਨਾਲ ਜੋ ਕੁਝ ਚਿਰ ਬੈਠਿਆਂ ਨੂੰ ਹੋ ਗਿਆ ਸੀ ਉਸ ਵੇਲੇ ਮਰਦਾਨੇ ਸੋ ਬਚਨ ਅਲਾਇਓ। ਭਾਈ ਮਰਦਾਨੇ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਐਸਾ ਕਿਹਾ। ਹੇਮ ਟਕਾਪੁਰ ਮੈਂ ਲੈ ਜਾਵੋ। ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਇੱਕ ਸੋਨੇ ਦਾ ਟਕਾ, ਇੱਕ ਗੋਲ ਕੋਇਨ ਕੱਢ ਕੇ ਭਾਈ ਮਰਦਾਨੇ ਦੇ ਹੱਥ ਵਿੱਚ ਫੜਾਈ ਤੇ ਕਹਿੰਦੇ ਇਹ ਗੋਲ ਕੋਇਨ ਜਾਂ ਇਹ ਟਕਾ ਸੋਨੇ ਦਾ ਲੈ ਕਰਕੇ ਜਾਓ। ਸਾਚ ਝੂਠ ਮੁੱਲ ਤਹ ਤੇ ਲਿਆਵੋ। ਤੇ ਇਹ ਇੱਕ ਟਕੇ ਦੇ ਨਾਲ ਕੀ ਕਰਨਾ ਹੈ? ਕਹਿੰਦੇ ਇਹ ਸਿਆਲਕੋਟ ਦੇ ਨਗਰ ਵਿੱਚ ਜਾ ਕੇ ਸੱਚ ਤੇ ਝੂਠ ਖਰੀਦ ਕੇ ਲਿਆ। ਦੋ ਚੀਜ਼ਾਂ ਖਰੀਦਣੀਆਂ ਹਨ ਇਹ ਗੋਲ ਕੋਇਨ ਦੇ ਨਾਲ, ਇੱਕ ਸੱਚ ਤੇ ਇੱਕ ਝੂਠ। ਇਹ ਦੋ ਚੀਜ਼ਾਂ ਖਰੀਦਣੀਆਂ ਹਨ, ਜਾ ਕੇ ਤੂੰ ਲੈ ਕੇ ਆ ਜਾ। ਭਾਈ ਸਮਾਨ ਲੀਨ ਮਰਦਾਨੇ। ਭਾਈ ਮਰਦਾਨੇ ਨੇ ਆਗਿਆ ਮੰਨ ਲਈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ। ਗਮਨਿਓਪੁਰ ਬਾਜ਼ਾਰ ਜਿਹੇ ਥਾਨੇ। ਭਾਈ ਮਰਦਾਨਾ ਜੀ ਚਲੇ ਗਏ ਉਸ ਨਗਰ ਦੇ ਵਿੱਚ, ਸ਼ਹਿਰ ਦੇ ਵਿੱਚ। ਬੂਜਨ ਲਗਾ ਹਾਟ ਪਰ ਸੋਈ। ਭਾਈ ਮਰਦਾਨਾ ਹਰ ਇੱਕ ਦੁਕਾਨ ਤੇ ਜਾ ਕੇ ਪੁੱਛਦਾ ਹੈ ਉਸ ਵੇਲੇ। ਤੁਮ ਟਿਗ ਸਾਚ ਝੂਠ ਜੇ ਹੋਈ। ਭਾਈ ਮਰਦਾਨਾ ਇਹ ਕਹਿੰਦਾ ਦੁਕਾਨਦਾਰਾਂ ਨੂੰ ਤੁਹਾਡੇ ਕੋਲ ਸੱਚ ਤੇ ਝੂਠ ਹੈਗਾ, ਤੁਸੀਂ ਸੱਚ ਤੇ ਝੂਠ ਵੇਚਦੇ ਹੋ। ਡੂ ਯੂ ਸੈਲ ਜਿਹੜਾ ਟਰੂਥ ਐਂਡ ਫਾਲਸ, ਤੁਸੀਂ ਇਹ ਚੀਜ਼ ਨੂੰ ਵੇਚਦੇ ਹੋ ਕਿ ਨਹੀਂ? ਇੱਕ ਟਕਾ ਕੰਚਨ ਕੋ ਲੀਜੈ। ਕਹਿਣ ਲੱਗੇ ਦੇਖੋ ਮੈਨੂੰ ਇੱਕ ਟਕਾ ਸੋਨੇ ਦਾ ਮੇਰੇ ਹੱਥ ਵਿੱਚ ਹੈ, ਇਹਦੀ ਕੀਮਤ ਮੈਂ ਇੱਕ ਟਕਾ ਇੱਕ ਗੋਲ ਕੋਇਨ ਦਵਾਂਗਾ, ਪਰ ਤੁਸੀਂ ਮੈਨੂੰ ਸੱਚ ਤੇ ਝੂਠ ਜਿਹੜਾ ਹੈ ਇਹ ਮੈਨੂੰ ਦੇ ਦਿਓ। ਤਿਸ ਕੋ ਸਾਚ ਝੂਠ ਮੁਝ ਦੀਜੈ। ਕਹਿਣਗੇ ਤਿਸ ਕੋ ਸਾਚ ਝੂਠ ਮੁਝ ਦੀਜੈ, ਇਹ ਟੱਕਾ ਤੁਸੀਂ ਲੈ ਲਓ, ਸੱਚ ਝੂਠ ਮੈਨੂੰ ਦੇ ਦਿਓ। ਸਭ ਬਾਜ਼ਾਰ ਬੂਝਿਓ ਫਿਰ ਸੋ। ਕਹਿਣਗੇ ਸਭ ਬਾਜ਼ਾਰ, ਸਾਰੇ ਬਾਜ਼ਾਰ, ਸਾਰੀਆਂ ਦੁਕਾਨਾਂ ਤੇ ਜਾ ਪੁੱਛਿਆ। ਹੁਣ ਦੁਕਾਨਾਂ ਵਾਲੇ ਕੀ ਸੱਚ ਦੇਣ ਕਿ ਕੀ ਝੂਠ ਦੇਣ ਵਿਚਾਰੇ? ਉਹ ਤਾਂ ਕਹਿੰਦੇ ਸੌਦਾ ਹੈ, ਜਿਹੜਾ ਸੌਦਾ ਤੂੰ ਲੈਣਾ ਲੈ ਲਾ। ਹਾਂਜੀ ਤੂੰ ਸੱਚ ਤੇ ਝੂਠ ਦੀ ਗੱਲ ਕਰਦਾ, ਮੇਰੇ ਕੋਲ ਕਿੱਥੇ ਸੱਚ ਝੂਠ ਹੈ? ਸਾਰਿਆਂ ਨੇ ਇਹੀ ਜਵਾਬ ਦੇ ਕੇ ਤੋਰ ਦਿੱਤਾ ਭਾਈ ਮਰਦਾਨੇ ਨੂੰ। ਸੁਨ ਬਿਸਮ ਹੈ ਨਹਿ ਮਨ ਹੈ ਕੋ। ਤੇ ਲੋਕ ਬੜੇ ਹੈਰਾਨ ਹਨ ਵੀ ਬੜਾ ਇਹ ਜਿਹੜਾ ਬੰਦਾ ਸਟਰਜ ਹੈ ਹੈਰਾਨ ਕਰਨ ਵਾਲਾ, ਐਸਾ ਸੌਦਾ ਤਾਂ ਕਿਸੇ ਨੇ ਮੰਗਿਆ ਹੀ ਨਹੀਂ ਅੱਜ ਤੱਕ। ਕੌਣ ਆਉਂਦਾ ਹੈ ਸੱਚ ਤੇ ਝੂਠ ਖਰੀਦਣ ਵਾਸਤੇ? ਕੋਈ ਐਸੀ ਤਾਂ ਦੁਕਾਨ ਅੱਜ ਤੱਕ ਬਣੀ ਕੋਈ ਨਹੀਂ ਜਿੱਥੇ ਸੱਚ ਤੇ ਝੂਠ ਵੇਚਿਆ ਜਾਵੇ ਸ਼ਹਿਰ ਦੇ ਵਿੱਚ। ਸੋ ਇਸ ਕਰਕੇ ਕਹਿੰਦੇ ਉਹ ਹੈਰਾਨ ਵੀ ਹਨ ਤੇ ਨਾ ਮੰਨ ਹੈ ਕੋਈ ਵੀ ਜਿਹੜਾ ਹੈ ਮੰਨਿਆ ਨਹੀਂ ਜੀ ਉਹਦੀ ਮਦਦ ਕਰਨ ਨੂੰ ਭਾਈ ਮਰਦਾਨੇ ਦੀ। ਜੇ ਪੁੱਛੀਏ ਨਾ ਤੇਰੇ ਦੁਕਾਨ 'ਚ ਸੌਦਾ ਹੈ ਨਹੀਂ, ਤੂੰ ਦੱਸ ਦੇ ਹੋਰ ਕਿੱਥੇ ਮਿਲੇਗਾ? ਲੋਕ ਜਵਾਬ ਦੇ ਦੇਣਗੇ ਭਾਈ ਮੈਨੂੰ ਨਹੀਂ ਪਤਾ ਕਿੱਥੇ ਮਿਲੇਗਾ। ਹੁਣ ਇੱਕ ਬਨੀਆ ਪੁਨ ਬੂਝਿਓ ਜਬ ਹੀ। ਜਦੋਂ ਇੱਕ ਬਾਣੀਏ ਨੂੰ ਜਾ ਕੇ ਭਾਈ ਮਰਦਾਨੇ ਨੇ ਇਹੀ ਸਵਾਲ ਪੁੱਛਿਆ, ਤਿਸਨੇ ਟਕਾ ਲੀਨ ਕਰ ਤਬ ਹੀ। ਉਹਨੇ ਉਸ ਵੇਲੇ ਕੀ ਕੀਤਾ? ਉਹ ਟਕਾ ਲੈ ਕੇ ਭਾਈ ਮਰਦਾਨੇ ਦੇ ਹੱਥ 'ਚੋਂ ਕਹਿੰਦਾ ਲਿਆ ਟਕਾ ਫੜਾ, ਮੈਂ ਤੈਨੂੰ ਸੱਚ ਤੇ ਝੂਠ ਦਿੰਦਾ ਹਾਂ। ਕਾਗਜ਼ ਪਰ ਲਿਖ ਦੀਨੋ ਤਾਹੀ। ਉਹ ਜਿਹੜਾ ਬਾਣੀਆ ਸੀ ਉਹਨੇ ਇੱਕ ਕਾਗਜ਼ ਲੈ ਲਿਆ, ਕਾਗਜ਼ ਉੱਤੇ ਉਹਨੇ ਇਹ ਲਿਖ ਦਿੱਤਾ, ਜੀਵਨ ਝੂਠ ਮਰਨ ਸੱਚ ਆਹੀ। ਦੇਖੋ ਕਹਿੰਦੇ ਉਹਨੇ ਕਾਗਜ਼ ਤੇ ਕੀ ਲਿਖਿਆ? ਕਹਿੰਦਾ ਜਿਉਣਾ ਝੂਠ ਮਰਨਾ ਸੱਚ। ਇਹ ਲਿਖ ਦਿੱਤਾ ਜੀ ਉਹਨੇ, ਤੇ ਟਕਾ ਲੈ ਲਿਆ ਸੋਨੇ ਦਾ। ਭਾਈ ਮਰਦਾਨੇ ਦੇ ਜਿਹੜਾ ਹੱਥ 'ਚ ਜਿਹੜਾ ਕਾਗਜ਼ ਫੜਾਇਆ ਕਿ ਜਿਉਣਾ ਝੂਠ ਹੈ ਮਰਨਾ ਸੱਚ ਹੈ,
ਤੂੰ ਕਹਿੰਦਾ ਸੀ ਝੂਠ ਤੇ ਸੱਚ ਲੈਣਾ ਨਾ, ਇਹੀ ਹੈ। ਏ ਮਰਦਾਨਾ ਮੁਰਿਓ ਬਹੋਰੀ। ਭਾਈ ਮਰਦਾਨਾ ਜਿਹੜਾ ਹੈ ਬੜਾ ਖੁਸ਼ ਹੋਇਆ, ਕਹਿੰਦਾ ਵੀ ਕੰਮ ਠੀਕ ਹੋ ਗਿਆ। ਹੁਣ ਜੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਖਰੀਦਣ ਵਾਸਤੇ ਭੇਜਿਆ, ਮੈਂ ਖਰੀਦ ਕੇ ਲਿਆਇਆ। ਉਹ ਕਾਗਜ਼ ਲੈ ਕੇ ਆ ਰਿਹਾ ਹੈ ਵਾਪਸ। ਆਇਓ ਹੋਤੇ ਪ੍ਰਭੂ ਜਿਹ ਠੌਰੀ। ਆ ਪਹੁੰਚਿਆ ਉੱਥੇ ਜਿੱਥੇ ਸਤਿਗੁਰੂ ਜੀ ਬੈਠੇ ਸਨ। ਕਹਿਣ ਲੱਗਿਓ ਮੈਂ ਫਿਰਿਓ ਕਨੇਰਾ। ਮਹਾਰਾਜ ਨੂੰ ਦੱਸਣ ਲੱਗਿਆ ਭਾਈ ਮਰਦਾਨਾ ਕਿ ਮੈਂ ਬਹੁਤ ਫਿਰਿਆ, ਬਹੁਤ ਦੁਕਾਨਾਂ ਤੇ ਜਾ ਕੇ ਮੈਂ ਪੁੱਛਿਆ ਸੱਚ ਤੇ ਝੂਠ ਖਰੀਦਣ ਵਾਸਤੇ। ਦੁਕਾਨ ਤੇ ਹਰ ਇੱਕ ਦੁਕਾਨ, ਹਰ ਇੱਕ ਜਿਹੜਾ ਹੈ ਦੁਕਾਨਦਾਰ ਨੂੰ ਮੈਂ ਪੁੱਛਿਆ, ਕਿਸਕੇ ਪਾਸ ਨਾ ਸੌਦਾ ਹੈਰਾ। ਹਾਂ ਮਹਾਰਾਜ, ਜਿਹੜਾ ਸੌਦਾ ਤੁਸੀਂ ਲੈਣਾ ਸੀ ਨਾ ਸੱਚ ਝੂਠ ਦਾ, ਉਹ ਤਾਂ ਕਿਤੇ ਮਿਲਦਾ ਹੀ ਨਹੀਂਗਾ, ਬੜਾ ਔਖਾ ਮਿਲਿਆ ਜੀ। ਸੁਣ ਇੱਕ ਬਣੀਏ ਮੁਝ ਕੋ ਦੀਨੋ। ਉਹ ਤਾਂ ਚੰਗੇ ਵੇਲੇ ਮੈਨੂੰ ਇੱਕ ਬਾਣੀਆ ਮਿਲ ਪਿਆ ਉਹੀ ਸ਼ਹਿਰ ਦੇ ਵਿੱਚ। ਇਹ ਕਾਗਜ਼ ਪੜ ਕੇ ਲਿਓ ਚੀਨੋ। ਉਹਨੇ ਉਹ ਜਿਹੜਾ ਹੈ ਇੱਕ ਜਿਹੜਾ ਟਕਾ ਲੈ ਲਿਆ ਸੋਨੇ ਦਾ ਤੇ ਮੈਨੂੰ ਇਹ ਲਿਖ ਕੇ ਫੜਾਤਾ ਕਾਗਜ਼। ਆਹ ਦੇਖ ਲਓ, ਇਹ ਕਾਗਜ਼ ਲਿਖ ਕੇ ਦਿੱਤਾ ਉਹਨੇ ਟਕੇ ਦਾ ਮੈਨੂੰ, ਜਿਹੜਾ ਹੈ ਜਿਹੜਾ ਸੱਚ ਤੇ ਝੂਠ ਵੇਚ ਦਿੱਤਾ। ਵੇਖ ਬੋਲੇ ਬੇਦੀ ਕੁਲ ਟੀਕਾ। ਉਸ ਵੇਲੇ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਹ ਕਾਗਜ਼ ਦੇਖਿਆ ਤੇ ਉਹਨੂੰ ਚੰਗੀ ਤਰ੍ਹਾਂ ਪੜ੍ਹਿਆ। ਨਿਸ਼ਚੈ ਆਨਿਓ ਸੌਦਾ ਨੀਕਾ। ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਭਾਈ ਮਰਦਾਨੇ ਨੂੰ ਕਿਹਾ ਕਿ ਸੌਦਾ ਤਾਂ ਤੂੰ ਠੀਕ ਲੈ ਕੇ ਆਇਆ, ਇਹੀ ਸੌਦਾ ਚਾਹੀਦਾ ਸੀਗਾ, ਤੂੰ ਇਹ ਸੌਦਾ ਬਿਲਕੁਲ ਪਰਫੈਕਟ ਲੈ ਕੇ ਆਇਆ ਹਾਂ। ਜੋ ਬਰੰਤ ਹੈ ਵੇਚਨ ਹਾਰੋ। ਪਰ ਕਹਿੰਦੇ ਜਿਹੜਾ ਵਿਅਕਤੀ ਹੈ ਨਾ ਜਿਹਨੇ ਤੈਨੂੰ ਇਹ ਵੇਚਿਆ ਹੈ, ਜਿਹੜੇ ਬਾਣੀਏ ਨੇ, ਕੋ ਹਮਰੇ ਨਿਕਟ ਹਕਾਰੋ। ਤੂੰ ਮਰਦਾਨੀਆਂ ਜਾ ਫਿਰ ਸ਼ਹਿਰ ਦੇ ਵਿੱਚ ਉਹਨੂੰ ਸਦਕੇ ਲਿਆ, ਜਿਹਨੇ ਤੈਨੂੰ ਇਹ ਲਿਖ ਕੇ ਦਿੱਤਾ ਨਾ, ਤੂੰ ਉਹ ਬਾਣੀ ਨੂੰ ਮੇਰੇ ਕੋਲ ਲੈ ਕੇ ਆ ਹੁਣ। ਗਮਨਿਓ ਤਹਾਂ ਬਹੁਰ ਮਰਦਾਨਾ। ਭਾਈ ਮਰਦਾਨਾ ਫੇਰ ਵਾਪਸ ਤੁਰ ਕੇ ਪਹੁੰਚ ਗਿਆ ਜੀ ਉਹੀ ਦੁਕਾਨ ਤੇ, ਬਾਣੀਏ ਦੇ ਦੁਕਾਨ ਤੇ। ਜਾਏ ਬਨ ਕਸੋਂ ਬਚਨ ਬਖਾਨਾ। ਉਸ ਬਾਣੀਏ ਨੂੰ ਜਾ ਕਰਕੇ ਭਾਈ ਮਰਦਾਨੇ ਨੇ ਇਹ ਕਿਹਾ, ਸੌਦਾ ਤੁਮਨੇ ਦੀਨੋ ਜਾਹੂ। ਕਹਿੰਦਾ ਜਿਹੜਾ ਸੌਦਾ ਤੂੰ ਇੱਕ ਟਕਾ ਸੋਨੇ ਦਾ ਲੈ ਕੇ ਮੈਨੂੰ ਵੇਚਿਆ ਸੀ, ਪਰਖਿਓ ਖਰਾ ਸਰਾਹਿਓ ਤਾਹੂ। ਮੇਰਾ ਜਿਹੜਾ ਮਾਲਕ ਹੈ ਨਾ, ਮੇਰਾ ਜਿਹੜਾ ਗੁਰੂ ਹੈ ਨਾ, ਉਹਨੇ ਬੜਾ ਸਲੋਤਾ ਕੀਤੀ, ਉਹਨੇ ਬੜੀ ਤੇਰੀ ਪ੍ਰੇਸ ਕੀਤੀ ਵੀ ਸੌਦਾ ਤੂੰ ਬਹੁਤ ਚੰਗਾ ਵੇਚਿਆ ਹੈ, ਬਹੁਤ ਅਪਰੋਪਰੀਏਟ ਜਿਹੜਾ ਹੈ ਇਹ ਤੂੰ ਵੇਚਿਆ ਹੈ ਸਾਨੂੰ। ਬਹਿਰ ਨਗਰ ਬੈਠਿਓ ਇੱਕ ਥਾਵਾ। ਕਹਿੰਦੇ ਦੇਖ ਮੇਰਾ ਗੁਰੂ ਜਿਹੜਾ ਮੇਰਾ ਮਾਲਕ ਹੈ ਉਹ ਬਾਹਰ ਬੈਠਾ ਇੱਕ ਥਾਂ ਤੇ, ਸ਼ਹਿਰ ਤੋਂ ਬਾਹਰ ਹੈ। ਤੁਝ ਕੋ ਆਪਣੇ ਨਿਕਟ ਬੁਲਾਵਾ। ਉਹਨਾਂ ਨੇ ਤੁਹਾਨੂੰ ਹੁਣ ਸੱਦਿਆ ਹੈ ਆਪਣੇ ਕੋਲ, ਤੂੰ ਜਿਹੜਾ ਹੈ ਉਹ ਸੱਦ ਰਹੇ ਹੈ ਕਿ ਤੂੰ ਮੇਰੇ ਨਾਲ ਚੱਲ ਤੇ ਉਹਨਾਂ ਨੂੰ ਮਿਲ। ਇੱਕ ਵਾਰ ਚੱਲ ਕੇ ਮਿਲ ਲੀਜੈ। ਚਲੋ ਬਾਣੀਏ ਨੂੰ ਕਹਿੰਦਾ ਮਰਦਾਨਾ, ਕਹਿੰਦਾ ਚੱਲ ਇੱਕ ਵਾਰੀ ਤੂੰ ਮੇਰੇ ਨਾਲ ਆ ਜਾ, ਉਹਨਾਂ ਨੂੰ ਮਿਲ ਪਾ ਹੁਣ ਆ ਕੇ। ਉਹਨਾਂ ਨੇ ਹਾਟ ਆਵਨੋ ਕੀਜੈ। ਕਹਿੰਦੇ ਫੇਰ ਉਹਨਾਂ ਨੂੰ ਮਿਲ ਕੇ ਤੂੰ ਵਾਪਸ ਆਪਣੀ ਦੁਕਾਨ ਤੇ ਆ ਜੀ। ਸੁਣ ਕੇ ਸਰੋਣ ਚੱਲਿਓ ਤੇ ਥਾਈ। ਇਹ ਗੱਲ ਸੁਣ ਕੇ ਉਹ ਬਾਣੀਆ ਵੀ ਜਿਹੜਾ ਸੀ ਉਹ ਵੀ ਕਾਫੀ ਜਿਹੜਾ ਹੈ ਉਹਦੇ ਮਨ ਦੇ ਵਿੱਚ ਖਿਆਲ ਸੀਗਾ ਵੀ ਕਿਹਨੇ ਇਹ ਸੌਦਾ ਲਿਆ ਹੈ, ਵੀ ਇੱਕ ਟਕਾ ਸੋਨੇ ਦਾ ਦੇਖ ਕੇ ਸਿਰਫ ਇੰਨਾ ਕੁ ਸੌਦਾ ਸੀਗਾ। ਉਹਦੇ ਮਨ ਵਿੱਚ ਵੀ ਇੱਛਾ ਸੀ ਵੀ ਮੈਂ ਇਹ ਕਿਹਨੂੰ ਵੇਚਿਆ ਹੈ, ਵੀ ਮੈਨੂੰ ਪਤਾ ਤਾਂ ਲੱਗੇ ਕਿਹਨੇ ਇਹ ਸੌਦਾ ਇਸ ਮਰਦਾਨੇ ਨੂੰ ਭੇਜਿਆ ਸੀ ਲੈਣ ਵਾਸਤੇ। ਇਹ ਸੁਣ ਕਰਕੇ ਉਸੇ ਵੇਲੇ ਉਹ ਤਿਆਰ ਹੋ ਗਿਆ ਬਾਣੀਆਂ। ਜਹਾਂ ਬਿਰਾਜ ਹੈ ਸ੍ਰੀ ਜਗ ਸਾਈਂ। ਜਗਤ ਦੇ ਸਾਈਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਜਿੱਥੇ ਬੈਠੇ ਸਨ ਉੱਥੇ ਚੱਲ ਕੇ ਆ ਗਏ। ਦੇਖ ਫਕੀਰ ਬੇਖ ਦੁਖ ਕੰਦਨ। ਉਸ ਵੇਲੇ ਉਸ ਬਾਣੀਏ ਨੇ ਜਦੋਂ ਦੇਖਿਆ ਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਇੱਕ ਫਕੀਰਾਂ ਦੇ ਭੇਸ ਵਿੱਚ ਹਨ, ਇੱਕ ਸੰਤ ਦੇ ਭੇਸ ਵਿੱਚ, ਤੇ ਦੁੱਖ ਕੰਦਨ, ਦੋਨੋਂ ਦੇਖਣ ਨੂੰ ਪਤਾ ਲੱਗਦਾ ਵੀ ਇਹਨਾਂ ਦੇ ਦਰਸ਼ਨ ਕਰਕੇ ਸਾਰੇ ਦੁੱਖ ਮਿਟ ਜਾਂਦੇ ਹਨ। ਕਰੀ ਚਰਨ ਕਮਲਨ ਪਰ ਬੰਦਨ। ਆ ਕਰਕੇ ਉਹ ਬਾਣੀਏ ਨੇ ਚਰਨਾਂ ਕਮਲਾਂ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਮੱਥਾ ਟੇਕਿਆ। ਭਾਉ ਧਰੇਗਾ ਬੈਠ ਸਮੀਪਾ। ਬਹੁਤ ਭਾਉ, ਬਹੁਤ ਪ੍ਰੇਮ ਕਰਕੇ ਸਤਿਗੁਰਾਂ ਦੇ ਕੋਲ ਬਿਠਾ ਲਿਆ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ। ਵੇਖ ਬੋਲੇ ਬੇਦੀ ਕੁਲ ਦੀਪਾ। ਉਹਦੇ ਵੱਲ ਦੇਖ ਕੇ, ਬਾਣੀਏ ਵੱਲ ਦੇਖ ਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪੁੱਛਿਆ, ਕਹੋ ਸਾਹੋ ਕੋ ਨਾਮ ਤੁਮਾਰਾ। ਕਹਿੰਦੇ ਹੇ ਸ਼ਾਹ ਤੇਰਾ ਨਾਂ ਕੀ ਹੈ, ਤੇ ਤੇਰਾ ਨਾਮ ਕੀ ਹੈ, ਤੂੰ ਆਪਣਾ ਨਾਮ ਦੱਸ। ਇਹ ਉਪਦੇਸ਼ ਹਿਰਦੇ ਮਹਿ ਧਾਰਾ। ਕੀ ਉਪਦੇਸ਼, ਤੂੰ ਕਿਹੜਾ ਉਪਦੇਸ਼ ਆਪਣੇ ਮਨ ਵਿੱਚ ਧਾਰਨ ਕੀਤਾ, ਹਿਰਦੇ ਵਿੱਚ ਧਾਰਨ ਕੀਤਾ? ਕੌਣ ਹੈ ਜਿਨੇ ਤੈਨੂੰ ਇਹ ਉਪਦੇਸ਼ ਦਿੱਤਾ ਹੈ? ਜੀਵਨ ਝੂਠ ਮਰਨ ਸੱਚ ਜਾਤਾ। ਦੇਖੋ ਬੜੀ ਸੋਹਣੀ ਗੱਲ ਹੈ, ਤੈਨੂੰ ਇੰਨੀ ਸੋਝੀ ਹੈ ਕਿ ਜਿਉਣਾ ਝੂਠ ਮਰਨਾ ਸੱਚ ਹੈ। ਕਿਦੋਂ ਬਣਾਏ ਲਿਖੀ ਇਹ ਬਾਤਾਂ। ਕਹਿੰਦੇ ਹੁਣ ਗੁਰੂ ਨਾਨਕ ਸਾਹਿਬ ਜੀ ਪੁੱਛਦੇ ਹਨ, ਕਹਿੰਦੇ ਇਹ ਤੂੰ ਆਪ ਬਣਾ ਕੇ ਤੂੰ ਲਿਖੀ ਹੈ ਜਾਂ ਕਿਤੋਂ ਤੂੰ ਦੇਖ ਕੇ ਲਿਖ ਦਿੱਤੀ ਹੈ? ਇਹ ਗੱਲ ਦਾ ਤੈਨੂੰ ਗਿਆਨ ਹੈ ਜਾਂ ਤੂੰ ਉਵੇਂ ਹੀ ਲਿਖ ਦਿੱਤੀ ਹੈ? ਮੈਨੂੰ ਇਹ ਦੱਸ। ਬੋਲਿਓ ਬਨਿਓ ਦੁਆ ਕਰ ਬੰਦੇ। ਹੱਥ ਜੋੜ ਕੇ ਉਹ ਬਾਣੀਆਂ ਬੋਲਿਆ, ਕਹੋ ਸਾਚ ਸੁਨ ਸੰਤ ਮੁਕੰਦੇ। ਕਹਿੰਦੇ ਸੰਤ ਮੁਕੰਦੇ, ਹੈ ਮੁਕਤੀ ਦਾਤੇ ਸੰਤ,
ਮੈਂ ਤੁਹਾਨੂੰ ਸੱਚੀ ਸੱਚੀ ਗੱਲ ਦੱਸਦਾ ਹਾਂ, मेरो नाम भनै जग मूला। ਮੇਰਾ ਨਾਮ ਜਿਹੜਾ ਹੈ ਜਗਤ ਦੇ ਲੋਕ ਮੈਨੂੰ ਮੂਲਾ ਕਹਿੰਦੇ ਹਨ, ਮੇਰਾ ਨਾਮ ਮੂਲਾ ਹੈ। ज्ञान जो अस रावर अनुकूला। ਸੋ ਇਹ ਜਿਹੜਾ ਹੈ ਇਹਨਾਂ ਦਾ ਨਾਂ ਸੀ ਮੂਲਾ ਤੇ ਇਹਨਾਂ ਦੀ ਜਾਤ ਸੀ ਖੱਤਰੀ, ਸੋ ਇਹਨੂੰ ਮੂਲਾ ਖੱਤਰੀ ਕਹਿੰਦੇ ਹਨ। ਸੋ ਇਸ ਪ੍ਰਕਾਰ ਕਰਕੇ ਗਿਆਨ ਜੋ ਅਸ ਕਹਿਣ ਲੱਗੇ ਜਿਹੜਾ ਇਹ ਗਿਆਨ ਦੀ ਗੱਲ ਜਿਉਣਾ ਝੂਠ ਮਰਨਾ ਸੱਚ ਜਿਹੜਾ ਮੈਂ ਲਿਖਿਆ ਹੈ, ਕਹਿੰਦੇ ਇਹ ਜਿਹੜਾ ਗਿਆਨ ਹੈ ਨਾ ਇਹ ਗਿਆਨ ਨਹੀਂ ਮੈਨੂੰ ਹੈਗਾ, ਗਿਆਨ ਤਾਂ ਸਾਰਾ ਤੁਹਾਡੇ ਕੋਲ ਹੈ, ਤੁਸੀਂ ਸੰਤ ਲੋਕ ਹੋ, ਮੇਰੇ ਕੋਲ ਕਾਹਦਾ ਗਿਆਨ ਹੈ। जिसको चाह हो तिसै जनाब हो। ਕਹਿਣ ਲੱਗੇ ਤੁਹਾਡੀ ਮਰਜ਼ੀ ਹੁੰਦੀ ਆ, ਤੁਸੀਂ ਸੰਤ ਮਹਾਪੁਰਸ਼ ਹੋ, ਜਿਹਨੂੰ ਤੁਸੀਂ ਚਾਹੋ ਤੁਸੀਂ ਉਹਨੂੰ ਗਿਆਨ ਕਰਾ ਸਕਦੇ ਹੋ, साच झूठ सब हृदय दृढ़ाव हो। ਕਿਉਂਕਿ ਸੱਚ ਤੇ ਝੂਠ ਤਾਂ ਤੁਹਾਡੇ ਹਿਰਦੇ ਵਿੱਚ ਦ੍ਰਿੜ ਹੈ, ਪੱਕਾ ਹੈ। गर्भ लोभ हृदय मुझ भारी। ਦੇਖੋ ਕਹਿੰਦੇ ਮੂਲਾ ਖੱਤਰੀ ਕਹਿੰਦਾ ਪਾਤਸ਼ਾਹ ਮੈਂ ਜਿਹੜਾ ਹਾਂ ਵਪਾਰ ਕਰਦਾ ਹਾਂ, ਮੈਂ ਦੁਕਾਨ ਜਿਹੜੀ ਹਨ ਚਲਾਉਂਦਾ ਹਾਂ, ਦਰਬ ਲੋਭ ਮੈਨੂੰ ਤਾਂ ਲੋਭ ਲੱਗਿਆ ਰਹਿੰਦਾ, ਗ੍ਰੀਡ ਲੱਗੀ ਰਹਿੰਦੀ ਆ ਵੀ ਮੈਂ ਬਹੁਤਾ ਜ਼ਿਆਦਾ ਵੈਲਥ ਜਾਂ ਮਾਇਆ ਇਕੱਠੀ ਕਰਾਂ। ਸੋ ਦਰਬ ਮਾਇਆ ਦਾ ਮੈਨੂੰ ਲੋਭ ਲੱਗਿਆ ਰਹਿੰਦਾ ਮੇਰੇ ਹਿਰਦੇ ਵਿੱਚ ਨਹੀਂ ਕੋਈ ਗਿਆਨ ਗਿਉਨ ਹੈਗਾ, ਮੈਂ ਨਹੀਂ ਇਸ ਗਿਆਨ ਦਾ ਕੋਈ ਵਪਾਰੀ ਹੈਗਾ, ਮੈਂ ਤਾਂ ਸਿਰਫ ਆਪਣੀ ਦੁਕਾਨ ਤੋਰਦਾ ਹਾਂ ਤੇ ਮੈਨੂੰ ਲੋਭ ਗ੍ਰੀਡ ਹੈ ਮਾਇਆ ਦਾ ਵੀ ਬਹੁਤੀ ਪੈਸਾ ਮੈਂ ਕਮਾ ਲਵਾਂ। ਕਾਗਜ਼ ਪਰ ਲਿਖ ਦੀਨ ਸਵਾਰੀ। ਮੈਂ ਤਾਂ ਇਹ ਕਾਗਜ਼ ਤੇ ਉਂਝੇ ਲਿਖ ਕੇ ਫੜਾ ਦਿੱਤਾ, ਉਹ ਟੱਕਾ ਲੈਣ ਵਾਸਤੇ ਵੀ ਗੋਲਡ ਕੋਇਨ ਮਿਲ ਰਿਹਾ ਹੈ, ਮਾੜਾ ਜਿਹਾ ਲਿਖਣਾ ਹੀ ਆ, ਮੈਂ ਲਿਖ ਕੇ ਫੜਾਤਾ। ਹਿਰਦੈ ਸਦਾ ਚਾਹਤ ਹਾਂ ਐਸੇ। ਪਰ ਕਹਿੰਦੇ ਮੇਰੇ ਹਿਰਦੇ ਵਿੱਚ ਚਾਹਣਾ ਤਾਂ ਹੈ, ਮੂਲਾ ਖੱਤਰੀ ਕਹਿੰਦਾ ਮੇਰੇ ਹਿਰਦੇ ਵਿੱਚ ਮੈਂ ਕਈ ਵਾਰੀ ਬਹਿ ਕੇ ਸੋਚਦਾ ਹਾਂ ਕਿ ਮੈਨੂੰ ਵੀ ਜਿਹੜਾ ਹੈ ਕੁਝ ਕਰਨਾ ਚਾਹੀਦਾ ਹੈ ਆਪਣੀ ਮੁਕਤੀ ਵਾਸਤੇ। ਕਾਗਜ਼ ਪਰ ਲਿਖ ਭੇਜੀ ਜੈਸੇ। ਸੋ ਇਹ ਕਾਗਜ਼ ਤੇ ਜੋ ਮੈਂ ਲਿਖਿਆ ਇਹ ਸਿਰਫ ਮੇਰਾ ਇੱਕ ਥਾਟ ਸੀਗਾ, ਇੱਕ ਜਿਹੜਾ ਮੇਰਾ ਖਿਆਲ ਸੀਗਾ। ਜਦੋਂ ਮੇਰੇ ਮਨ 'ਚ ਵਿਰਾਗ ਥੋੜਾ ਬਹੁਤਾ ਆਉਂਦਾ ਹੈ ਨਾ ਤਾਂ ਉਦੋਂ ਮੈਂ ਸੋਚ ਲੈਂਦਾ ਵੀ ਦੇਖੋ ਮੇਰੇ ਅੱਖਾਂ ਦੇ ਸਾਹਮਣੇ ਲੋਕ ਮਰੀ ਜਾਂਦੇ ਨੇ, ਤੇ ਫਿਰ ਜਿਹੜਾ ਹੈ ਮੈਨੂੰ ਇਹ ਦੇਖ ਕੇ ਹੀ ਪਤਾ ਲੱਗਿਆ ਨਾ ਵੀ ਜਿਉਣਾ ਤਾਂ ਝੂਠ ਹੈ, ਮਰਨਾ ਸੱਚ, ਇਸ ਕਰਕੇ ਕਿ ਸਾਰਿਆਂ ਨੇ ਇੱਕ ਦਿਨ ਮਰਨਾ ਹੀ ਹੈ। ਦ੍ਰਿੜ ਅਭਿਆਸ ਨਾ ਮਨ ਮੈਂ ਹੋ। ਪਰ ਇਹ ਅਭਿਆਸ ਦ੍ਰਿੜ ਨਹੀਂ ਮੇਰੇ ਵਿੱਚ, ਥੋੜੇ ਚਿਰ ਇਹ ਖਿਆਲ ਆਉਂਦਾ ਜਦੋਂ ਮੈਂ ਵਪਾਰ 'ਚ ਪੈ ਜਾਂਦਾ, ਫਿਰ ਉਹ ਲੋਭ ਵਿੱਚ ਪੈ ਜਾਂਦਾ ਹਾਂ, ਫਿਰ ਮੈਂ ਮਾਇਆ ਦੇ ਪਿੱਛੇ ਭੱਜਣ ਲੱਗ ਜਾਂਦਾ ਹਾਂ। ਇਹ ਜਿਹੜਾ ਹੈ ਪੱਕਾ ਜਿਹੜਾ ਹੈ ਪਰਮਨੈਂਟਲੀ ਮੇਰੇ ਵਿੱਚ ਇਹ ਚੀਜ਼ ਹਮੇਸ਼ਾ ਨਹੀਂ ਰਹਿੰਦੀ, ਥੋੜੇ ਚਿਰ ਆਉਂਦੀ ਹੈ ਉੱਡ ਜਾਂਦੀ ਹੈ। ਜਬ ਲੋ ਮਿਲੇ ਸੰਤ ਨਹਿ ਕੋ। ਕਹਿੰਦੇ ਜਦੋਂ ਤੱਕ ਤੁਹਾਡੇ ਵਰਗੇ ਮਹਾਪੁਰਸ਼ ਪੂਰਨ ਸੰਤ ਨਾ ਮਿਲਣ ਗਿਆਨ ਕਿਵੇਂ ਦ੍ਰਿੜ ਹੋ ਸਕਦਾ ਹੈ। ਸੁਣ ਕੈ ਸ੍ਰੀ ਗੁਰ ਤਹਿ ਸੋ ਭਾਖਾ। ਇਹ ਸੁਣ ਕਰਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਦੇਖੋ ਮੂਲਾ ਖੱਤਰੀ ਜਿਹੜਾ ਹੈ ਉਹਨੇ ਸਿੰਸੀਅਰਲੀ ਜਿਹੜਾ ਹੈ ਸੱਚੀ ਗੱਲ ਸਤਿਗੁਰਾਂ ਦੇ ਅੱਗੇ ਰੱਖ ਦਿੱਤੀ, ਉਹਨੇ ਕੋਈ ਹਿਪੋਕ੍ਰੇਸੀ ਨਹੀਂ ਕੀਤੀ। ਦੇਖੋ ਇੱਕ ਗੱਲ ਹੈ, ਗੁਰੂ ਮਹਾਰਾਜ ਦੇ ਅੱਗੇ ਸੱਚ ਹੀ ਚੱਲਦਾ ਹੈ ਕਿਉਂਕਿ ਉਹ ਸੱਚ ਦੀ ਮੂਰਤੀ ਨੇ। ਤੁਸੀਂ ਜੇ ਝੂਠ ਵੀ ਬੋਲੋਗੇ ਤਾਂ ਵੀ ਉਹਨਾਂ ਨੇ ਸੱਚ ਤਾਂ ਜਾਣੇ ਲੈਣਾ, ਸੱਚ ਤਾਂ ਉਹਨਾਂ ਦੇ ਸਾਹਮਣੇ ਹੁੰਦਾ ਹੈ। ਇਸ ਪ੍ਰਕਾਰ ਕਰਕੇ ਸਭ ਤੋਂ ਪਹਿਲਾ ਰੂਲ ਜਿਹੜਾ ਹੁੰਦਾ ਹੈ ਸਿੰਸੀਅਰਿਟੀ ਹੁੰਦੀ ਹੈ, ਸੱਚ ਬੋਲਣ ਦੀ, ਕਿਤੇ ਵੀ ਝੂਠ ਨਹੀਂ ਬੋਲਣਾ ਚਾਹੀਦਾ। ਸੋ ਇਸ ਪ੍ਰਕਾਰ ਕਰਕੇ ਸਤਿਗੁਰਾਂ ਦੇ ਅੱਗੇ ਜਦੋਂ ਇਹ ਸੱਚ ਬੋਲ ਪਿਆ ਨਾ ਤਾਂ ਉਸ ਵੇਲੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਇਹ ਸੁਣ ਕਰਕੇ ਔਰ ਮਹਿ ਲਖੋ ਜੇ ਅਸ ਅਭਿਲਾਖਾ। ਉਸ ਵੇਲੇ ਗੁਰੂ ਨਾਨਕ ਸਾਹਿਬ ਜੀ ਨੇ ਪੁੱਛਿਆ ਜੇ ਤੇਰੇ ਹਿਰਦੇ ਦੇ ਵਿੱਚ ਐਸੀ ਇੱਛਾ ਹੈ ਗਿਆਨ ਦੀ ਪ੍ਰਾਪਤੀ ਦੀ ਤੋ ਤੁਮ ਰਹੋ ਹਮਾਰੇ ਸਾਥਾ। ਕਹਿਣਗੇ ਚੱਲ ਫੇ ਮੂਲਾ ਖੱਤਰੀ ਤੂੰ ਸਾਡੇ ਨਾਲ ਰਹਿ, ਹੁਣ ਤੂੰ ਸਾਡੇ ਨਾਲ ਹੁਣ ਵਿਚਰ, ਜਿੱਥੇ ਅਸੀਂ ਜਾਵਾਂਗੇ ਤੂੰ ਸਾਡੇ ਨਾਲ ਜਾਣਾ ਹੈ, ਦਿਨ ਰਾਤ ਹੁਣ ਤੂੰ ਸਾਡੇ ਨਾਲ ਪੱਕਾ ਹੋ ਕੇ ਰਹਿ। ਹੁਣ ਇੱਛਾ ਪੂਰ ਹੈ ਸ੍ਰੀ ਜਗਨਾਥਾ। ਜਗਤ ਦੇ ਨਾਥ ਉਹ ਪਰਮੇਸ਼ਰ ਤੇਰੀ ਇੱਛਾ ਪੂਰੀ ਕਰਨਗੇ, ਤੈਨੂੰ ਵੀ ਗਿਆਨ ਹੋਵੇਗਾ, ਪਰ ਤੂੰ ਸਾਡੇ ਨਾਲ ਰਹਿ ਹੁਣ। ਬਚਨ ਮਾਨ ਕੇ ਤਬ ਹੀ ਮੂਲਾ। ਉਸ ਵੇਲੇ ਮੂਲੇ ਨੇ ਸਤਿਗੁਰਾਂ ਦੇ ਬਚਨ ਮੰਨ ਲਏ, ਕਹਿੰਦੇ ਸਤ ਬਚਨ ਜੀ ਚਲਿਓ ਸੰਗ ਲਖ ਗੁਰ ਅਨਕੂਲਾ। ਦੇਖੋ ਉਹ ਚੱਲ ਪਿਆ ਜੀ ਮੂਲਾ ਖੱਤਰੀ ਸਤਿਗੁਰਾਂ ਨਾਲ, ਦੁਕਾਨ ਵੀ ਬੰਦ ਨਹੀਂ ਕੀਤੀ, ਜਿਵੇਂ ਦੁਕਾਨ ਹੈਗੀ ਸੀ ਛੱਡ ਕੇ ਆਇਆ, ਭਾਈ ਮਰਦਾਨੇ ਨਾਲ ਆਇਆ, ਗੁਰੂ ਨਾਨਕ ਸਾਹਿਬ ਜੀ ਨੂੰ ਮਿਲਿਆ, ਮਹਾਰਾਜ ਨੇ ਕਿਹਾ ਤੂੰ ਸਾਡੇ ਨਾਲ ਚੱਲ, ਇਹ ਤੁਰ ਪਿਆ ਜੀ। ਇਹ ਘਰ ਨੂੰ ਵੀ ਦੱਸਣ ਨਾ ਗਿਆ ਵਾਪਸ ਵੀ ਮੈਂ ਜਿਹੜਾ ਹਾਂ ਗੁਰੂ ਨਾਨਕ ਨਾਲ ਚੱਲਿਆ ਹਾਂ, ਕਿਸੇ ਨੂੰ ਦੱਸਿਆ ਨਹੀਂ, ਬਸ ਚੁੱਪ ਕਰਕੇ ਉੱਥੋਂ ਦੇ ਉੱਥੋਂ ਹੀ ਸਤਿਗੁਰਾਂ ਨਾਲ ਚੱਲ ਪਿਆ ਜੀ। ਗਮਨੇ ਆਨ ਥਾਨ ਜਗ ਸਾਈਂ। ਸਤਿਗੁਰ ਸੱਚੇ ਪਾਤਸ਼ਾਹ ਜੀ ਉਸ ਅਸਥਾਨ ਤੋਂ ਉੱਠ ਕਰਕੇ ਤੁਰ ਪਏ ਹਨ ਹੋਰ ਥਾਂ ਜਾਣ ਵਾਸਤੇ, ਨਾਲ ਮੂਲਾ ਖੱਤਰੀ ਲੈ ਲਿਆ। ਸਿੱਖਿਆ ਦੇਨ ਜੇ ਨਰ ਦੁਖ ਪਾਈ। ਦੇਖੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਉਹ ਪਰਮੇਸ਼ਰ ਦਾ ਜਿਹੜਾ ਹੈ ਗਿਆਨ ਦੇਣ ਵਾਸਤੇ, ਉਸ ਜਿਹੜਾ ਹਨ ਪਰਮਾਤਮਾ ਦਾ ਜਿਹੜਾ ਹੈ ਜਿਹੜਾ ਵਜੂਦ ਹੈ ਉਸ ਨੂੰ ਪ੍ਰਗਟ ਕਰਨ ਵਾਸਤੇ ਲੋਕਾਂ ਦੇ ਵਿੱਚ ਸਤਿਗੁਰਾਂ ਨੇ ਇਹ ਜਿਹੜਾ ਹੈ ਐਸਾ ਜਿਹੜਾ ਮਹਾਰਾਜ ਨੇ
ਜਿਹੜਾ ਵਿਜ਼ਿਟ ਕੀਤੇ, ਹਰ ਇੱਕ ਥਾਂ ਮਹਾਰਾਜ ਨੇ ਜਾਣਾ ਕੀਤਾ। ਕਿਉਂ? ਜੇ ਨਰ ਦੁੱਖ ਪਾਈ, ਕਿਉਂਕਿ ਨਰ ਮਨੁੱਖ ਬੜੇ ਦੁਖੀ ਹੋ ਰਹੇ ਸਨ ਦੁਨੀਆ ਦੇ ਵਿੱਚ, ਹਰ ਇੱਕ ਰੋ ਰਿਹਾ ਸੀ ਕਿਉਂਕਿ ਗਿਆਨ ਕੋਈ ਨਹੀਂ ਹੈਗਾ, ਇਸ ਕਰਕੇ ਲੋਕਾਂ ਨੂੰ ਬੜਾ ਦੁੱਖ ਸੀਗਾ। ਏਕ ਨਗਰ ਮਹਿ ਬੈਸੇ ਜਾਈ। ਐਸੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਇੱਕ ਨਗਰ ਵਿੱਚ ਜਾ ਪਹੁੰਚੇ। ਹੁਣ ਤਵਾਰਿਕ ਗੁਰ ਖਾਲਸਾ ਜਿਹੜੀ ਹੈ ਉਹਦੇ ਵਿੱਚ ਲਿਖਿਆ ਹੈ ਕਿ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੌਸ਼ਹਿਰੇ ਤੋਂ ਜਿਹੜਾ ਹਨ ਜਾਜਨ ਗਏ, ਤੇ ਇੱਥੋਂ ਜਿਹੜਾ ਹਾਜਰਾ ਸ਼ੂ ਮੁਕੀਮ ਤੇ ਗਏ, ਫਿਰ ਪਾਕ ਪੱਟਣ ਗਏ, ਫਿਰ ਮੁਲਤਾਨ, ਤੇ ਇੱਥੋਂ ਉੱਚ ਗਏ ਤੇ ਉੱਚ ਵਾਲੇ ਸਥਾਨ ਤੇ ਗਏ। ਤਵਾਰੀ ਗੁਰ ਖਾਲਸਾ ਦਾ ਇਹ ਖਿਆਲ ਹੈ, ਇਹ ਰੂਟ ਸਤਿਗੁਰਾਂ ਨੇ ਲੈਣਾ ਕੀਤੀ। ਜਹਾਂ ਕਨੇਰੇ ਤੁਰਕ ਰਹਾਈ। ਹੁਣ ਉਹ ਸਥਾਨ ਤੇ ਪਹੁੰਚੇ ਜਿੱਥੇ ਬਹੁਤ ਸਾਰੇ ਤੁਰਕ ਮੁਸਲਮਾਨ ਲੋਕ ਸਨ। ਚੰਦ ਰਾਤ ਥੀ ਤਿਸ ਦਿਨ ਮਾਹੀ। ਉੱਥੇ ਚੰਦ ਰਾਤ ਸੀ, ਦੂਜ ਜਿਹੜਾ ਕਿ ਚੰਦਰਮਾ ਦਾ ਦੂਜ ਹੁੰਦਾ ਹੈ, ਉਹ ਰਾਤ ਸੀ ਉਸ ਵੇਲੇ। ਬਹੁ ਨਰ ਕੋ ਭਾ ਮੇਲ ਤਹਾਹੀ। ਉੱਥੇ ਬਹੁਤ ਸਾਰੇ ਲੋਕਾਂ ਦਾ ਮੇਲਾ ਹੋ ਰਿਹਾ ਸੀ। ਭੀੜ ਵਿਸਾਲ ਪਈ ਇੱਕ ਥਾਈ। ਸਾਰੀ ਭੀੜ ਇੱਕ ਥਾਂ ਤੇ ਹੋਈ ਪਈ ਸੀ। ਉਹ ਸ਼ਹਿਰ ਜਿਹੜਾ ਨਗਰ ਸੀਗਾ, ਉਹ ਨਗਰ ਤੇ ਸਾਰੀ ਭੀੜ ਇੱਕ ਥਾਂ ਤੇ ਇਕੱਠੀ ਹੋਈ ਸੀ ਉਸ ਵੇਲੇ। ਲੈ ਸੀਰ ਨੇ ਮਨੁਜ ਚੜਾਈ। ਤੇ ਉੱਥੇ ਲੋਕਾਂ ਦੇ ਹੱਥ ਵਿੱਚ ਮਠਿਆਈਆਂ ਸਨ। ਜਿਹੜਾ ਵੀ ਕੋਈ ਉਸ ਭੀੜ ਵੱਲ ਜਾਂਦਾ ਸੀ, ਹੱਥ ਵਿੱਚ ਮਠਿਆਈ ਲੈ ਕੇ, ਸਵੀਟ ਡਿਸ਼ ਲੈ ਕੇ ਉਹ ਜਾਂਦੇ ਸਨ ਚੜਾਉਣ ਵਾਸਤੇ। ਇੱਕ ਫਕੀਰ ਦੰਬੀ ਤਹ ਰਹੇ। ਉੱਥੇ ਇੱਕ ਪਖੰਡੀ ਹਿਪੋਕਰੇਟ ਫਕੀਰ ਰਹਿੰਦਾ ਸੀ ਉਸ ਸ਼ਹਿਰ ਦੇ ਵਿੱਚ। ਸਭ ਲੋਕਨ ਸੋ ਇਸ ਬਿਦ ਕਹੀ। ਉਹ ਸਾਰੇ ਲੋਕਾਂ ਨੂੰ ਇਹ ਕਹਿੰਦਾ ਸੀ, ਝੂਠ ਐਸਾ ਬੋਲਦਾ ਸੀ। ਦੋਹਰਾ ਦੂਜ ਚੰਦ ਕੀ ਰਾਤ ਕੋ ਸਹੁ ਆਵੇ ਮੁਝ ਪਾਸ। ਦੂਜੀ ਥਿਤ ਜਿਹੜੀ ਚੰਦਰਮਾ ਦੀ ਹੈ, ਦੂਜ ਚੰਦ ਦੀ, ਜਿਹੜਾ ਹਨ ਉਹ ਦੂਜ ਚੰਦ ਕਹਿੰਦੇ ਹਨ। ਸੋ ਕਹਿੰਦੇ ਦੂਜ ਚੰਦ ਵੇਲੇ ਕੀ ਹੁੰਦਾ ਹੈ, ਕਹਿੰਦੇ ਉਹ ਪਰਮਾਤਮਾ ਜਿਹੜਾ ਸਾਰੀ ਦੁਨੀਆ ਦਾ ਮਾਲਕ, ਉਹ ਮੇਰੇ ਕੋਲ ਆਉਂਦਾ ਹੈ, ਉਹ ਮੈਨੂੰ ਆ ਕੇ ਮਿਲਦਾ ਹੈ। ਉਹ ਐਸਾ ਕਹਿੰਦਾ ਸੀ ਲੋਕਾਂ ਦੇ ਵਿੱਚ, ਕਹਿੰਦਾ ਮੈਂ ਬਹੁਤ ਵੱਡਾ ਸੰਤ ਹਾਂ ਤੇ ਮੈਨੂੰ ਪਰਮਾਤਮਾ ਆ ਕੇ ਮਿਲਦਾ ਹੈ, ਪਰ ਮਿਲਦਾ ਸਿਰਫ 1 ਮਹੀਨੇ 'ਚ ਇੱਕ ਵਾਰੀ ਹੈ। ਉਹ ਦੂਜ ਜਾਂ ਚੰਦ ਜਦੋਂ ਹੁੰਦਾ ਉਦੋਂ ਆਉਂਦਾ ਹੈ। ਤਹਿਦਰ ਦੁੰਦਬ ਨੌ ਬਤਾ ਬਾਜਤ ਹੋਤ ਹੁਲਾਸ। ਤਹਿਦਰ ਕਹਿਣ ਲਗੇ ਉਸ ਵੇਲੇ ਦੂਜ ਦੇ ਚੰਦ ਵੇਲੇ ਲੋਕਾਂ ਦਾ ਬਹੁਤ ਸਾਰਾ ਇਕੱਠ ਹੁੰਦਾ ਸੀ ਵੀ ਇਹਦੇ ਕੋਲ ਅੱਜ ਰੱਬ ਨੇ ਆਉਣਾ ਹੈ, ਇਹਦੇ ਕੋਲ ਅੱਜ ਪਰਮਾਤਮਾ ਆਉਂਦਾ, ਖੁਦਾ ਇਹਦੇ ਕੋਲ ਆਉਂਦਾ ਹੈ। ਇਸ ਕਰਕੇ ਬਹੁਤ ਸਾਰੀਆਂ ਦੁੱਧਮੀਆਂ ਨਫੀਰੀਆਂ ਜਿਹੜੀਆਂ ਇਨਸਟਰੂਮੈਂਟਸ ਹਨ ਉਹ ਵੱਜਦੇ ਹਨ। ਬਾਜਤ ਢੋਲ ਹੁਲਾਸ, ਸਾਰੇ ਢੋਲ ਵਜਾਉਂਦੇ ਨੇ ਵੀ ਕਿਤੇ ਜੇ ਅੱਜ ਇਹ ਫਕੀਰ ਨੇ ਸਾਡੇ ਵੱਲ ਦੇਖ ਲਿਆ, ਸਾਡੀ ਇੱਛਾ ਪੂਰੀ ਹੋ ਜਾਏਗੀ। ਚੌਪੇ ਰੁਚਰ ਪੁਸਪ ਕੀ ਸੇਜ ਬਿਛਾਵੇ। ਦੇਖੋ ਰੁਚਰ ਕਹਿੰਦੇ ਬਹੁਤ ਸੁੰਦਰ ਫੁੱਲਾਂ ਵਾਲੀ ਸੇਜ ਉਹਦੇ ਵਾਸਤੇ ਤਿਆਰ ਕਰਦੇ ਸਨ। ਨਿਜ ਆਵਾਸ ਬਹੁਤ ਦੀਪ ਜਗਾਵੇ। ਤੇ ਉਹਦੇ ਘਰ ਦੇ ਵਿੱਚ ਦੀਵੇ ਜਗਦੇ ਸਨ ਬਹੁਤ ਸਾਰੇ। ਸਹੁ ਸੁਹਾਗਣ ਨਾਮ ਧਰਾਇਓ। ਉਹਦਾ ਨਾਂ ਕੀ ਸੀ? ਸਹੁ ਸੁਹਾਗਣ। ਸਹੁ ਮਤਲਬ ਪਰਮਾਤਮਾ ਖੁਦਾ, ਸੁਹਾਗਣ ਮੀਨਸ ਵੀ ਉਹਦੀ ਜਿਹੜੀ ਇਸਤਰੀ ਹੈ। ਸੋ ਇਹ ਫਕੀਰ ਜਿਹੜਾ ਹਿਪੋਕ੍ਰਿਟ ਹੈ, ਝੂਠਾ ਪਖੰਡੀ ਹੈ, ਇਹ ਲੋਕਾਂ ਨੂੰ ਕਹਿੰਦਾ ਵੀ ਮੈਂ ਪਰਮਾਤਮਾ ਦੀ ਘਰ ਵਾਲੀ ਹਾਂ, ਪਰਮਾਤਮਾ ਮੈਨੂੰ ਮਿਲਣ ਆਉਂਦਾ ਇਹ ਦੂਜ ਦੇ ਚੰਦ ਨੂੰ। ਸੋ ਇਸ ਪ੍ਰਕਾਰ ਦਾ ਝੂਠ ਬੋਲਦਾ ਸੀ ਸਾਰਿਆਂ ਨੂੰ। ਸਭ ਲੋਕਨ ਮਹਿਮਾਨ ਵਧਾਇਓ। ਉਹਨੇ ਆਪਣਾ ਮਾਨ ਆਪਣੇ ਪਖੰਡ ਕਰਕੇ ਬਹੁਤ ਵਧਾਇਆ ਹੋਇਆ ਸੀ, ਕਿਉਂਕਿ ਅੱਜ ਕੱਲ੍ਹ ਦੇ ਲੋਕ ਪਖੰਡ ਦੇ ਤਾਂ ਪਿੱਛੇ ਲੱਗਦੇ ਨੇ। ਜਿਨ੍ਹਾਂ ਨੂੰ ਐਸੀ ਝੂਠੀ ਮੁੱਠੀ ਜੀ ਸਟੋਰੀ ਬਣਾ ਕੇ ਦੇ ਦਿਓ, ਲੋਕ ਤਾਂ ਅੱਗੇ ਡਿੱਗਦੇ ਹੀ ਨੇ ਪਿੱਛੇ ਲੱਗਣ ਨੂੰ। ਸੋ ਲੋਕਾਂ ਨੂੰ ਤਾਂ ਐਕਟੀਵਿਟੀ ਚਾਹੀਦੀ ਹੈ ਵੀ ਕੁਝ ਹੁੰਦਾ ਹੋਵੇ। ਸੋ ਇਹ ਸਾਹ ਸੁਹਾਗਣ ਨੇ ਉਸ ਚੀਜ਼ ਨੂੰ ਕੈਪੀਟਲਾਈਜ਼ ਕਰਕੇ ਇਹਨੇ ਬੜਾ ਸੋਹਣਾ ਡੋਂਗ ਬਣਾਇਆ। ਹਾਂਜੀ, ਲੋਕਾਂ ਦੇ ਵਿੱਚ ਇਹ ਪ੍ਰਚਾਰ ਕਰ ਦਿੱਤਾ ਕਿ ਜੇ ਕਿਤੇ ਪਰਮਾਤਮਾ ਧਰਤੀ ਤੇ ਆਉਂਦਾ ਤਾਂ ਮੈਨੂੰ ਮਿਲਣ ਵਾਸਤੇ ਆਉਂਦਾ, ਕਿਉਂਕਿ ਮੈਂ ਉਹਦੀ ਘਰ ਵਾਲੀ ਹਾਂ। ਹਾਂਜੀ, ਸੋ ਇਸ ਤਰ੍ਹਾਂ ਕਰਕੇ ਲੋਕਾਂ ਨੂੰ ਕਿਹਾ ਤੇ ਨਾ ਸ਼ਾਹ ਸੁਹਾਗਣ ਰੱਖ ਲਿਆ। ਮਨੁਜ ਸੀਰਨੀ ਤਿਸ ਦਿਨ ਲਿਆਵੇ। ਕਹਿੰਦੇ ਮਨੁਜ ਸ਼ਿਰਨੀ, ਸਾਰੇ ਲੋਕ ਮਠਿਆਈਆਂ ਚੱਕ ਚੱਕ ਕੇ ਉਹਦੇ ਵਾਸਤੇ ਲਿਆਉਂਦੇ ਨੇ ਵੀ ਰੱਬ ਨੇ ਆਉਣਾ ਅੱਜ, ਅਸੀਂ ਵੀ ਮਠਿਆਈਆਂ ਲੈ ਜਾਈਏ। ਹਾਂਜੀ, ਮਠਿਆਈਆਂ ਇਕੱਠੀਆਂ ਹੁੰਦੀਆਂ ਨਹੀਂ ਉੱਥੇ। ਹੋਏ ਦੀਨ ਮਨ ਸੀਸ ਨਿਵਾਵੇ। ਕਹਿਣਗੇ ਹੋਏ ਦੀਨ, ਉਹਦੇ ਦਰਵਾਜ਼ੇ ਤੇ ਜਾ ਕੇ ਲੋਕ ਮੱਥਾ ਟੇਕਦੇ ਨੇ ਵੀ ਇਹਦੇ ਵਿੱਚ ਅੱਜ ਰੱਬ ਨੇ ਆਉਣਾ, ਇਹਦੇ ਘਰ ਦੇ ਵਿੱਚ, ਇਹਦੇ ਕਮਰੇ ਦੇ ਵਿੱਚ। ਇਸ ਕਰਕੇ ਉਹਦੇ ਮਿੰਜੇ ਦੇ ਉੱਤੇ ਸਾਰੇ ਫੁੱਲ ਵਿਛਾਏ ਹੁੰਦੇ ਸਨ। ਉਹਦਾ ਜਿਹੜਾ ਮਿੰਜਾ ਤਿਆਰ ਕੀਤਾ ਹੁੰਦਾ ਸੀ ਤੇ ਉਹਨੂੰ ਜਾ ਕੇ ਮੱਥੇ ਟੇਕਦੇ ਹਨ ਹਰ ਕੋਈ। ਅੰਦਰ ਜਾਣ ਦੇ ਨਹਿ ਕਿਸ ਕੋ। ਉਹ ਦੇਖੋ ਹੁਣ ਅੰਦਰ ਕਿਸੇ ਨੂੰ ਜਾਣ ਨਹੀਂ ਦਿੰਦੇ ਸਨ। ਕਮਰੇ ਦਾ ਸਾਹਮਣੇ ਤੋਂ ਬਾਹਰ ਬੰਦ ਹੁੰਦਾ ਸੀ ਤੇ ਮੂਹਰੇ ਲੋਕ ਉਹਨੇ ਖੜਾਏ ਹੁੰਦੇ ਸਨ ਗਾਂਠ, ਕਿਸੇ ਨੂੰ ਅੰਦਰ ਨਹੀਂ ਜਾਣ ਦਿੰਦੇ ਸਨ। ਦਰ ਪਰ ਬੰਧਨ ਕਰਹੀ ਤਿਸ ਕੋ। ਦੇਖੋ ਦਰ ਪਰ ਬੰਧਨ ਕਹਿਣ ਲੱਗੇ ਸਾਰੇ ਲੋਕ ਉਸ ਦਰਵਾਜ਼ੇ ਦੇ ਸਾਹਮਣੇ ਵਿਚਾਰੇ ਲਾਈਨਾਂ ਬਣ ਬਣ ਕੇ ਖੜ ਕੇ ਮਠਿਆਈ ਰੱਖ ਕੇ ਉੱਥੇ ਮੱਥੇ ਟੇਕਦੇ ਹਨ। ਵੱਡੇ ਨਿਸ਼ਾਨ ਗੱਡੇ ਦਰ ਨੇਰੇ। ਦਰਵਾਜ਼ੇ ਦੇ ਪਾਸ ਉਹਨਾਂ ਨੇ ਵੱਡੇ ਵੱਡੇ ਨਿਸ਼ਾਨ ਲਾਏ ਹੋਏ ਹਨ, ਉਹਦੇ ਵੱਡੇ ਵੱਡੇ ਝੰਡੇ ਲੱਗੇ ਹੋਏ ਹਨ ਉਹਦੇ। ਜਿਹ ਕਹੇ ਹੋਤ ਉਛਾਹ ਵਧੇਰੇ। ਬਹੁਤ ਪਾਸੇ ਉਹਦਾ ਉਤਸ਼ਾਹ ਹੋ ਰਿਹਾ ਹੈ ਜੀ। ਹਰ ਕੋਈ ਬੰਦਾ ਉਹਦੀ ਉਸਤਤ ਨੂੰ ਗਾ
ਜਾ ਰਿਹਾ ਹੈ। ਸ਼ਾਹ ਸੁਹਾਗਣ ਲੱਗੀ ਹੋਈ ਆ ਸਾਰੇ ਪਾਸੇ। ਅੰਗਨਾ ਕੇ ਸਿੰਗਾਰ ਕਰ ਸਾਰੇ। ਤੇ ਫੇਰ ਦੇਖੋ ਇਹ ਸ਼ਾਹ ਸੁਹਾਗਣ ਕੀ ਕਰਦਾ ਸੀ, ਉਸ ਰਾਤ ਨੂੰ ਇਹ ਇੱਕ ਔਰਤ ਦੀ ਤਰ੍ਹਾਂ ਆਪਣੇ ਆਪ ਨੂੰ ਸ਼ਿੰਗਾਰਦਾ ਸੀ ਤੇ ਜਿਹੜੇ ਹਨ ਬੁੱਢੀਆਂ ਦੇ ਕੱਪੜੇ ਇਹਨੇ ਪਾ ਲੈਣੇ, ਹਾਂਜੀ, ਜਿਹੜੇ ਵੀ ਹੁੰਦੇ ਹਨ ਸ਼ਿੰਗਾਰ ਵੀ ਐਨ ਉਹਨੇ ਲੜਕੀਆਂ ਵਾਲਾ ਕਰ ਲੈਣਾ, ਹਾਂਜੀ। ਇਸ ਤਰ੍ਹਾਂ ਕਰਕੇ ਉਹ ਜਿਹੜਾ ਆਪਣੇ ਆਪ ਨੂੰ ਸ਼ਿੰਗਾਰ ਕੇ ਬਹਿੰਦਾ ਸੀ ਵੀ ਅੱਜ ਰੱਬ ਨੇ ਆਉਣਾ ਜੀ ਮੇਰੇ ਕੋਲ, ਮੈਂ ਤਿਆਰ ਬੈਠਾ ਹਾਂ। ਬੈਠੇ ਹੈ ਦੁਰ ਕਹਿ ਤੂੰ ਸੰਧਾਰੇ। ਤੇ ਜਿਹੜੇ ਹਨ ਬੈਠ ਕੇ ਕਮਰੇ ਦੇ ਵਿੱਚ ਲੁਕ ਕੇ ਬਹਿ ਜਾਂਦਾ ਸੀ, ਚੁੱਪ ਕਰਕੇ ਬਹਿ ਜਾਂਦਾ ਸੀ। ਬਾਹਰ ਲੋਕਾਂ ਦਾ ਜਿਹੜਾ ਹੈ ਮੇਲਾ ਲੱਗਿਆ ਹੁੰਦਾ ਸੀ, ਕੋਈ ਮਠਿਆਈ ਲੈ ਆ, ਕੋਈ ਮੱਥੇ ਟੇਕਦਾ ਹੈ, ਬਹੁਤ ਐਕਟੀਵਿਟੀਆਂ ਹੋ ਰਹੀਆਂ ਹਨ। ਇਹ ਲੁਕ ਕੇ ਅੰਦਰ ਕਮਰੇ 'ਚ ਬਹਿ ਜਾਂਦਾ ਸੀ ਡੀਕਦਾ। ਦੋਹਰਾ ਪੁੰਜ ਮਨੁਜ ਹੋਏ ਤਹਾਂ ਬਾਜੈ ਬਜੇ ਅਪਾਰ। ਦੇਖੋ ਪੁੰਜ ਬਹੁਤ ਸਾਰੇ ਲੋਕ ਹਨ ਤੇ ਲੋਕ ਵੀ ਉਹ ਆਮ ਖਾਸ ਨਹੀਂ, ਕਈ ਜਿਹੜੇ ਬੜੇ ਹੀ ਨਾਮ ਵਾਲੇ ਦਰਜਿਆਂ ਵਾਲੇ ਉੱਚੇ ਜਿਹੜੇ ਬੰਦੇ ਜਿਹੜੇ ਹਨ ਲੀਡਰ ਲੋਕ ਉਹ ਵੀ ਆ ਜਾਂਦੇ ਹਨ। ਇਹ ਲੀਡਰ ਲੋਕਾਂ ਨੂੰ ਬੜਾ ਜਿਹੜਾ ਹੈ ਜਾਂ ਵੱਡੇ ਵਪਾਰੀ ਧਨੀ ਲੋਕਾਂ ਨੂੰ ਇਹ ਡਰੇ ਰਹਿੰਦਾ ਹੈ ਵੀ ਸਾਨੂੰ ਕਿਤੇ ਸਾਡਾ ਕੋਈ ਘਾਟਾ ਨਾ ਪੈ ਜਾਵੇ, ਸਾਡੀ ਕਿਤੇ ਕੁਰਸੀ ਨਾ ਕੋਈ ਖਿੱਚ ਲਵੇ। ਇਹ ਤਾਂ ਉਹੀ ਡਰਦੇ ਰਹਿੰਦੇ, ਜਿਹੜਾ ਬਾਬਾ ਆਉਂਦਾ ਉਹਨੂੰ ਹੀ ਮੱਥੇ ਟੇਕ ਦਿੰਦੇ ਨੇ। ਇਹ ਕਰਕੇ ਆਪ ਵੀ ਝੂਠੇ ਆ, ਇਹਨਾਂ ਨੂੰ ਬਾਬੇ ਵੀ ਝੂਠੇ ਹੀ ਚਾਹੀਦੇ ਹੁੰਦੇ ਨੇ, ਕਿਉਂ ਸੱਚੇ ਬਾਬੇ ਨੇ ਤਾਂ ਇਹਨਾਂ ਨੂੰ ਮੂੰਹ ਨਹੀਂ ਲਾਉਣਾ। ਕਿਹੜਾ ਬਾਬਾ ਸੱਚਾ ਇਹਨਾਂ ਨੂੰ ਮੂੰਹ ਲਾਏਗਾ ਜਿਹਨੂੰ ਪਰਮਾਤਮਾ ਨਾਲ ਜੁੜਿਆ ਹੋਵੇ, ਹਾਂਜੀ। ਸੋ ਇਹਨਾਂ ਨੂੰ ਬਾਬੇ ਵੀ ਝੂਠੇ ਹੀ ਮਿਲਦੇ ਨੇ ਕਿਉਂਕਿ ਆਪ ਝੂਠੇ ਹਨ। ਡੇਰਾ ਕੀਨਾ ਪ੍ਰਭੂ ਤਬ ਇੱਕ ਤੇ ਬ੍ਰਿਧ ਅਗਾਰ। ਦੇਖੋ ਡੇਰਾ ਕੀਨਾ ਪ੍ਰਭੂ ਤਬ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇੱਕ ਬੁੱਢੀ ਇਸਤਰੀ ਦੇ ਘਰ ਵਿੱਚ ਉਹਦੀ ਸ਼ਰਧਾ ਨੂੰ ਦੇਖ ਕੇ ਨਾ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਉਹ ਸ਼ਹਿਰ ਵਿੱਚ ਪਹੁੰਚ ਗਏ ਉੱਚ ਵਿੱਚ। ਉੱਥੇ ਇੱਕ ਬੁੱਢੀ ਇਸਤਰੀ ਸੀ ਜਿਹਨੂੰ ਸ਼ਰਧਾ ਸੀ ਸੱਚੇ ਪ੍ਰਮਾਤਮਾ ਦੇ ਨਾਲ। ਸਤਿਗੁਰਾਂ ਨੇ ਉਹਨਾਂ ਦੇ ਘਰ ਜਾ ਕੇ ਡੇਰਾ ਕੀਤਾ, ਉਹਨਾਂ ਦੇ ਘਰ ਜਾ ਕੇ ਰਹੇ। ਚੌਪੇ ਅੰਤਰਜਾਮੀ ਸਭ ਵਿਦ ਜਾਨੀ। ਦੇਖੋ ਗੁਰੂ ਨਾਨਕ ਸਾਹਿਬ ਜੀ ਅੰਤਰਜਾਮੀ ਨੇ, ਸਭ ਕੁਝ ਜਾਣਨ ਵਾਲੇ ਨੇ, ਸਭ ਕੁਝ ਜਾਣਦਿਆਂ ਹੋਇਆਂ ਵੀ ਫਿਰ ਵੀ ਤੇ ਸੋ ਬੋਲੇ ਅਸਬਾਨੀ। ਉਸ ਵੇਲੇ ਉਹ ਇਸਤਰੀ ਨੂੰ, ਉਹ ਬੁੱਢੀ ਇਸਤਰੀ ਨੂੰ ਪੁੱਛਦੇ ਹਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ, ਪੁਰ ਕੇ ਬਿਖੈ ਹੋਤ ਕਸ ਸੋਰਾ। ਕਹਿਣ ਲੱਗੇ ਹੇ ਜਿਹੜੇ ਹਨ ਮਾਤਾ, ਇੱਕ ਪੁਰ ਦੇ ਵਿੱਚ ਕਿਉਂ ਇੰਨਾ ਭੀੜ ਲੱਗੀ ਹੋਈ ਹੈ, ਕਿਉਂ ਇੰਨੇ ਲੋਕਾਂ ਦਾ ਜਿਹੜਾ ਹੈ ਰੌਲਾ ਪੈ ਰਿਹਾ ਹੈ, ਇਹ ਕੀ ਹੋ ਰਿਹਾ ਪਿੰਡ ਦੇ ਵਿੱਚ? ਵਰਿੰਦ ਮਨੁਜ ਹੋਏ ਇੱਕ ਠੌਰਾ। ਇੰਨੇ ਲੋਕ ਇਕੱਠੇ ਹੋ ਗਏ, ਉੱਚ ਦੇ ਸਾਰੇ ਲੋਕ, ਆਲੇ ਦੁਆਲੇ ਦੇ ਨਗਰਾਂ ਦੇ ਲੋਕ ਸਾਰੇ ਇੱਕ ਪਾਸੇ ਇਕੱਠੇ ਹੋਏ ਪਏ ਨੇ। ਇੱਥੇ ਕੀ ਇਹਨਾਂ ਨੇ ਮੇਲਾ ਲਾਇਆ ਹੋਇਆ ਹੈ? ਕਹੈ ਤਿਐ ਇੱਕ ਰਹਿ ਫਕੀਰਾ। ਉਸ ਵੇਲੇ ਉਸ ਬਿਰਧ ਇਸਤਰੀ ਨੇ ਇਹ ਦੱਸਿਆ, ਕਹਿੰਦੇ ਦੇਖੋ ਇੱਥੇ ਸਾਡਾ ਇੱਕ ਫਕੀਰ ਰਹਿੰਦਾ ਹੈ, ਇਹ ਦਰ ਮਾਨਵ ਕੀ ਬਹੁ ਭੀੜ। ਉਹਦੇ ਦਰ ਤੇ ਬੜੀ ਭੀੜ ਹੁੰਦੀ ਹੈ। ਅੱਜ ਆਨੰਦ ਅਧਿਕ ਤੇ ਧਾਮੋ। ਹਾਂ, ਅੱਜ ਦੂਜ ਦੇ ਚੰਦ ਨੂੰ ਤਾਂ ਖਾਸ ਤਿਉਹਾਰ ਹੈ, ਇਹ ਤਾਂ ਜਿਹੜਾ ਖਾਸ ਸੈਲੀਬ੍ਰੇਸ਼ਨ ਹੈ ਅੱਜ, ਇਸ ਕਰਕੇ ਬਹੁਤ ਸਾਰੀ ਭੀੜ ਉਹਦੇ ਘਰ ਵਿੱਚ ਹੋਈ ਪਈ ਹੈ। ਸੋ ਸੁਹਾਗਣ ਜਿਸ ਕੋ ਨਾਮੋ। ਕਹਿਣਗੇ ਉਹਦਾ ਨਾਂ ਸ਼ਾਹੋ ਸੁਹਾਗਣ ਹੈ। ਸ੍ਰੀ ਨਾਨਕ ਸੁਣ ਕੇ ਮੁਸਕਾਨੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਸ਼ਾਹੋ ਸੁਹਾਗਣ ਸੁਣ ਕੇ ਮਹਾਰਾਜ ਜੀ ਹੱਸਣ ਲੱਗ ਪਏ। ਥੋੜੇ ਚਿਰ ਹੱਸੇ ਸਤਿਗੁਰੂ ਜੀ। ਕਹੈ ਚਲੋ ਦੇਖੈ ਮਰਦਾਨੇ। ਤੇ ਉਸ ਵੇਲੇ ਮਰਦਾਨੇ ਵੱਲ ਦੇਖ ਕੇ ਕਹਿੰਦੇ ਗੁਰੂ ਨਾਨਕ ਸਾਹਿਬ ਜੀ, ਚੱਲ ਮਰਦਾਨਿਆਂ ਜਾ ਕੇ ਦੇਖ ਕੇ ਤੇ ਆਈਏ ਕਿਹੜਾ ਸ਼ਾਹੋ ਸੁਹਾਗਣ ਆ ਇਹ। ਹਮਕੋ ਸੰਗ ਲੀਨ ਜਗ ਸਾਈਂ। ਉਸ ਵੇਲੇ ਭਾਈ ਮਰਦਾਨਾ ਕਹਿੰਦਾ ਮੈਨੂੰ ਵੀ ਨਾਲ ਲੈ ਲਿਆ। ਮਹਾਰਾਜ ਨੇ ਵੀ ਚੱਲ ਬਾਲਿਆ ਤੂੰ ਕਿਉਂ ਬੈਠਾ ਹੈ ਤੇ ਚੱਲ ਤੈਨੂੰ ਵੀ ਤਮਾਸ਼ਾ ਦਿਖਾਈਏ। ਪਹੁੰਚਤ ਭਏ ਜਾਏ ਤੇ ਥਾਈ। ਉਸ ਵੇਲੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਪਹੁੰਚ ਗਏ ਜੀ ਉਸ ਸ਼ਾਹੋ ਸੁਹਾਗਣ ਦੇ ਡੇਰੇ ਤੇ। ਦੋਹਰਾ ਦਰ ਆਗਿਆ ਹੋਇਆ ਠੰਡ ਤਬ ਦੇਖੀ ਭੀੜ ਅਪਾਰ। ਮਹਾਰਾਜ ਉੱਥੇ ਜਾ ਕੇ ਆਬਜ਼ਰਵ ਕਰਦੇ ਹਨ ਕਿੰਨੀ ਭੀੜ ਆ, ਲੋਕ ਭੱਜੇ ਫਿਰਦੇ, ਮਠਿਆਈਆਂ ਦੇ ਥਾਲ ਭਰੇ, ਇੱਕ ਦਿਨ ਧੱਕੇ ਵੱਜ ਰਹੇ ਹਨ, ਕਿਸੇ ਦੀ ਮਠਿਆਈ ਡਿੱਗਦੀ ਆ ਉਹ ਲੜਦੇ ਨੇ ਵੀ ਮੇਰੀ ਮਠਿਆਈ ਤੂੰ ਡਿੱਗਤੀ, ਆ ਹੋ ਗਿਆ, ਬੜਾ ਰੌਲਾ ਪਿਆ ਹੋਇਆ ਉੱਥੇ, ਲੋਕਾਂ ਦਾ ਜਿਹੜਾ ਖੜਕਾ ਦੜਕਾ ਬੜਾ ਹੋ ਰਿਹਾ ਹੈ। ਤੇ ਮਹਾਰਾਜ ਜੀ ਉਸ ਦਰ ਦੇ ਸਾਹਮਣੇ ਖੜ ਕੇ ਦੇਖਦੇ ਹਨ ਵੀ ਕੀ ਹੋ ਰਿਹਾ ਇੱਥੇ। ਅੰਤਰ ਪ੍ਰਵੇਸ਼ੈ ਕੋ ਨਹੀਂ ਕਰੈ ਤਹਾ ਨਮਸਕਾਰ। ਤੇ ਮਹਾਰਾਜ ਨੇ ਇਹ ਵੀ ਦੇਖਿਆ ਉਹ ਦਰਵਾਜ਼ਾ ਜਿੱਥੇ ਸ਼ਾਹੋ ਸੁਹਾਗਣ ਅੰਦਰ ਬੈਠਾ ਹੈ, ਉਹ ਦਰਵਾਜ਼ੇ ਦੇ ਅੰਦਰ ਦੀ ਕਿਸੇ ਨੂੰ ਨਹੀਂ ਉਲੰਘਣ ਦਿੰਦੇ, ਕਿਸੇ ਨੂੰ ਨਹੀਂ ਜਾਣ ਦਿੰਦੇ, ਦਰਵਾਜ਼ਾ ਬੰਦ ਹੈ ਤੇ ਲੋਕ ਬਾਹਰੋਂ ਹੀ ਮੱਥਾ ਟੇਕਦੇ ਹਨ। ਚੌਪੇ ਅੰਤਰ ਜਾਣ ਲਗੇ ਸ੍ਰੀ ਪ੍ਰਭ ਜਬ। ਉਸ ਵੇਲੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਉਹ ਕਮਰੇ ਦੇ ਅੰਦਰ ਜਾਣ ਲੱਗੇ ਜਿੱਥੇ ਸ਼ਾਹੋ ਸੁਹਾਗਣ ਬੈਠਾ ਸੀ ਲੁਕ ਕੇ। ਜੇ ਦਰਵਾਨ ਕਹੇ ਬਚ ਤਿਨ ਤਬ। ਉਸ ਵੇਲੇ ਉਹ ਗਾਰਡ ਖੜੇ ਸਨ ਮੂਹਰੇ, ਕਿੰਨੇ ਗਾਰਡ ਖੜਾਏ ਹੋਏ ਸਨ ਤੇ ਉਹਨਾਂ ਨੇ ਕਿਹਾ ਅੰਤਰ ਹੁਕਮ ਜਾਣ ਕੋ ਨਾਹੀ। ਦੇਖੋ ਕਹਿੰਦੇ ਗੁਰੂ ਨਾਨਕ ਸਾਹਿਬ ਜੀ ਨੂੰ ਰੋਕ ਦਿੱਤਾ ਜੀ, ਭਾਈ ਮਰਦਾਨਾ, ਭਾਈ ਬਾਲੇ ਨੂੰ, ਮੂਲਾ ਖੱਤਰੀ ਵੀ ਨਾਲ ਹੈ। ਮਹਾਰਾਜ ਨੂੰ ਅੰਦਰ ਜਾਣ ਤੋਂ ਰੋਕ ਦਿੱਤਾ, ਕਹਿੰਦੇ ਜਾਣ ਕੋ ਨਹੀਂ, ਕਹਿਣਗੇ ਤੁਹਾਨੂੰ ਜਾਣ ਨਹੀਂ ਦੇਣਾ, ਅੰਦਰ ਜਾਣ ਦਾ ਕਿਸੇ ਨੂੰ ਹੁਕਮ ਨਹੀਂ। ਦਰਪੁਰ ਜਾਰਤ ਕਰ ਮਰ ਜਾਹੀ। ਕਹਿਣਗੇ ਦੇਖੋ ਤੁਸੀਂ ਇੱਥੇ ਆਏ ਹੋ, ਇੱਥੇ ਮੱਥਾ ਟੇਕ ਕੇ ਇੱਥੇ ਮੁੜ ਜਾਓ,
ਦੇਖੋ ਜਿਹੜੇ ਸ਼ਾਹ ਸੁਹਾਗਣ ਝੂਠ ਬੋਲਦਾ ਸੀ ਨਾ ਮੇਰੇ ਕੋਲ ਰੱਬ ਆਉਂਦਾ ਹੈ, ਉਹ ਰੱਬ ਤਾਂ ਦਰਵਾਜ਼ੇ ਤੇ ਖੜਾ, ਉਹਨੂੰ ਤਾਂ ਵੜਨ ਨਹੀਂ ਦਿੱਤਾ ਅੰਦਰ, ਉਹ ਤਾਂ ਦਰਵਾਜ਼ੇ ਤੇ ਖੜਾਤਾ ਗੁਰੂ ਨਾਨਕ ਸਾਹਿਬ ਜੀ ਨੂੰ, ਤੇ ਕਹਿੰਦੇ ਹੁਕਮ ਨਹੀਂ ਅੰਦਰ ਜਾਣ ਦਾ। ਤੇ ਉਸ ਵੇਲੇ ਦਰ ਤੋਂ ਜਿਹੜਾ ਹੈ ਮੋੜ ਦਿੱਤੇ ਜੀ, ਜਿਹੜਾ ਹੈ ਉਹਨਾਂ ਨੇ ਧੱਕਾ ਵੀ ਥੋੜਾ ਜਿਹਾ ਮਾਰਿਆ, ਪਾਸੇ ਜੇ ਕਰਤਾ ਵੀ ਪਾਸੇ ਹੋ ਜੋ। ਗੁਰੂ ਕਹੈ ਤਿਹ ਕੋ ਸੁਧ ਦੀਜੈ। ਕਿ ਮਹਾਰਾਜ ਨੇ ਕਿਹਾ ਚਲੋ ਅਸੀਂ ਆ ਗਏ ਹਾਂ, ਤੁਸੀਂ ਜਾ ਕੇ ਥੋੜੇ ਜਿਹੜਾ ਸ਼ਾਹ ਸੁਹਾਗਣ ਉਹਨੂੰ ਦੱਸ ਦਿਓ ਵੀ ਅਸੀਂ ਆਏ ਹਾਂ। ਦਰ ਠਾਂਡੇ ਦਰਵੇਸ਼ ਲਖੀਜੈ। ਹਾਂ, ਉਹਨਾਂ ਨੂੰ ਇਹ ਦੱਸ ਦਿਓ ਤੇਰੇ ਦਰਵਾਜ਼ੇ ਤੇ ਦਰਵੇਸ਼ ਪਰਮਾਤਮਾ ਦੇ ਸੰਤ ਖੜੇ ਨੇ, ਉਹ ਦਰਵੇਸ਼ ਖੜੇ ਨੇ ਤੇਰੇ ਦਰ ਤੇ, ਤੈਨੂੰ ਮਿਲਣਾ ਚਾਹੁੰਦੇ ਹਨ। ਤੁਮ ਦਰਸ਼ਨ ਕੀ ਹੈ ਚਿਤ ਚਾਹੀ। ਹਾਂ, ਵੀ ਉਹਨਾਂ ਨੂੰ ਤੁਹਾਡੇ ਦਰਸ਼ਨ ਦੀ ਜਿਹੜੀ ਹੈ ਇੱਛਾ ਹੈ, ਤੁਸੀਂ ਉਹਨਾਂ ਨੂੰ ਦਰਸ਼ਨ ਦੇ ਦਿਓ, ਜਾ ਕੇ ਸ਼ਾਹ ਸੁਹਾਗਣ ਨੂੰ ਐਸਾ ਅੰਦਰ ਦੱਸ ਦਿਓ। ਆਇਸ ਹੋਏ ਤਾਂ ਆਵਹਿ ਪਾਹੀ। ਵੀ ਜੇ ਆਗਿਆ ਹੋਵੇ ਤਾਂ ਅਸੀਂ ਅੰਦਰ ਜਾ ਕੇ ਉਹਨਾਂ ਦੇ ਦਰਸ਼ਨ ਤਾਂ ਕਰ ਲਈਏ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਠਾਂਡੇ ਹੋਏ ਦੂਰ ਦਰਵਾਨਾ। ਸੋ ਠੰਡੇ ਹੋਏ ਕਹਿਣਗੇ ਖੜੇ ਹਨ ਉਹ ਸਾਰੇ ਜਿਹੜੇ ਦਰਵਾਨ ਜਿਹੜੇ ਹਨ, ਉਹਨਾਂ ਦੇ ਜਿਹੜੇ ਹਨ ਗੱਠ ਜਿਹੜੇ ਖੜੇ ਹਨ ਦੂਰ ਦੂਰ ਹੋ ਕੇ। ਜਾਏ ਤਾਹੇ ਸੋ ਬਚਨ ਬਖਾਨਾ। ਉਹਨਾਂ ਨੇ ਅੰਦਰ ਜਾ ਕੇ ਦੂਰ ਤੋਂ ਹੀ ਪੁੱਛਿਆ ਸ਼ਾਹ ਸੁਹਾਗਣ ਨੂੰ, ਦਰ ਦਰਵੇਸ਼ ਤੁਮਾਰੇ ਆਏ। ਕਹਿਣਗੇ ਦੇਖ ਦਰ ਤੇ ਦਰਵੇਸ਼ ਆਏ ਹਨ ਤੇਰੇ ਦਰ ਤੇ, ਤੇਰੇ ਦਰਵਾਜ਼ੇ ਤੇ। ਮਿਲਣ ਚਾਹੇ ਰਾਵਰ ਅਧਿਕਾਏ। ਉਹ ਉਹਨਾਂ ਨੂੰ ਤੁਹਾਨੂੰ ਮਿਲਣ ਦੀ ਬੜੀ ਇੱਛਾ ਹੈ, ਤੁਹਾਨੂੰ ਮਿਲਣਾ ਚਾਹੁੰਦੇ ਨੇ ਉਹ ਸਾਰੇ। ਜੋ ਅਬ ਆਇਸ ਹੋਏ ਤੁਮਾਰੀ। ਦੇਖੋ ਉਹ ਗੱਠ ਪੁੱਛਦਾ ਸ਼ਾਹ ਸੁਹਾਗਣ ਨੂੰ, ਜੇ ਤੇਰੀ ਆਗਿਆ ਹੋਵੇ ਤਾਂ ਮੈਂ ਉਹਨਾਂ ਨੂੰ ਅੰਦਰ ਲਿਆਵਾਂ ਕਿ ਨਾ। ਕਰ ਹੈ ਜਾਰਤ ਆਏ ਅਗਾਰੇ। ਉਹ ਜਾਰਤ ਉਹ ਤੁਹਾਡੇ ਦਰਸ਼ਨ ਕਰਨ ਵਾਸਤੇ ਆਏ ਹਨ, ਤੁਹਾਡੇ ਜਿਹੜੇ ਹਨ ਉਹ ਜਿਹੜਾ ਜਾਰਤ ਇਸ ਤਰ੍ਹਾਂ ਦੀ ਯਾਤਰਾ ਜਾਂ ਇਸ ਤਰ੍ਹਾਂ ਦੀ ਯਾਤਰੀ ਜਾਂ ਤੁਹਾਡੇ ਦਰਸ਼ਨਾਂ ਦੀ ਜਾਚਨਾ ਕਰਨ ਵਾਸਤੇ ਆਏ ਹਨ। ਉੱਤਰ ਦੀਨ ਪਖੰਡੀ ਗਾਢੇ। ਦੇਖੋ ਇਹ ਸ਼ਾਹ ਸੁਹਾਗਣ ਪਖੰਡੀ ਸੀਗਾ ਜੀ, ਬਹੁਤ ਜਿਹੜਾ ਹਨ ਤਕੜਾ ਡੰਬੀ ਸੀਗਾ। ਪਖੰਡੀ ਵੀ ਕਈ ਤਰ੍ਹਾਂ ਦੇ ਨੇ ਜੀ, ਇੱਕ ਤਾਂ ਹੁੰਦੇ ਨੇ ਪਖੰਡੀ ਜਿਹੜੇ ਪਕੜੇ ਜਾਂਦੇ ਨੇ, ਇਹ ਪੱਕੇ ਪਖੰਡੀ ਹੁੰਦੇ ਨੇ। ਸੋ ਇਹ ਬੜਾ ਤਕੜਾ ਦੰਬੀ ਸੀਗਾ, ਬੜਾ ਕੁਝ ਜਾਣਦਾ ਸੀ ਜੀ। ਸੋ ਇਹਨੇ ਕੀ ਕਿਹਾ, ਵਰਜੋ ਦਰ ਪਰ ਰੱਖੋ ਠਾਂਡੇ। ਕਹਿੰਦੇ ਦੇਖੋ ਉਹਨਾਂ ਨੂੰ ਦਰਵਾਜ਼ੇ ਤੇ ਖੜਾਓ, ਅੰਦਰ ਨਹੀਂ ਆਉਣ ਦੇਣਾ ਉਹਨਾਂ ਨੂੰ, ਬਿਲਕੁਲ ਨਹੀਂ ਅੰਦਰ ਆਉਣ ਦੇਣਾ, ਦਰਵਾਜ਼ੇ ਤੇ ਖੜੇ ਰਹਿਣ ਦਿਓ। ਅੱਜ ਹੋਤ ਮੁਝ ਸਹ ਕੋ ਦਰਸ਼ਨ। ਕਹਿਣ ਲੱਗੇ ਦੇਖੋ ਅੱਜ ਤਾਂ ਮੇਰੇ ਕੋਲ ਪਰਮਾਤਮਾ ਨੇ ਆਉਣਾ ਹੈ, ਮੇਰੇ ਕੋਲ ਰੱਬ ਆ ਰਿਹਾ ਹੈ, ਤੇ ਉਹ ਜਿਹੜਾ ਹੈ ਸ਼ਾਹੂ ਕੋ ਦਰਸ਼ਨ, ਅੱਜ ਤਾਂ ਮੈਂ ਆਪਣੇ ਪਰਮਾਤਮਾ ਦੇ ਦਰਸ਼ਨ ਕਰਨੇ ਹਨ। ਨਹਿ ਅਵਲੋਕਾਂ ਕਿਸ ਇੱਕ ਤਿਸ ਬਿਨ। ਹਾਂ, ਕਹਿਣ ਲੱਗੇ ਅੱਜ ਮੈਂ ਕਿਸੇ ਨੂੰ ਨਹੀਂ ਦੇਖਣਾ, ਮੈਂ ਸਿਰਫ ਰੱਬ ਨੂੰ ਹੀ ਦੇਖਣਾ ਹੈ। ਸ਼ਾਹ ਸੁਹਾਗਣ ਕਹਿੰਦਾ ਮੈਂ ਹੋਰ ਕਿਸੇ ਨੂੰ ਨਹੀਂ ਦੇਖਾਂਗਾ ਅਦਰ ਦੈਨ ਗੋਡ, ਮੈਂ ਸਿਰਫ ਪਰਮਾਤਮਾ ਨੂੰ ਹੀ ਦੇਖਣਾ ਹੈ। ਸੁਨ ਦਰਬਾਨ ਸੋ ਆਏ ਬਖਾਨੀ। ਉਹ ਦਰਬਾਨ ਵੀ ਬੜੇ ਸੀਰੀਅਸ ਜੇ ਹੋ ਕੇ ਬਾਹਰ ਆਏ ਤੇ ਆ ਕੇ ਕੀ ਕਿਹਾ, ਬਿਗਸੇ ਪ੍ਰਭ ਤਬ ਦੰਬਨ ਹਾਨੀ। ਤੇ ਮਹਾਰਾਜ ਬਿਗਸੇ ਪ੍ਰਭ, ਮਹਾਰਾਜ ਹੱਸੀ ਜਾਂਦੇ ਨੇ ਉਹਦੇ ਵੱਲ ਦੇਖ ਕੇ, ਉਹਦੇ ਤਮਾਸ਼ੇ ਵੱਲ ਦੇਖ ਕੇ ਸਤਿਗੁਰੂ ਜੀ ਹੱਸਦੇ ਨੇ ਵੀ ਦੇਖੋ ਕਿੰਨਾ ਪਖੰਡ ਕਰ ਰਿਹਾ ਹੈ। ਵਾਧੂ ਦਾ ਪਖੰਡ ਹੈ ਨਾ, ਝੂਠਾ ਜਿਹਾ ਪਖੰਡ, ਜਿਵੇਂ ਕੋਈ ਜਿਹੜਾ ਹੈ ਨਾ ਪਖੰਡੀ ਦਾ ਜੋ ਪਤਾ ਲੱਗ ਜਾ ਫਿਰ ਆਪਣਾ ਹਾਸਾ ਹੀ ਆਉਂਦਾ ਨਾ ਦੇਖ ਕੇ ਵੀ ਇਹ ਕਰਦਾ ਕੀ ਹੈ। ਕਛੂ ਨਾ ਇਹਾ ਚਲੋ ਮਰਦਾਨਾ। ਮਹਾਰਾਜ ਨੂੰ ਜਦੋਂ ਦੱਸਿਆ ਵੀ ਤੁਸੀਂ ਨਹੀਂ ਅੰਦਰ ਜਾ ਸਕਦੇ ਤਾਂ ਸਤਿਗੁਰੂ ਜੀ ਨੇ ਹੱਸਦਿਆਂ ਹੋਇਆਂ ਤਾਂ ਉਸ ਵੇਲੇ ਭਾਈ ਮਰਦਾਨੇ ਨੂੰ ਕਿਹਾ, ਮਰਦਾਨਿਆ ਇੱਥੇ ਕੁਛ ਨਹੀਂ ਹੈਗਾ, ਚੱਲ ਆਪਾਂ ਵਾਪਸ ਚੱਲੀਏ। ਗੁਰੂ ਨਾਨਕ ਸਾਹਿਬ ਜੀ ਨੇ ਐਸਾ ਕਿਹਾ। ਕੂਰ ਅਡੰਬਰ ਸਭ ਪਹਿਚਾਨਾ। ਕਹਿਣ ਲੱਗੇ ਕੂਰ ਇਹ ਝੂਠਾ ਜਿਹੜਾ ਬਣਾਊ, ਜਿਹੜਾ ਇਹਨੇ ਇਸ ਜਿਹੜਾ ਹਨ ਰਚਿਆ ਹੋਇਆ ਹੈ, ਇਹ ਸਾਰਾ ਜਿਹੜਾ ਅਡੰਬਰ, ਇਹ ਜਿਹੜਾ ਝੂਠਾ ਇਹਨੇ ਬਣਾਇਆ ਹੋਇਆ ਸਾਰੀ ਚੀਜ਼ ਦਾ, ਕਹਿੰਦੇ ਇਹ ਮੈਂ ਪਛਾਣ ਲਿਆ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਮਰਦਾਨੀਆਂ ਚੱਲ, ਇੱਥੇ ਨਹੀਂ ਕੁਝ ਵੀ ਹੈਗਾ। ਹੋਏ ਨਸਤ ਇਨ ਕਪਟ ਜੋ ਕੀਨੋ। ਕਹਿਣ ਲੱਗੇ ਚਲੋ ਹੁਣ ਇਹਦਾ ਸਭ ਕੁਝ ਨਸ਼ਟ ਹੋ ਜਾਣਾ ਹੈ, ਇਹਦਾ ਕੁਝ ਨਹੀਂ ਰਹਿਣਾ, ਅੱਜ ਹੀ ਖਤਮ ਹੋ ਜਾਣਾ ਇਹਦਾ ਸਭ ਕੁਝ, ਜਿਹੜਾ ਕਪਟ ਇਹਨੇ ਝੂਠ ਇਹਨੇ ਜਿਹੜਾ ਲੋਕਾਂ ਨੂੰ ਠੱਗਣ ਵਾਸਤੇ ਜਿਹੜੇ ਤਰੀਕੇ ਬਣਾਏ ਅੱਜ ਹੀ ਖਤਮ ਹੋ ਜਾਣੇ ਨੇ ਸਾਰੇ, ਇਹਦਾ ਕੁਝ ਨਹੀਂ ਰਹੇਗਾ। ਕਹੇ ਇਹੋ ਗਮਨੇ ਪਾਛਾ ਦੀਨੋ। ਮਹਾਰਾਜ ਨੇ ਕੀ ਕੀਤਾ, ਉਸੇ ਵੇਲੇ ਉਹਦੇ ਦਰਵਾਜ਼ੇ ਤੋਂ ਮਹਾਰਾਜ ਨੇ ਪਿੱਠ ਕੀਤੀ, ਬਸ ਮਹਾਰਾਜ ਨੇ ਆਪਣਾ ਮੂੰਹ ਮੋੜਿਆ ਵਾਪਸ ਜਾਣ ਵਾਸਤੇ। ਛਿਨ ਮੇਲੇ ਵਿੱਚ ਵਿਸਾਲਾ। ਕੀ ਹੋਇਆ ਉਸ ਵੇਲੇ ਮੇਲੇ ਦੇ ਵਿੱਚ, ਬਸ ਦੇਖੋ ਨਾ ਗੁਰੂ ਨਾਨਕ ਸਾਹਿਬ ਨੇ ਪਿੱਠ ਕਰਨੀ ਸੀ ਉਹਦੇ ਦਰਵਾਜ਼ੇ ਨੂੰ, ਬਸ ਜਿੱਥੇ ਉਹਦਾ ਦਰਵਾਜ਼ਾ ਸੀ ਨਾ ਮਹਾਰਾਜ ਨੇ ਬਸ ਇੱਕ ਵਾਰੀ ਪਿੱਠ ਕੀਤੀ ਤੇ ਉਸ ਵੇਲੇ ਮੇਲੇ ਵਿੱਚ ਕੀ ਹੋਇਆ, ਭਰੀ ਲੜਾਈ ਮਹਾ ਕਰਾਲਾ। ਕਹਿਣ ਲੱਗੇ ਉੱਥੇ ਲੜਾਈ ਪੈ ਗਈ ਜੀ ਮੇਲੇ ਵਿੱਚ, ਲੋਕ ਆਪਸ ਵਿੱਚ ਲੜਨਾ ਸ਼ੁਰੂ ਕਰ ਦਿੱਤਾ। ਚਮਦਿਸ ਮਹਿ ਚਮਕਹਿ ਸਮਸੇਰਾ। ਦੇਖੋ ਚੌਂ ਪਾਸਿਆਂ ਤੇ ਜਿਹੜੀਆਂ ਹਨ ਤਲਵਾਰਾਂ ਚਮਕਣ ਲੱਗ ਗਈਆਂ, ਲੋਕ ਇੱਕ ਦੂਜੇ ਨੂੰ ਵੱਢ ਵਢਾਈ ਕਰਨ ਲੱਗੇ, ਏਡੀ ਵੱਡੀ ਲੜਾਈ ਪੈ ਗਈ ਜੀ ਉਹ ਮੇਲੇ ਵਿੱਚ। ਧਰ ਪਰ ਸਰੋਣਤ ਗਿਰੇ ਕਨੇਰਾ। ਦੇਖੋ ਉਹ ਧਰਤੀ ਜਿਹੜੀ ਸੀਗੀ ਲਾਲ ਹੋਣ ਲੱਗੀ, ਲੋਕਾਂ ਦਾ ਲਹੂ ਜਿਹੜਾ ਹੈ ਉਹ ਧਰਤੀ ਨੂੰ ਲਾਲ ਕਰਨ ਲੱਗਿਆ, ਵੱਡੀ ਲੜਾਈ ਪੈ ਗਈ ਜੀ ਮੇਲੇ ਵਿੱਚ। ਕੱਟੇ ਕਿਤਕ ਹੋਏ ਮਿਰਤਕ ਪਰ ਹੀ। ਕਈ ਕੱਟੇ ਗਏ, ਕਈ ਮਰ ਗਏ ਜੀ, ਉੱਥੇ ਮਾਰ ਦਿੱਤੇ। ਕਿਤਕ ਘਾਇਲ ਘੂਮਤ ਫਿਰ ਹੀ। ਕਈ ਜਿਹੜੇ ਹਨ ਜ਼ਖਮੀ ਹੋ ਕੇ ਸੁਰਤ ਗਵਾ ਕੇ ਉੱਥੇ ਘੁੰਮਦੇ ਫਿਰਦੇ ਸਨ। ਬਹਰੋ ਲੂਟ ਪਰੀ ਤੇ ਥਾਈ। ਫੇਰ ਕੀ ਹੋਇਆ ਜੀ, ਜਦੋਂ ਐਸੀ ਲੜਾਈ ਪੈ ਗਈ, ਖੂਨ ਖਰਾਬਾ ਹੋ ਗਿਆ, ਉੱਥੇ ਲੁੱਟ ਮਾਰ ਪੈ ਗਈ ਜੀ।
ਲੋਕੀ ਲੁੱਟਣਾ ਲੋਕਾਂ ਨੇ ਸ਼ੁਰੂ ਕਰ ਦਿੱਤਾ ਉਸ ਵੇਲੇ। ਭਲੇ ਖਸੁੱਟ ਹੈ ਵਸਤ ਪਰਾਈ। ਬਲੀ ਜਿਹੜੇ ਤਕੜੇ ਸਨ ਉਹ ਚੀਜ਼ਾਂ ਖੋ ਖੋ ਕੇ ਲਈ ਜਾਣ, ਜਿਹੜੀਆਂ ਵੀ ਲੋਕੀ ਚੜਾਵਾ ਚੜਾਉਂਦੇ ਸੀ ਸਾਰੀਆਂ ਚੱਕ ਕੇ ਲੈ ਗਏ, ਜਿੱਥੇ ਲੁੱਟਮਾਰ ਬੜੀ ਹੋਈ। ਜਹ ਦੰਬੀ ਕੋ ਸਦਨ ਸੁਹਾਵਨ। ਜਿੱਥੇ ਉਹ ਪਖੰਡੀ ਦਾ ਘਰ ਸੀ ਨਾ, ਦਰਵਾਜ਼ਾ ਜਿਹਨੂੰ ਨਹੀਂ ਵੜਨ ਦਿੰਦੇ ਸੀ, ਦਰਵਾਜ਼ਾ ਬੰਦ ਕਰਕੇ ਰੱਖਿਆ ਸੀ, ਗਾਟ ਮੂਰੇ ਖੜਾਏ ਸੀਗੇ। ਨਰ ਪਹੁੰਚੇ ਤਹ ਵਸਤ ਲਿਆਵਨ। ਲੋਕਾਂ ਨੇ ਕੀ ਕੀਤਾ, ਬਾਕੀ ਲੁੱਟਮਾਰ ਕਰਕੇ ਇੱਕ ਗਰੁੱਪ ਲੈ ਕੇ ਲੋਕੀ ਵੱਡੇ ਗਰੁੱਪ ਦੇ ਵਿੱਚ ਉਹਦੇ ਘਰ ਚਲੇ ਗਏ। ਘਰ ਜਾ ਕੇ ਉਹਨਾਂ ਦਾ ਘਰ, ਉਹਨਾਂ ਦਾ ਕਮਰਾ ਜਿੱਥੇ ਸ਼ਾਹ ਸੁਹਾਗਣ ਬੈਠਾ ਸੀ, ਉਹ ਲੁੱਟਣ ਵਾਸਤੇ ਗਏ। ਸਰਬ ਸਮਾਜ ਹੁਤੋ ਤਿਸ ਕੇਰਾ। ਕਿਉਂਕਿ ਸਾਰਾ ਸਮਾਜ ਉਹਦੇ ਕਮਰੇ ਵਿੱਚ ਹੀ ਤਾਂ ਪਿਆ ਸੀ ਨਾ, ਸਭ ਤੋਂ ਵੱਡਮੁੱਲੀਆਂ ਚੀਜ਼ਾਂ ਤਾਂ ਉਹਦੇ ਕਮਰੇ 'ਚ ਪਈਆਂ ਸਨ। ਉਹ ਲੁੱਟਣ ਵਾਸਤੇ ਲੋਕ ਪਹੁੰਚ ਗਏ ਜੀ ਉੱਥੇ। ਲੂਟ ਲੀਨ ਤਬ ਹੀ ਬਿਨ ਦੇਰਾ। ਦੇਖੋ ਬਿਨਾਂ ਦੇਰ ਤੋਂ ਉਹਦਾ ਕਮਰਾ ਭੰਨ ਭੁੰਨ ਕੇ ਜਿਹੜਾ ਹਨ ਚੱਕਣ ਲੱਗੇ ਜੀ ਸਮਾਨ ਸਾਰਾ। ਧੱਕਤ ਧਸੇ ਨਰ ਪੌਰ ਅੰਧਾਰੀ। ਦੇਖੋ ਧੱਕਾ ਮਾਰਦੇ ਹੋਏ ਦਰਵਾਜ਼ੇ ਨੂੰ ਅੰਦਰੋਂ ਜਿਹੜੇ ਹਨ ਉਹਨਾਂ ਨੇ ਕੀ ਕੀਤਾ, ਜਾ ਧਸੇ, ਜਾ ਵੜੇ ਉਸ ਕਮਰੇ ਦੇ ਵਿੱਚ, ਧੱਕ ਧੁੱਕ ਕੇ ਦਰਵਾਜ਼ਾ ਤੋੜ ਦਿੱਤਾ ਤੇ ਅੰਦਰ ਸਾਰੇ ਧਸ ਗਏ, ਵੜ ਗਏ ਅੰਦਰ। ਮੰਚ ਪਰ ਬਾਲਾ ਇੱਕ ਸੁੰਦਾਰੀ। ਦੇਖੋ ਉਹ ਸ਼ਾਹ ਸੁਹਾਗਣ ਜਿਹੜਾ ਕਹਿੰਦਾ ਸੀ ਨਾ ਮੈਂ ਰੱਬ ਨੂੰ ਡੀਕਦਾ, ਅੱਜ ਰੱਬ ਮੇਰੇ ਕੋਲ ਆਊਗਾ, ਤੇ ਲੜਕੀਆਂ ਵਾਲੇ ਕੱਪੜੇ ਪਾਈ ਬੈਠਾ ਸੀਗਾ। ਲੋਕਾਂ ਨੇ ਜਦੋਂ ਅੰਦਰ ਜਾ ਕੇ ਦੇਖਿਆ, ਉਹਦਾ ਕਮਰਾ ਭੰਨਿਆ, ਤਾਂ ਅੰਦਰੋਂ ਕੀ ਦੇਖਦਾ, ਇੱਕ ਲੜਕੀ ਦੇ ਨਾਲ ਮਿੰਜੇ ਤੇ ਵਿਭਚਾਰ ਕਰ ਰਿਹਾ ਸੀਗਾ। ਐਡਾ ਗੰਦਾ ਬੰਦਾ ਸੀ। ਅੰਦਰ ਜਿਹੜਾ ਇੱਕ ਲੜਕੀ ਨੂੰ ਪੜਾਈ ਬੈਠਾ ਸੀਗਾ, ਆਪ ਕਹਿੰਦਾ ਸੀ ਮੈਂ ਰੱਬ ਨੂੰ ਡੀਕਦਾ, ਸ਼ਾਹ ਸੁਹਾਗਣ ਹਾਂ ਮੈਂ, ਤੇ ਆਪ ਇੱਕ ਲੜਕੀ ਦੇ ਨਾਲ ਅੰਦਰ ਵਿਭਚਾਰ ਕਰਦਾ ਪਕੜਿਆ ਗਿਆ ਜੀ, ਰੇਡ ਹੈਂਡਡ। 60 ਤੇ ਸਾਥ ਕੇਲ ਕਰ ਐਸੇ। 60 ਤੇ ਸਾਥ ਕਹਿਣ ਲੱਗੇ, ਦੇਖੋ ਉਹਨੇ ਐਸਾ ਖੇਲ ਜਿਹਦਾ ਖੇਡਿਆ ਲੋਕਾਂ ਦੇ ਨਾਲ, ਜਿਹੜਾ ਝੂਠ ਤੂਫਾਨ ਉਹ ਬੋਲਦਾ ਸੀ ਲੋਕਾਂ ਨੂੰ ਠੱਗਣ ਵਾਸਤੇ, ਇਹ ਮੂਰਖ ਅੱਜ ਰੇਡ ਹੈਂਡਡ ਹੀ ਪਕੜਿਆ ਗਿਆ। ਬਹੁ ਕਾਮੀ ਨਰ ਕਰਤ ਸੋ ਜੈਸੇ। ਜਿਹੜਾ ਬਹੁ ਕਾਮੀ, ਕਹਿੰਦਾ ਬੜਾ ਕਾਮੀ ਬੰਦਾ ਲੋਕਾਂ ਨੇ ਦੇਖ ਲਿਆ, ਇਹ ਤਾਂ ਕਾਮ ਲਸਤ ਦੇ ਵਿੱਚ ਗਲਤਾਨ ਹੋਇਆ ਬੰਦਾ ਜਿਹੜਾ ਹੈ, ਇਹ ਤਾਂ ਬੜਾ ਭੈੜਾ ਬੰਦਾ ਹੈ। ਨਰ ਦੇਖਤ ਤਹ ਕੁਪਿਤ ਬਿਸੇਖਾ। ਲੋਕੀ ਉਹਨੂੰ ਦੇਖ ਕੇ ਕ੍ਰੋਧਵਾਨ ਹੋ ਗਏ, ਅਸੀਂ ਇਹਨੂੰ ਮੱਥਾ ਟੇਕਦੇ ਨਾ, ਦੇਖੋ ਇਹ ਅੰਦਰ ਕੀ ਕੁਕਰਮ ਕਰਦਾ ਹੈ। ਅਸੀਂ ਬਾਹਰੋਂ ਮੱਥਾ ਟੇਕਦੇ, ਮਠਿਆਈਆਂ ਲੈ ਕੇ ਆਉਂਦੇ, ਭੇਟਾ ਲੈ ਕੇ ਆਉਂਦੇ, ਸਾਨੂੰ ਤਾਂ ਇੰਨਾ ਲੁੱਟੀ ਜਾਂਦਾ, ਤੇ ਅੰਦਰ ਦੇਖੋ ਕਰਦਾ ਕੀ ਹੈ ਇਹ। ਲੋਕਾਂ ਨੇ ਦੇਖ ਕੇ ਜਿਹੜਾ ਹੈ ਬੜੇ ਕ੍ਰੋਧਵਾਨ ਹੋਏ, ਗੁੱਸਾ ਚੜਿਆ ਲੋਕਾਂ ਨੂੰ। ਮਾਰੋ ਮਾਰ ਪਾਜ ਇਸ ਭੇਖਾ। ਕੀ ਹੋਇਆ, ਕਹਿੰਦੇ ਇਹ ਝੂਠੇ ਨੂੰ ਭੰਨੋ ਫੜ ਕੇ, ਕੁੱਟੋ ਫੜ ਕੇ, ਹੁਣ ਇਹਨੂੰ ਛੱਡੋ ਕੋਈ ਨਾ, ਇਹਦਾ ਭੇਖ ਜਿਹੜਾ ਧਾਰਨ ਕੀਤਾ ਪਾੜ ਦਿਓ ਸਾਰਾ, ਹੁਣ ਇਹਨੂੰ ਕੱਢੋ ਬਾਹਰ ਹੁਣ। ਮਸਤਕ ਮਾਰ ਗਲੰਥ ਨਿਕਾਰ। ਕੀ ਹੋਇਆ, ਉਹਦੇ ਗਲੇ ਤੋਂ ਫੜ ਕੇ ਲਿਜਾਣਾ, ਪਹਿਲਾਂ ਤਾਂ ਉਹਦੇ ਲਾਠੀਆਂ ਮਾਰੀਆਂ, ਕੁੱਟਿਆ ਫੜ ਕੇ ਉਹਨੂੰ ਚੰਗੀ ਤਰ੍ਹਾਂ, ਲਾਸਾਂ ਪਾਤੀਆਂ ਉਹਦੇ ਸਰੀਰ ਦੇ ਉੱਤੇ, ਨੰਗਾ ਤਾਂ ਪਹਿਲਾਂ ਹੀ ਸੀਗਾ, ਚੰਗੀਆਂ ਲਾਸਾਂ ਪੈ ਗਈਆਂ ਜੀ ਉਹਦੇ, ਲੜਕਣਾ ਮਾਰ ਮੂਰ ਕੇ ਉਹਦੀਆਂ ਗਲੇ ਤੋਂ ਫੜ ਕੇ ਉਹਨੂੰ ਬਾਹਰ ਲਿਆਂਦਾ ਸ਼ਾਹ ਸੁਹਾਗਣ ਨੂੰ। ਲੂਟ ਲਿਓ ਕਹਿ ਜਿਤਕ ਪਸਾਰਾ। ਕਹਿਣ ਲੱਗੇ ਹੁਣ ਲੋਕਾਂ ਨੇ ਆਪਸ ਵਿੱਚ ਕਿਹਾ ਚੱਲ ਲੁੱਟ ਲਓ ਹੁਣ ਇਹਦਾ ਸਾਰਾ ਘਰ, ਹੁਣ ਛੱਡਿਓ ਨਾ ਕੁਝ ਵੀ, ਇਹ ਸਾਡਾ ਹੀ ਸਮਾਨ ਆ ਜਿਹੜਾ ਸਾਤੋਂ ਇਹਨੇ ਲੁੱਟਿਆ, ਅੱਜ ਆਪਾਂ ਲੁੱਟ ਕੇ ਲੈ ਜਾਈਏ ਇਹਨੂੰ। ਸਾਰੇ ਲੋਕ ਵੜ ਗਏ ਜੀ ਕਮਰੇ 'ਚ, ਸਭ ਕੁਝ ਉਹਦਾ ਲੁੱਟ ਲਿਆ ਜੀ, ਉਹਦੇ ਘਰ ਦੇ ਫੱਟੇ ਵੀ ਨਾ ਛੱਡੇ ਜੀ, ਉਹਦੇ ਘਰ ਦੀ ਛੱਤ ਵੀ ਨਾ ਛੱਡੀ ਲੋਕਾਂ ਨੇ। ਦੋਹਰਾ ਜੜ ਚੇਤਨ ਜਗ ਈ ਸਕੇ ਕਰੇ ਅਵਗਿਆ ਜਾਹੇ। ਦੇਖੋ ਕਹਿੰਦੇ ਜੜ ਚੇਤਨ ਜਿਹੜਾ ਪਰਮਾਤਮਾ ਆਪ ਹੈ, ਜੜ ਤੇ ਚੇਤਨ, ਅਨਐਨੀਮੇਟਡ ਤੇ ਐਨੀਮੇਟਡ ਜਿਹੜੀ ਹਨ, ਸਾਰੇ ਸੰਸਾਰ ਦਾ ਜਿਹੜਾ ਮਾਲਕ ਹੈ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਆਪ, ਜਿਹਦੀ ਅਵਗਿਆ ਇਹਨੇ ਬੇਇੱਜ਼ਤੀ ਕੀਤੀ ਨਾ, ਦਰਵਾਜ਼ੇ ਤੋਂ ਮੋੜ ਦਿੱਤਾ, ਧੱਕਾ ਵੀ ਥੋੜਾ ਜਿਹਾ ਮਾਰਿਆ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਿਹਨੂੰ ਕਹਿੰਦੇ ਮੈਂ ਅੱਜ ਕਿਸੇ ਨੂੰ ਨਹੀਂ ਮਿਲਣਾ, ਦੇਖੋ ਜਿਹਦੀ ਅਵਗਿਆ ਕੀਤੀ ਪਰਮਾਤਮਾ ਦੀ, ਇਹਨੇ ਸਾਖਸ਼ਾਤ ਪਰਮਾਤਮਾ ਦੀ ਜੋ ਅਵਗਿਆ ਕੀਤੀ। ਹਾਲ ਬੁਰਾ ਤੇ ਹੋਤ ਭਾ ਅਚਰਜ ਮਾਨੋ ਨਾ ਹੈ। ਦੇਖੋ ਹਾਲ ਇਹਦਾ ਬੁਰਾ ਇਸ ਕਰਕੇ ਹੀ ਹੋਇਆ ਕਿਉਂਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਚਨ ਕਰ ਦਿੱਤਾ ਸੀ, ਅੱਜ ਤੋਂ ਇਹਦਾ ਨਸ਼ਟ ਹੋ ਜਾਏਗਾ ਸਭ ਕੁਝ, ਅਚਰਜ ਮਾਨੋ ਨਾ ਹੈ। ਕਹਿੰਦਾ ਐਸੀ ਗੱਲ ਹੈ ਵੀ ਗੁਰੂ ਨਾਨਕ ਦਾ ਬਚਨ ਹੀ ਹੋਇਆ, ਬਸ ਇਹਦਾ ਸਭ ਕੁਝ ਨਸ਼ਟ ਹੋ ਗਿਆ। ਚੌਪੇ ਝੰਡੇ ਕੋ ਨਿਸ਼ਾਨ ਲੈ ਗਇਓ। ਚੰਗੇ ਝੰਡੇ ਜਿਹੜੇ ਲੱਗੇ ਹੋਏ ਸਨ ਉਹ ਵੀ ਲੋਕ ਕੱਢ ਕੇ ਲੈ ਗਏ ਸਾਰੇ। ਕਉ ਚਰਾਵਾ ਲੁੱਟਤ ਭਇਓ। ਕਹਿਣਗੇ ਜਿਹੜਾ ਇਹਨੇ ਚੜਾਵਾ ਲੋਕਾਂ ਤੋਂ ਲੁੱਟਿਆ ਹੋਇਆ ਸੀਗਾ ਉਹ ਸਾਰਾ ਹੀ ਲੋਕੀ ਇਹ ਤੋਂ ਲੁੱਟ ਕੇ ਲੈ ਗਏ। ਦੇਖੋ ਕਿਨਹੂ ਲੀਨ ਪ੍ਰਿਯੰਕਾ। ਦੇਖੋ ਉਹਦਾ ਮਿੰਜਾ ਵੀ ਚੱਕ ਕੇ ਲੈ ਗਏ ਜੀ, ਜਿਹੜੇ ਮਿੰਜੇ ਤੇ ਪਿਆ ਸੀ ਨਾ ਉਹਨੂੰ ਫੜ ਕੇ ਬਾਹਰ ਮਾਰਿਆ, ਲਾਠੀਆਂ ਮਾਰੀਆਂ, ਉਹਦਾ ਮਿੰਜਾ ਵੀ ਚੁੱਕ ਕੇ ਲੈ ਗਏ। ਨਰ ਭਾਜੇ ਮਨ ਮਾਨ ਆਤੰਕਾ। ਕਹਿਣ ਲੱਗੇ ਉਹ ਜਿਹੜੇ ਹਨ ਲੋਕ ਨਰ ਜਿਹੜੇ ਹਨ ਆਦਮੀ ਜਿਹੜੇ ਲੋਕ ਸਾਰੇ ਸਨ ਉੱਥੇ ਭਾਜੇ ਮਾਨ ਆਤੰਕਾ। ਕਹਿਣ ਲੱਗੇ ਮਨ ਵਿੱਚ ਜਿਹੜਾ ਹੈ ਉਹਨਾਂ ਨੇ ਜਿਹੜਾ ਹੈ
ਐਸਾ ਦ੍ਰਿਸ਼ਟ ਦੇਖ ਕੇ ਲੋਕ ਤਾਂ ਭੱਜ ਗਏ, ਪਰ ਲੁੱਟਣ ਵਾਲੇ ਲੁੱਟ ਕੇ ਲੈ ਗਏ ਸਭ ਕੁਝ। ਭੂਖਣ ਬਸਤਰ ਆਦਿਕ ਥੋ ਜੋ, ਜਿੰਨੇ ਵੀ ਭੂਖਣ ਉੱਥੇ ਗਹਿਣੇ ਪਏ ਸਨ, ਬਸਤਰ ਪਏ ਸਨ, ਉਹਦੇ ਸਾਰੇ ਚੁੱਕੇ ਲੈ ਗਏ ਜੀ। ਉਹਦੀਆਂ ਜਿਹੜੀਆਂ ਅਲਮਾਰੀਆਂ ਸੀ, ਜਿਹੜੀਆਂ ਹਨ ਵਾਰਡਰੋਬ ਸੀਗੀਆਂ, ਉਹ ਵੀ ਲੈ ਗਏ। ਤੇ ਛਿਨ ਸਰਬ ਖਸੋਟੇ ਸੋ, ਉਹਦਾ ਕੱਖ ਨਹੀਂ ਛੱਡਿਆ ਜੀ, ਉਹਦਾ ਘਰ ਵੀ ਤੋੜ ਦਿੱਤਾ, ਸਭ ਕੁਝ ਉਹਦਾ ਚਲਿਆ ਗਿਆ ਮਿੰਟਾਂ ਦੇ ਵਿੱਚ। ਕਹਿਣ ਲੱਗੇ ਇਹੋ ਹੁਤੋ ਪਖੰਡੀ, ਕਹਿਣ ਲੱਗੇ ਦੇਖੋ ਇਹ ਤਾਂ ਪਖੰਡੀ ਸੀਗਾ, ਇਹਨੂੰ ਕੁੱਟੋ ਮਾਰੋ ਕੱਢੋ ਬਾਹਰ ਇਹਨੂੰ, ਹੁਣ ਇਹ ਤਾਂ ਪਖੰਡ ਹਿਪੋਕ੍ਰਿਟ ਹੈ। ਨਾਉ ਸੁਹਾਗਨ ਹੈ ਇਹੋ ਰੰਡੀ, ਲੋਕ ਕਹਿੰਦੇ ਨਾ ਤਾਂ ਸੁਹਾਗਣ ਰੱਖਿਆ ਹੈ ਰੰਡੀ, ਇਹ ਰੰਡੀ ਹੈ ਇਹ, ਹਾਂਜੀ ਨਾ ਸੁਹਾਗਣ ਰੱਖੀ ਬੈਠਾ ਹੈ। ਕਿਹੋ ਜਿਹਾ ਬੰਦਾ ਸੀ ਇਹ, ਉਹਦੀ ਤਾਂ ਪੂਰੀ ਬੇਇੱਜ਼ਤੀ ਕਰਾਤੀ ਜੀ ਉਦਣ। ਕਰਿਓ ਕੂਰ ਕੋ ਸਰਬ ਸਮਾਜਾ, ਸਾਰਾ ਝੂਠ ਦਾ ਪਸਾਰਾ ਬਣਾਈ ਬੈਠਾ ਸੀ ਇੱਥੇ, ਕਿੰਨੇ ਸਾਲ ਸਾਨੂੰ ਲੁੱਟਦਾ ਰਿਹਾ। ਉਗਰ ਗਇਓ ਅਬ ਜਾ ਕੋ ਪਾਜਾ, ਕਹਿਣ ਲੱਗੇ ਹੁਣ ਤਾਂ ਇਹਦਾ ਜਿਹੜਾ ਹੈ ਪਾਜ, ਇਹਦਾ ਝੂਠ ਉਗਰ ਗਿਆ, ਪ੍ਰਗਟ ਹੋ ਗਿਆ, ਇਹ ਐਕਸਪੋਜ਼ ਹੋ ਗਿਆ ਹੁਣ। ਕਰਹਿ ਨਿਰਾਦਰ ਸਭ ਨਰ ਤਿਹ ਕੋ, ਸਾਰਾ ਜਿੱਥੇ ਲੋਕ ਇਹਨੂੰ ਪੂਜਦੇ ਸਨ, ਲੋਕੀ ਹੁਣ ਇਹਨੂੰ ਗਾਲਾਂ ਕੱਢਣ ਲੱਗੇ, ਇਹਨੂੰ ਨਿਰਾਦਰ ਇਹਦਾ ਕਰਨ ਲੱਗੇ। ਘਰ ਘਰ ਵਿੱਚ ਲੋਕ ਇਹਦਾ ਨਿਰਾਦਰ ਕਰਦੇ ਹਨ। ਬੰਧਨ ਕਰਤ ਪ੍ਰੀਤ ਕਰ ਜਿਹ ਕੋ, ਜਿਹਨੂੰ ਬੰਦਨਾ ਕਰਦੇ ਸੀ, ਮੱਥੇ ਟੇਕਦੇ ਸਨ, ਜਿਹਨੂੰ ਜਾ ਜਾ ਕੇ ਮੰਗਾ ਮੰਗਦੇ ਸੀ, ਹੁਣ ਉਹਨੂੰ ਜਿਹੜਾ ਦਿਨ ਰਾਤ ਗਾਲਾਂ ਹੀ ਕੱਢਦੇ ਹਨ। ਮੰਦਮਤੀ ਤਬ ਮਨ ਮਹਿ ਜਾਣੇ, ਉਸ ਵੇਲੇ ਇਹ ਭੈੜੀ ਮਤ ਵਾਲਾ ਸ਼ਾਹ ਸੁਹਾਗਣ ਨੇ ਆਪਣੇ ਮਨ ਵਿੱਚ ਸੋਚਿਆ ਕਿ ਮੇਰੇ ਨਾਲ ਇਸ ਤਰ੍ਹਾਂ ਕਿਉਂ ਹੋ ਗਿਆ। ਵਹਿਰ ਹੋਤੇ ਕੋ ਸੰਤ ਮਹਾਨੇ, ਕਿ ਹੁਣ ਉਹਨੂੰ ਯਾਦ ਆਇਆ ਕਿ ਦਰਵਾਨਾ ਨੇ ਆ ਕੇ ਮੈਨੂੰ ਦੱਸਿਆ ਸੀ ਨਾ ਵੀ ਕੋਈ ਸੰਤ ਦਰਵੇਸ਼ ਆਇਆ ਤੇਰੇ ਦਰਵਾਜ਼ੇ ਤੇ। ਕੀਨ ਨਿਰਾਦਰ ਮੈਂ ਤਿਨ ਕੇਰਾ, ਕਹਿੰਦੇ ਮੈਂ ਉਹਨਾਂ ਦਾ ਨਿਰਾਦਰ ਕੀਤਾ, ਮੈਂ ਉਹਨਾਂ ਨੂੰ ਮਿਲਿਆ ਨਹੀਂ, ਮੈਂ ਉਹਨਾਂ ਨੂੰ ਦਰਵਾਜ਼ੇ ਤੋਂ ਅੱਗੇ ਨਹੀਂ ਆਉਣ ਦੀ ਆਗਿਆ ਕੀਤੀ। ਆਦਰ ਸਰਬ ਗਇਓ ਤਬ ਮੇਰਾ, ਇਸ ਕਰਕੇ ਮੈਂ ਉਹਨਾਂ ਦਾ ਆਦਰ ਨਹੀਂ ਕੀਤਾ, ਅੱਜ ਮੇਰਾ ਆਦਰ ਵੀ ਨਸ਼ਟ ਹੋ ਗਿਆ। ਜੇ ਮੈਂ ਉਹਨਾਂ ਦਾ ਆਦਰ ਕਰ ਦਿੰਦਾ, ਅੱਜ ਮੇਰਾ ਆਦਰ ਵੀ ਬਚ ਜਾਂਦਾ ਨਾ, ਮੇਰੀ ਇੱਜ਼ਤ ਬਚ ਜਾਂਦੀ ਜੇ ਮੈਂ ਉਹਨਾਂ ਦੀ ਇੱਜ਼ਤ ਕਰਦਾ। ਕਹਿੰਦੇ ਇਸ ਕਰਕੇ ਮੇਰਾ ਸਭ ਕੁਝ ਚਲਿਆ ਗਿਆ। ਇੰਨਾ ਕੁ ਤਾਂ ਸਿਆਣਾ ਸੀ ਉਹ। ਲੱਜਤ ਹੋਇਓ ਫਿਰਤ ਨਗਰ ਮੈਂ, ਹੁਣ ਸ਼ਰਮਸ਼ਾਰ ਹੋ ਕੇ ਨਗਰ ਵਿੱਚ ਮੰਗਦਾ ਫਿਰਦਾ ਹੈ, ਲੋਕ ਕੋਈ ਉਹਨੂੰ ਟੁਕੜਾ ਨਹੀਂ ਕੋਈ ਰੋਟੀ ਦਾ ਦਿੰਦਾ। ਕੋ ਨਹਿ ਜਾਵਨ ਦੇ ਨਿਜ ਘਰ ਮੈਂ, ਕਹਿਣ ਲਗੇ ਕੋ ਨਹੀਂ ਜਾਵਣ, ਕੋਈ ਆਪਣੇ ਘਰ ਦੇ ਨੇੜੇ ਨਹੀਂ ਉਹਨੂੰ ਲੱਗਣ ਦਿੰਦਾ। ਜੋ ਘਰ ਦੇ ਨੇੜੇ ਜਾਂਦਾ ਹੈ ਲੋਕ ਪੱਥਰ ਮਾਰਦੇ ਹਨ ਉਹਦੇ ਵਿੱਚ, ਚਲਿਆ ਜਾ ਹੁਣ। ਏਕ ਨਿਸਾ ਬਸ ਕਰ ਤੇ ਥਾਈ, ਉਸ ਵੇਲੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਉਹੀ ਰਾਤ ਉੱਥੇ ਰਹੇ ਜੋ ਉੱਚ ਵਿੱਚ। ਰਜ ਕੀਨੋ ਗਮਨ ਗੁਸਾਈ, ਫੇਰ ਸਤਿਗੁਰੂ ਜੀ ਨੇ ਉੱਥੋਂ ਗਮਨ ਕਰ ਦਿੱਤਾ। ਸਵੇਰ ਹੁੰਦਿਆਂ ਸਾਰ ਸਤਿਗੁਰੂ ਜੀ ਉੱਥੋਂ ਚੱਲ ਕੇ ਅੱਗੇ ਚਲੇ ਗਏ। ਮੂਲਾ ਮਰਦਾਨਾ ਮੈਂ ਸੰਗਾ, ਭਾਈ ਬਾਲਾ ਜੀ ਕਹਿੰਦੇ ਮੈਂ ਸਾਂ ਮੂਲਾ ਖੱਤਰੀ ਸੀਗਾ ਤੇ ਮਰਦਾਨਾ, ਅਸੀਂ ਤਿੰਨੇ ਸੀਗੇ ਗੁਰੂ ਨਾਨਕ ਸਾਹਿਬ ਜੀ ਦੇ ਨਾਲ। ਪਿੱਛੇ ਪ੍ਰਸਥਾਨੇ ਸੋ ਉਮੰਗਾ, ਪਿੱਛੇ ਪ੍ਰਸਥਾਨੇ ਸੋ ਉਮੰਗਾ, ਕਹਿੰਦੇ ਜਿੱਥੇ ਅਸੀਂ ਪਿੱਛੇ ਪਿੱਛੇ ਚੱਲਦੇ ਸਾਨੂੰ ਨਹੀਂ ਪਤਾ ਕਿੱਥੇ ਜਾ ਰਹੇ ਸਾਂ, ਜਿੱਥੇ ਗੁਰੂ ਨਾਨਕ ਜੀ ਜਾਂਦੇ ਸਨ ਅਸੀਂ ਨਾਲ ਨਾਲ ਤੁਰੀ ਜਾਂਦੇ ਸਾਂ। ਉੱਚ ਜਹਾਂ ਸੈਯਦ ਬਹੁ ਬਾਸੀ, ਦੇਖੋ ਹੁਣ ਉੱਚ ਜਿਹੜਾ ਹੈ ਉੱਥੇ ਅਸੀਂ ਪਹੁੰਚੇ ਜੀ ਜਾ ਕਰਕੇ, ਜਿੱਥੇ ਬਹੁਤ ਸਾਰੇ ਜਿਹੜੇ ਹਨ ਪੀਰ ਲੋਕ ਰਹਿੰਦੇ ਸਨ। ਹੁਣ ਇੱਥੋਂ ਜਿਹੜੇ ਹਨ ਉੱਥੋਂ ਚੱਲ ਕੇ ਜਿਹੜਾ ਹਨ ਇੱਥੇ ਉੱਚ ਪਹੁੰਚ ਗਏ। ਜਿਹੜਾ ਉੱਚ ਦਾ ਜਿਹੜਾ ਉਹ ਸਥਾਨ ਸੀਗਾ ਜਿੱਥੇ ਫਕੀਰ ਪੀਰ ਲੋਕ ਰਹਿੰਦੇ ਸਨ। ਤਹ ਪਹੁੰਚੇ ਸਤਿਗੁਰ ਅਬਿਨਾਸੀ, ਇਹ ਟਿਕਾਣਾ ਜਿਹੜਾ ਹੈ ਬਿਹਾਵਲਪੁਰ, ਉਹਦੇ ਜਿਹੜਾ ਹਨ ਉੱਥੇ ਜਿਹੜਾ ਹੈ ਰਿਆਸਤ ਵਿੱਚ ਉੱਥੇ ਆਉਂਦਾ ਹੈ। ਸੋ ਇਹ ਉੱਚ ਜਿਹੜਾ ਹੈ, ਤਾਂ ਹੀ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਉੱਚ ਦੇ ਪੀਰ ਬਣੇ ਸਨ ਨਾ। ਜਦੋਂ ਮਹਾਰਾਜ ਜੀ ਜਿਹੜੇ ਹਨ ਮਾਛੀਵਾੜਿਆਂ ਤੋਂ ਜੋ ਨਬੀ ਖਾਂ ਤੇ ਗਨੀ ਖਾਂ ਮਹਾਰਾਜ ਨੂੰ ਚੁੱਕ ਕਰਕੇ ਲੈ ਕੇ ਆਏ ਉੱਚ ਦੇ ਪੀਰ, ਇਹ ਉੱਚ ਉਹੀ ਥਾਂ ਹੈ ਜਿੱਥੇ ਅੱਜ ਤੱਕ ਵੀ ਜਿਹੜਾ ਹੈ ਗੁਰੂ ਸਾਹਿਬ ਦੀ ਜਿਹੜੀ ਹਨ ਬਹੁਤ ਉਹ ਆਦਰ ਸਤਿਕਾਰ ਕਰਦੇ ਨੇ। ਸੋ ਅੱਜ ਤੱਕ ਵੀ ਉਹਨਾਂ ਦਾ ਜਿਹੜਾ ਹੈ ਸਤਿਕਾਰ ਬਣਿਆ ਹੋਇਆ ਹੈ। ਤੇ ਇਹਨਾਂ ਦੇ ਵੱਡੇ ਵਡੇਰੇ ਜਿਹੜੇ ਸਨ, ਮੱਕੇ ਦੇ ਜਿਹੜੇ ਹਨ ਵੱਡੇ ਕਾਜੀ ਵੀ ਲੱਗੇ ਹੋਏ ਸਨ, ਜਿਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਜੀ ਮੱਕੇ ਜਾ ਕੇ ਮਿਲੇ ਸਨ। ਸੋ ਇਸ ਪ੍ਰਕਾਰ ਕਰਕੇ ਸਤਿਗੁਰੂ ਜਦੋਂ ਉੱਚ ਜਿਹੜਾ ਹਨ ਪੀਰ, ਉੱਥੇ ਦਾ ਪੀਰ ਸੀਗਾ ਜਲਾਲ। ਸੋ ਉੱਥੇ ਜਦੋਂ ਪਹੁੰਚੇ ਉੱਚ ਤੇ ਬਹਿਰ ਨਗਰ ਤੇ ਆਸ਼ਰਮ ਲਾਈ, ਸਤਿਗੁਰਾਂ ਨੇ ਉੱਥੇ ਪਹੁੰਚ ਕਰਕੇ ਆਪਣਾ ਜਿਹੜਾ ਆਸ਼ਰਮ ਡੇਰਾ ਲਾਇਆ। ਬੈਠ ਗਏ ਪੁਨ ਨਿਸ ਹੋਇ ਆਈ, ਮਹਾਰਾਜ ਉੱਥੇ ਬੈਠ ਕੇ ਤੇ ਰਾਤ ਹੋ ਗਈ। ਵੱਡੀ ਭੋਰ ਤੇ ਕਰ ਇਸਨਾਨਾ, ਸੋ ਜਦੋਂ ਅੰਮ੍ਰਿਤ ਵੇਲਾ ਹੋਇਆ ਸਤਿਗੁਰਾਂ ਨੇ ਇਸ਼ਨਾਨ ਕੀਤਾ। ਨੈ ਗਿਰਾ ਉੱਚੀ ਤੁਨ ਕਾਨਾ, ਉਸ ਵੇਲੇ ਬੜੀ ਉੱਚੀ ਆਵਾਜ਼ ਦੇ ਨਾਲ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਜਪਜੀ ਸਾਹਿਬ ਪੜ੍ਹਦੇ ਸਨ। ਤਬ ਇੱਕ ਸਿੰਧੀ ਤਹ ਥਲ ਆਇਓ, ਉੱਥੇ ਇੱਕ ਸਿੰਧੀ ਬੰਦਾ ਸੀਗਾ ਜਿਹਨੇ ਜਿਹੜਾ ਉਹ ਥਾਂ ਤੋਂ ਉਲੰਘ ਰਿਹਾ ਸੀ ਅੰਮ੍ਰਿਤ ਵੇਲੇ, ਤੋ ਉਹਨੇ ਉਹਦੇ ਕੰਨਾਂ ਵਿੱਚ ਇਹ ਆਵਾਜ਼ ਪਈ, ਸੁਨੇ ਨ ਹੇਤ ਠਹਿਰਿਓ ਹਿਤ ਲਾਇਓ। ਜਦੋਂ ਜਪਜੀ ਸਾਹਿਬ ਦੀਆਂ ਜਿਹੜੀਆਂ ਹਨ ਪੰਕਤੀਆਂ ਉਹਨੇ ਆਪਣੇ ਕੰਨਾਂ ਨਾਲ ਸੁਣੀਆਂ ਤਾਂ ਉਹ ਠਹਿਰ ਗਿਆ ਵੀ ਮੈਂ ਹੋਰ ਸੁਣਾ ਵੀ ਇਹ ਜਿਹੜੀ ਹਨ ਕਲਾਮ ਕਿਹੜੀ ਪੜ੍ਹਦੇ ਹਨ। ਉਹ ਧਿਆਨ ਦੇ ਕੇ ਸੁਣਨ ਲੱਗ ਪਿਆ। ਬਚਨ ਸੁਨਤ ਸਮਝਤ ਭਲ ਰੀਤੀ, ਤੇ ਉਹ ਸਾਰੇ ਬਚਨ ਜੋ ਗੁਰਬਾਣੀ ਦੇ ਸ਼ਬਦ ਹਨ ਜਪਜੀ ਸਾਹਿਬ ਦੇ, ਉਹ ਸੁਣ ਕੇ ਸਮਝ ਰਿਹਾ ਹੈ।
ਉਹ ਸੁਣਦਾ ਵੀ ਹੈ ਤੇ ਸਮਝ ਵੀ ਰਿਹਾ ਹੈ। ਰਹਿਓ ਠੰਡ ਹੋਏ ਔਰ ਧਰ ਪ੍ਰੀਤੀ। ਉਹ ਪ੍ਰੀਤ ਦੇ ਨਾਲ ਪ੍ਰੇਮ ਦੇ ਨਾਲ ਸੁਣਨ ਵਾਸਤੇ ਉੱਥੇ ਖੜਾ ਰਿਹਾ ਲੁਕ ਕੇ ਪਾਸੇ। ਗੁਰਮੁਖ ਨਾਦੰ ਗੁਰਮੁਖ ਵੇਦੰ। ਜਦੋਂ ਇਹ ਸ਼ਬਦ ਆਇਆ ਗੁਰਮੁਖ ਨਾਦੰ ਗੁਰਮੁਖ ਵੇਦੰ, ਜਦੋਂ ਇਹ ਸਤਿਗੁਰਾਂ ਨੇ ਉਚਾਰਨ ਕੀਤਾ, ਜਬ ਇਹ ਉਚਰਿਓ ਪ੍ਰਭੂ ਅਭੇਦੰ। ਜਦੋਂ ਭੇਦ ਤੋਂ ਰਹਿਤ ਗੁਰੂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਇਹ ਸ਼ਬਦ ਦਾ ਉਚਾਰਨ ਕੀਤਾ, ਅਰਥ ਨਾ ਸਮਝ ਸਕਿਓ ਕਛ ਤਾਹੀ। ਬਾਕੀ ਤਾਂ ਬਾਣੀ ਉਹ ਥੋੜੀ ਬਹੁਤੀ ਸਮਝ ਗਿਆ, ਪਰ ਇਹ ਸ਼ਬਦ ਜਿਹੜਾ ਸੀ ਨਾ ਗੁਰਮੁਖ ਨਾਦੰ ਗੁਰਮੁਖ ਵੇਦੰ, ਇਹ ਨਾ ਸਮਝ ਸਕਿਆ। ਉਹਨੂੰ ਸਮਝ ਨਾ ਆਵੇ ਵੀ ਇਹ ਸ਼ਬਦ ਕੀ ਹੈ, ਕਿਉਂਕਿ ਗੁਰਮੁਖ ਦਾ ਜਿਹੜਾ ਸ਼ਬਦ ਹੈ ਇਹ ਤਾਂ ਹੈ ਨਹੀਂ ਨਾ ਉਹਨਾਂ ਦੇ ਧਰਮ ਦੇ ਵਿੱਚ, ਮੁਸਲਮਾਨੀ ਧਰਮ ਵਿੱਚ ਉਹ ਕਿਵੇਂ ਸਮਝਣਗੇ ਇਸ ਗੱਲ ਨੂੰ। ਸੋ ਇਸ ਪ੍ਰਕਾਰ ਕਰਕੇ ਉਹ ਥੋੜਾ ਜਿਹਾ ਹੈਰਾਨ ਹੋਇਆ, ਉਹਦੇ ਸਮਝ ਨਾ ਪਈ। ਰਹਿਓ ਵਿਚਾਰ ਬਹੁਤ ਮਨ ਮਾਹੀ। ਉਹ ਆਪਣੇ ਮਨ ਵਿੱਚ ਵਿਚਾਰ ਕਰਦਾ ਰਿਹਾ, ਬੜੀ ਕੋਸ਼ਿਸ਼ ਕੀਤੀ ਵੀ ਇਹਦੇ ਅਰਥ ਕੀ ਹੋਣਗੇ, ਇਹਦਾ ਮੀਨਿੰਗ ਕੀ ਹੈ। ਸੁਨ ਸਭ ਬਾਣੀ ਗਇਓ ਬਹੋਰੀ। ਉਹ ਸਾਰੀ ਬਾਣੀ ਕੰਪਲੀਟ ਬਾਣੀ ਨੂੰ ਸੁਣ ਕਰਕੇ ਫੇਰ ਗਿਆ ਉਥੋਂ। ਕਾਕੋ ਪੀਰ ਹੁਤੋ ਜਿਸ ਠੌਰੀ। ਉਹਦਾ ਪੀਰ ਸੀਗਾ ਜਿਹਦਾ ਨਾਂ ਸੀ ਜਲਾਲ। ਸੋ ਉਹ ਜਲਾਲ ਕੋਲ ਚਲਿਆ ਗਿਆ, ਜਿਵੇਂ ਰੋਜ਼ ਉਹ ਸਿੰਧੀ ਜਾਂਦਾ ਸੀ ਆਪਣੇ ਜਿਹੜਾ ਹਨ ਪੀਰ ਕੋਲ। ਇਸ ਪਦ ਕੋ ਕਰ ਕੰਠ ਵਿਚਾਰਤ। ਤੇ ਉਸਨੇ ਇਸ ਪਦ ਕੋ ਕਰ ਕੰਠ, ਉਹ ਗੁਰਮੁਖ ਨਾਦੰ ਗੁਰਮੁਖ ਵੇਦੰ ਦਾ ਜਿਹੜਾ ਸੀਗਾ ਉਹਨੇ ਕੰਠ ਕਰ ਲਿਆ ਤੇ ਮੁੜ ਕੇ ਉਹਦੀ ਵਿਚਾਰ ਕਰੀ ਜਾਂਦਾ ਹੈ, ਤੇ ਜਿਹੜਾ ਤੁਰਿਆ ਜਾਂਦਾ ਵੀ ਵਿਚਾਰ ਕਰ ਰਿਹਾ ਹੈ। ਸੰਸੈ ਬਿਖੈ ਹੋਤ ਅਤ ਆਰਤ। ਉਹ ਬਹੁਤ ਦੁਖੀ ਹੋਇਆ ਸੰਸੇ ਵਿੱਚ ਵੀ ਇਹ ਗੱਲ ਮੇਰੇ ਕਿਉਂ ਨਹੀਂ ਸਮਝ ਆਈ, ਗੁਰਮੁਖ ਕੌਣ ਹੁੰਦੇ ਨੇ, ਕੌਣ ਹਨ ਗੁਰਮੁਖ? ਜਿਹਦਾ ਨਾਦੰ ਤੇ ਵੇਦੰ ਦਾ ਨਾਲ ਆਇਆ, ਕਹਿੰਦੇ ਗੁਰਮੁਖ ਕੌਣ ਹੈ? ਪੂਜਤ ਪੀਰ ਬਿਲਮ ਕਿਉਂ ਲਾਈ। ਉਸ ਵੇਲੇ ਜਦੋਂ ਥੋੜਾ ਜਿਹਾ ਲੇਟ ਹੋ ਕੇ ਪਹੁੰਚਿਆ, ਉਹ ਜਲਾਲ ਪੀਰ ਨੇ ਇਹਨੂੰ ਪੁੱਛਿਆ ਸਿੰਧੀ ਨੂੰ ਵੀ ਤੂੰ ਕਿਉਂ ਅੱਜ ਲੇਟ ਹੋ ਗਿਆ? ਹਾਂਜੀ, ਬੜਾ ਅੱਜ ਤੂੰ ਸਮਾਂ ਲਾ ਕੇ ਆਇਆ ਹਾਂ। ਕੌਣ ਮਿਲਿਓ ਕਹਿ ਬੈਸਾ ਜਾਈ। ਕਹਿੰਦੇ ਤੂੰ ਕਿਤੇ ਬਹਿ ਗਿਆ ਸੀ ਜਾਂ ਰਸਤੇ ਤੇ ਤੈਨੂੰ ਕੋਈ ਮਿਲ ਗਿਆ ਸੀਗਾ ਜਿਹਦੇ ਕਰਕੇ ਤੂੰ ਲੇਟ ਆਇਆ ਹੈ? ਸਿੰਧੀ ਭਾਖੇ ਤਹਿਕੇ ਤੀਰ। ਉਹ ਸਿੰਧੀ ਨੇ ਉਸ ਵੇਲੇ ਆਪਣੇ ਪੀਰ ਜਲਾਲ ਨੂੰ ਦੱਸਿਆ, ਦੇਖਿਓ ਹਿੰਦੂ ਏਕ ਫਕੀਰ। ਕਹਿੰਦੇ ਰਸਤੇ ਵਿੱਚ ਆਉਂਦਿਆਂ ਹੋਇਆਂ ਮੈਂ ਇੱਕ ਜਿਹੜਾ ਹਨ ਹਿੰਦੂ ਫਕੀਰ ਨੂੰ ਦੇਖਿਆ, ਮੈਂ ਇੱਕ ਫਕੀਰ ਨੂੰ ਦੇਖਿਆ ਉੱਥੇ, ਮੈਂ ਇੱਕ ਫਕੀਰ ਦੀ ਆਵਾਜ਼ ਸੁਣੀ। ਤਹਿਕੇ ਸੁਨਤ ਰਹਿਓ ਮੈਂ ਬਾਣੀ। ਮੈਂ ਉਹਨਾਂ ਦੀ ਉਚਰੀ ਹੋਈ ਬਾਣੀ ਨੂੰ ਮੈਂ ਸੁਣ ਰਿਹਾ ਸਾਂ ਖੜ ਕੇ ਉੱਥੇ, ਕਾਫੀ ਚਿਰ ਮੈਂ ਸੁਣੇ ਉਹਨਾਂ ਦੇ ਕਲਾਮ। ਮੁਕਤ ਦੇਨ ਹਾਰੀ ਗੁਣ ਖਾਨੀ। ਪਰ ਉਹ ਬਾਣੀ ਜਿਹੜੀ ਸੀ ਬੜੀ ਸੁੰਦਰ ਸੀ, ਮੈਨੂੰ ਤਾਂ ਇਉਂ ਲੱਗੀ ਜਿਵੇਂ ਮੁਕਤੀ ਨੂੰ ਦੇਣ ਵਾਲੀ ਬਾਣੀ ਹੈ। ਮੈਨੂੰ ਅੰਦਰੋਂ ਠੰਡ ਪਾ ਦਿੱਤੀ ਉਸ ਬਾਣੀ ਨੇ, ਸੁਣਨ ਮਾਤਰ ਹੀ ਮੈਨੂੰ ਬੜਾ ਚੈਨ ਆਇਆ। ਇੱਕ ਪਦ ਕੋ ਨਾ ਮਾਇਨਾ ਆਇਓ। ਮੈਨੂੰ ਬਾਕੀ ਦੀ ਬਾਣੀ ਤਾਂ ਸਮਝ ਪੈ ਗਈ, ਪਰ ਇੱਕ ਜਿਹੜੀ ਹਨ ਪੰਕਤੀ ਦੀ ਮੈਨੂੰ ਸਮਝ ਨਾ ਪਈ। ਭਲੇ ਵਿਚਾਰਿਓ ਭੇਦ ਨਾ ਪਾਇਓ। ਮੈਂ ਬੜਾ ਉਹਦਾ ਵਿਚਾਰ ਕਰਦਾ ਹਾਂ, ਹੁਣ ਤੱਕ ਵੀ ਮੇਰੇ ਮਨ ਵਿੱਚ ਉਹ ਗੱਲ ਚੱਲੀ ਜਾਂਦੀ ਹੈ, ਪਰ ਮੈਂ ਉਹਦਾ ਭੇਦ ਨਹੀਂ ਪਾ ਸਕਿਆ, ਮੈਨੂੰ ਸਮਝ ਨਹੀਂ ਪੈ ਰਹੀ। ਅਸ ਕਹਿ ਪੁਨ ਤੁਕ ਦੀਨ ਬਤਾਈ। ਤੇ ਉਸ ਵੇਲੇ ਉਸਨੇ ਉਹ ਤੁਕ ਜਿਹੜੀ ਸੀਗੀ ਗੁਰਮੁਖ ਨਾਦੰ ਗੁਰਮੁਖ ਵੇਦੰ ਜਿਹੜੀ ਸੀ ਆਪਣੇ ਪੀਰ ਜਲਾਲ ਨੂੰ ਪੜ੍ਹ ਕੇ ਸੁਣਾ ਦਿੱਤੀ। ਸੁਨਤ ਪੀਰ ਨੇ ਗਿਰਾ ਅਲਾਈ। ਇਹ ਸੁਣ ਕਰਕੇ ਉਸ ਪੀਰ ਜਲਾਲ ਨੇ ਇਹ ਕਿਹਾ, ਬਿਨੈ ਕਰਹੋ ਇੱਕ ਬਾਰ ਲਿਆਵੋ। ਕਹਿਣਗੇ ਇਉਂ ਕਰ ਸਿੰਧੀ, ਤੂੰ ਐਂ ਕਰ, ਉਹ ਜਿਹੜਾ ਤੂੰ ਹਿੰਦੂ ਫਕੀਰ ਦੀ ਗੱਲ ਕਰ ਰਿਹਾ ਨਾ, ਕਹਿੰਦੇ ਐਂ ਕਰ ਉਹਨਾਂ ਨੂੰ ਬੇਨਤੀ ਕਰਕੇ ਨਾ ਇੱਕ ਵਾਰ ਸਾਡੇ ਡੇਰੇ ਲੈ ਕੇ ਆ ਜਾ। ਪੀਰ ਕਹਿੰਦਾ ਮੇਰੇ ਕੋਲ ਉਹਨਾਂ ਨੂੰ ਬੇਨਤੀ ਕਰ ਵੀ ਉਹ ਇੱਥੇ ਆ ਕੇ ਦਰਸ਼ਨ ਦੇ ਜਾਣ ਸਾਨੂੰ। ਤੇ ਕੋ ਦਰਸ਼ਨ ਮੋਹੇ ਕਰਾਵੋ। ਕਹਿਣਗੇ ਉਹਨਾਂ ਦੇ ਦਰਸ਼ਨ ਮੈਨੂੰ ਕਰਾ ਦੇ, ਮੈਂ ਉਹਨਾਂ ਦੇ ਦਰਸ਼ਨ ਕਰਨਾ ਚਾਹੁੰਦਾ ਹਾਂ। ਸੁਣ ਕੇ ਸਿੰਧੀ ਗਇਓ ਬਹੋਰੀ। ਉਹ ਸਿੰਧੀ ਜਿਹੜਾ ਸੀਗਾ ਉਹ ਵਾਪਸ ਗਿਆ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕੋਲ। ਨਮੋ ਕਰੀ ਪ੍ਰਭ ਕੋ ਕਰ ਜੋਰੀ। ਉਹਨੇ ਉਸ ਵੇਲੇ ਹੱਥ ਜੋੜ ਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੂੰ ਨਮਸਕਾਰ ਕੀਤੀ। ਹਾਂਡੇ ਭਇਓ ਦੀਨ ਮਨ ਹੋਇਓ। ਖੜਾ ਹੈ ਬੜਾ ਦੀਨ ਨਿਮਰਤਾ ਵਿੱਚ, ਜਿਹੜਾ ਹੈ ਖੜਾ ਹੈ ਬੜਾ ਗਰੀਬ ਭਾਵਨਾ ਵਿੱਚ ਖੜਾ ਹੈ। ਇਸ ਪ੍ਰਕਾਰ ਕੋ ਬਚਨ ਬਗੋਇਓ। ਉਸ ਵੇਲੇ ਉਹ ਸਿੰਧੀ ਨੇ ਐਸੇ ਬਚਨ ਕਹੇ ਗੁਰੂ ਨਾਨਕ ਸਾਹਿਬ ਜੀ ਨੂੰ। ਮੈਂਡਾ ਪੀਰ ਸੱਦੇ ਦਾ ਤੋਕੋ। ਦੇਖੋ ਉਹੀ ਬੋਲੀ ਹੈ ਸਿੰਧੀਆਂ ਵਾਲੀ, ਉਸ ਇਲਾਕੇ ਦੀ ਬੋਲੀ ਹੈ ਮੈਡਾ। ਮੈਡਾ ਮਤਲਬ ਵੀ ਮੇਰਾ, ਮੇਰਾ ਕਹਿੰਦਾ ਪੀਰ, ਕਹਿੰਦਾ ਸਦਿੰਦਾ, ਕਹਿੰਦਾ ਵੀ ਉਹ ਤੁਹਾਨੂੰ ਸੱਦ ਰਿਹਾ ਹੈ, ਮੇਰਾ ਵੱਡਾ ਪੀਰ ਤੁਹਾਨੂੰ ਸੱਦ ਰਿਹਾ ਹੈ। ਬਾਤ ਬੁਝੇਂਦਾ ਭੇਜਾ ਮੋਕੋ। ਕਹਿਣ ਲਗੇ ਬਾਤ ਪੁੱਛੇਂਦਾ, ਕਹਿਣਗੇ ਤੁਹਾਨੂੰ ਕੁਝ ਪੁੱਛਣ ਵਾਸਤੇ ਮੈਨੂੰ ਭੇਜਿਆ, ਤੁਹਾਨੂੰ ਸੱਦਣ ਵਾਸਤੇ। ਵਤ ਘਿੰਨਣ ਮੈਂ ਆਇਓ ਧਾਹੀ। ਕਹਿਣ ਲਗੇ ਜਿਹੜਾ ਵਤ, ਕਹਿੰਦੇ ਰਸਤਾ ਜਿਹੜਾ ਸੀ ਵਤ, ਜਿਹੜਾ ਘਿੰਗਣ, ਕਿ ਘਿੰਨਣ ਮੈਂ ਮੁੜ ਕੇ ਆਇਆ, ਮੈਂ ਉੱਥੇ ਚਲਿਆ ਗਿਆ ਸੀ, ਮੈਂ ਇੱਥੋਂ ਹੀ ਗਿਆ, ਮੈਂ ਜਾ ਕੇ ਫਿਰ ਮੁੜ ਕੇ ਮੈਂ ਆਇਆ ਇੱਥੇ ਤੁਹਾਨੂੰ ਸੱਦਣ ਵਾਸਤੇ ਭੱਜ ਕੇ। ਜੁਲ ਦਰਵੇਸ਼ ਪੀਰ ਜਿਹੇ ਥਾਈ। ਕਹਿਣਗੇ ਚਲੋ, ਜ਼ੁਲਮ ਚਲੋ,
ਕਹਿੰਦੇ ਚਲੋ ਹੁਣ ਮੇਰੇ ਨਾਲ, ਜਿੱਥੇ ਜਹੇ ਦਰਵੇਸ਼ ਜੀ ਉੱਥੇ ਚਲੋ ਜਿੱਥੇ ਮੇਰਾ ਪੀਰ ਹੈ। ਸੁਣ ਕੇ ਗਮਨ ਕੀਨ ਤਿਨ ਸਾਥਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਸੁਣ ਕਰਕੇ ਸਿੰਧੀ ਦਾ ਜਿਹੜਾ ਹਨ ਬੇਨਤੀ ਵਾਲਾ ਬਚਨ ਉਹ ਮਹਾਰਾਜ ਜੀ ਨਾਲ ਤੁਰ ਪਏ। ਪਹੁੰਚੇ ਤਹਾਂ ਜਾਏ ਜਗਨਾਥਾ। ਪਹੁੰਚ ਗਏ ਹਨ ਜਗਤ ਦੇ ਨਾਲ, ਜਗਤ ਦੇ ਸਵਾਮੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ। ਲਈ ਦੋਸਤ ਬੋਸੀ ਉੱਠ ਪੀਰ। ਉਸ ਵੇਲੇ ਉਹ ਪੀਰ ਨੇ ਉੱਠ ਕਰਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਸਤ ਬੋਸ਼ੀ ਕੀਤੀ, ਜਿਹਦਾ ਮਤਲਬ ਹੁੰਦਾ ਵੀ ਹੱਥ ਲੈ ਕੇ ਚੁੰਮਣਾ ਹੁੰਦਾ ਹੈ। ਸੋ ਉਹਨੇ ਕੀ ਕੀਤਾ, ਸਤਿਗੁਰਾਂ ਦਾ ਹੱਥ ਲੈ ਕੇ ਉਹਨੇ ਚੁੰਮਣਾ ਕੀਤਾ ਲੇਹੋ ਸਲਾਮਾ ਲੇਖ ਫਕੀਰ। ਤੇ ਉੱਠ ਕਰਕੇ ਉਹਨੇ ਸਤਿਕਾਰ ਕੀਤਾ ਗੁਰੂ ਨਾਨਕ ਸਾਹਿਬ ਜੀ ਦਾ, ਤੇ ਲੇਹੋ ਅਸਲਾਮ ਵਾਲੇਕੁਮ ਉਹਨੇ ਕਿਹਾ। ਆਪਣੇ ਹਿਸਾਬ ਨਾਲ ਉਹਨੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਅਸਲਾਮ ਵਾਲੇਕੁਮ ਕਿਹਾ। ਸਾਦਰ ਸੋ ਮਿਲ ਕੇ ਦਿਸ ਦੋ। ਬਹੁਤ ਸਾਦਰ ਆਦਰ ਸਤਕਾਰ ਦੇ ਨਾਲ ਉਹ ਸਤਿਗੁਰੂ ਜੀ ਦੇ ਨੂੰ ਮਿਲਿਆ, ਤੇ ਸਤਿਗੁਰੂ ਜੀ ਵੀ ਉਹਨੂੰ ਬੜੇ ਪਿਆਰ ਨਾਲ ਮਿਲੇ। ਬੈਠੇ ਬਹਰ ਹਿਰਦੈ ਹਿਤ ਹੁਓ। ਹੁਣ ਦੋਨੋਂ ਬਹਿ ਗਏ, ਗੁਰੂ ਨਾਨਕ ਸਾਹਿਬ ਜੀ ਵੀ ਬੈਠ ਕੇ, ਪੀਰ ਜੀ ਵੀ ਬਹਿ ਗਏ ਹੁਣ ਬੜੇ ਪ੍ਰੇਮ ਨਾਲ। ਨਿਜ ਸੰਸਾ ਖੋਵਨ ਕੇ ਕਾਰਨ। ਹੁਣ ਆਪਣਾ ਸੰਸਾ, ਆਪਣਾ ਡਾਊਟ ਜਿਹੜਾ ਹਨ ਦੂਰ ਕਰਨ ਵਾਸਤੇ ਕਰੇ ਪੀਰ ਨੇ ਬਚਨ ਉਚਾਰਨ। ਉਸ ਵੇਲੇ ਪੀਰ ਜਿਹੜਾ ਜਲਾਲ ਸੀਗਾ, ਇਹਨੇ ਹੁਣ ਸਤਿਗੁਰਾਂ ਨੂੰ ਪੁੱਛਣਾ ਕੀਤਾ। ਸੱਚ ਚਵੋ ਤੁਮ ਬਰਾ ਖੁਦਾਏ। ਕਹਿਣਗੇ ਸੱਚ ਚਵੋ, ਸੱਚ ਚਵੋ ਦਾ ਮਤਲਬ ਉਚਾਰੋ। ਤੁਸੀਂ ਹੁਣ ਸੱਚ ਮੈਨੂੰ ਇਹ ਗੱਲ ਦਾ ਦੱਸ ਦਿਓ ਕਿ ਤੁਮ ਬਰਾ ਖੁਦਾਈ, ਕਿਉਂਕਿ ਤੁਸੀਂ ਖੁਦਾ ਦੇ ਵਾਸਤੇ ਨਾ ਮੈਨੂੰ ਇੱਕ ਗੱਲ ਸੱਚ ਦੱਸ ਦਿਓ। ਦਰਗਾਹ ਮਹਿ ਕਸ ਹਾਲ ਬਿਹਾਈ। ਮੈਨੂੰ ਇਹ ਦੱਸੋ ਪ੍ਰਲੋਕ ਵਿੱਚ ਕੈਸਾ ਹਾਲ ਹੁੰਦਾ ਹੈ, ਮਰਨ ਤੋਂ ਬਾਅਦ ਬੰਦੇ ਦਾ ਕੀ ਹਾਲ ਹੁੰਦਾ ਹੈ। ਇਹ ਗੱਲ ਕਹਿੰਦਾ ਪੀਰ ਜਲਾਲ ਕਹਿੰਦਾ ਵੀ ਮੇਰੇ ਮਨ ਨੂੰ ਬੜਾ ਸਤਾਉਂਦੀ ਹੈ। ਕਹਿੰਦੇ ਵੀ ਮਰਨ ਤੋਂ ਬਾਅਦ ਬੰਦੇ ਦਾ ਕੀ ਹਾਲ ਹੁੰਦਾ, ਕਿੱਥੇ ਜਾਂਦਾ ਹੈ। ਜਗਤ ਪ੍ਰਵਾਹੇ ਜਹਾਂ ਸਭ ਜਾਵ ਹੈ। ਕਹਿਣਗੇ ਜਿੱਥੇ ਜਗਤ ਦਾ ਪ੍ਰਵਾਹ, ਸਾਰੇ ਲੋਕ ਮਰ ਕੇ ਜਿੱਥੇ ਜਾਂਦੇ ਨੇ ਉੱਥੇ ਅਗਾਂਹ ਜਾ ਕੇ ਕੀ ਹੁੰਦਾ ਹੈ, ਕੀ ਹਾਲ ਬਣਦਾ ਹੈ ਸਾਰਿਆਂ ਦਾ, ਕਿਉਂਕਿ ਮਰਨਾ ਤਾਂ ਸਾਰੇ ਨਹੀਂ ਹੈ, ਪਰ ਮਰ ਕੇ ਕੀ ਹੁੰਦਾ ਮੈਨੂੰ ਇਹ ਦੱਸ ਦਿਓ। ਨਹੀਂ ਸਥਿਰ ਕੋ ਹੋਵਨ ਪਾਵ ਹੈ। ਨਹੀਂ ਸਥਿਰ ਕਹਿਣ ਲੱਗੇ ਇੱਥੇ ਜਗਤ ਵਿੱਚ ਤਾਂ ਕੋਈ ਪੱਕਾ ਰਹਿ ਹੀ ਨਹੀਂ ਸਕਦਾ, ਸਾਰਿਆਂ ਨੇ ਮਰਨਾ ਹੁੰਦਾ ਹੈ। ਸਤਿਗੁਰ ਭੰਨਿਓ ਪੀਰ ਸੁਣ ਲੀਜੈ। ਉਸ ਵੇਲੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਹਾ ਪੀਰ ਜੀ ਸੁਣ ਲੋ। ਨਿਸ਼ਚੈ ਯਹੀ ਹਿਰਦੈ ਦ੍ਰਿੜ ਕੀਜੈ। ਕਹਿਣਗੇ ਇਹੀ ਨਿਸ਼ਚਾ ਕਰਕੇ ਆਪਣੇ ਹਿਰਦੇ ਵਿੱਚ ਦ੍ਰਿੜ ਪੱਕਾ ਕਰੋ। ਤਨ ਮਨ ਸੰਗ ਰਹਿਤ ਜੋ ਸੱਚ ਹੈ। ਕਹਿਣਗੇ ਦੇਖੋ ਤਨੋ ਤੇ ਮਨੋ ਜੋ ਵੀ ਸੱਚ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ ਰਹਿੰਦੇ ਹਨ, ਜਿਹੜੇ ਹਮੇਸ਼ਾ ਹੀ ਪਰਮਾਤਮਾ ਨੂੰ ਚੇਤੇ ਕਰਦੇ ਹਨ, ਹਮੇਸ਼ਾ ਹੀ ਪਰਮਾਤਮਾ ਨੂੰ ਅੰਗ ਸੰਗ ਜਾਣਦੇ ਹਨ, ਹਮੇਸ਼ਾ ਹੀ ਵਿਚਰਦੇ ਹਨ ਪਰਮਾਤਮਾ ਦਾ ਨਾਮ ਲੈ ਕੇ। ਜਗਤ ਗਰਤ ਤੇ ਸੇਉ ਬਾਚੇ। ਉਹ ਜਿਹੜੇ ਹਨ ਜਗਤ ਦੇ ਗਰਤ, ਜਗਤ ਦੇ ਟੋਏ ਤੋਂ, ਮਾਇਆ ਦੇ ਟੋਏ ਤੋਂ, ਮਾਇਆ ਦੇ ਧੋਖੇ ਤੋਂ ਉਹੀ ਬਚਦੇ ਹਨ ਜਿਹੜੇ ਪਰਮੇਸ਼ਰ ਦਾ ਨਾਮ ਜਪਦੇ ਹਨ। ਸਾਚੇ ਸੰਗ ਰਤੇ ਚਿਤ ਜਾਹੀ। ਜਿਨ੍ਹਾਂ ਦੇ ਚਿੱਤ, ਜਿਨ੍ਹਾਂ ਦਾ ਕਨਸੈਂਟਰੇਸ਼ਨ, ਫੋਕਸ ਜਿਹੜਾ ਹੈ ਹਮੇਸ਼ਾ ਹੀ ਪਰਮਾਤਮਾ ਨਾਲ ਜੁੜਿਆ ਰਹੇ, ਉਹ ਤਾਂ ਬਚਦੇ ਰਹਿੰਦੇ ਹਨ, ਉਹ ਤਾਂ ਬਚ ਜਾਂਦੇ ਹਨ। ਬਿਸਿਆਂ ਨੇ ਵਿਖੇ ਲਪਟਾਏ ਜੇ ਨਾਹੀ। ਪਰ ਦੂਸਰੇ ਪਾਸੇ ਜਿਹੜੇ ਵਿਸ਼ੇ ਵਿਕਾਰਾਂ ਵਿੱਚ ਲੋਕ ਲੱਗੇ ਹੋਏ ਹਨ, ਇੰਜੋਇਮੈਂਟ, ਇਹ ਜਗ ਮਿੱਠਾ ਅਗਲਾ ਕਿਨ ਡਿੱਠਾ, ਜਿਹੜਾ ਐਸਾ ਲੋਕ ਕਹਿੰਦੇ ਹਨ ਨਾ ਵੀ ਇਹ ਜਗਤ ਮਿੱਠਾ ਹੈ ਭਾਈ, ਕਰ ਲੋ ਇੰਜੋਏ, ਮਰ ਕੇ ਦੇਖੀ ਜਾਓ ਜੋ ਹੁੰਦਾ ਕੀ ਹੋਣਾ ਉੱਥੇ, ਚਲੋ ਅੱਜ ਜਿਹੜਾ ਹੈ ਇਹਨੂੰ ਇੰਜੋਏ ਕਰੋ। ਹਾਂਜੀ ਚਲੋ ਇਹ ਵੀ ਰੱਬ ਨੇ ਦਿੱਤਾ ਸਾਰਾ। ਲੋਕੀ ਜਿਹੜੇ ਪਾਪੀ ਲੋਕ ਆ ਨਾ ਐਸੀਆਂ ਗੱਲਾਂ ਕਰਦੇ ਹਨ, ਉਹ ਜਿਹੜੇ ਹਨ ਆਪਣੀਆਂ ਚਤਰਾਈਆਂ ਵਰਤਦੇ ਹਨ ਮਨ ਦੀਆਂ। ਸੋ ਕਹਿੰਦੇ ਜਿਹੜੇ ਵਿਸ਼ੇ ਵਿਕਾਰਾਂ ਵਿੱਚ ਲੋਕ ਲਪਟਾਏ ਹੋਏ ਹਨ, ਜਸਟੀਫਿਕੇਸ਼ਨ ਬੜਾ ਦਿੰਦੇ ਨੇ। ਫਿਰ ਕਹਿੰਦੇ ਜੀ ਤੁਸੀਂ ਸੰਸਾਰ ਵਿੱਚ ਪੀ ਲਓ ਜੀ ਨਸ਼ਾ, ਮਹਿੰਗੇ ਤੋਂ ਮਹਿੰਗਾ ਪੀ ਲਓ ਜੀ। ਜਦੋਂ ਧਰਮਰਾਜ ਪੁੱਛੂਗਾ ਤੁਸੀਂ ਪੀਤਾ ਕਿ ਨਹੀਂ, ਫਿਰ ਤੁਸੀਂ ਕੀ ਜਵਾਬ ਦਿਓਗੇ। ਦੇਖੋ ਪੁੱਠੀਆਂ ਗੱਲਾਂ ਇਸ ਤਰ੍ਹਾਂ ਦੀਆਂ ਕਰਦੇ ਨੇ। ਫਿਰ ਖਾਂਦੇ ਹਨ ਸਾਰਾ ਦੁਨੀਆ ਦਾ ਗੰਦ ਮੰਦ ਜਿੰਨਾ ਵੀ ਹੁੰਦਾ ਹੈ, ਕਹਿੰਦੇ ਖਾ ਲਓ, ਨਹੀਂ ਤਾਂ ਮਰ ਕੇ ਪੁੱਛਣਗੇ ਤੂੰ ਖਾਧਾ ਕਿ ਨਹੀਂ। ਇਹ ਨਹੀਂ ਪਤਾ ਵੀ ਉੱਥੇ ਚਪੇੜਾਂ ਵੱਜਣੀਆਂ ਨੇ, ਉੱਥੇ ਹਰ ਇੱਕ ਦਾ ਲੇਖਾ ਤੈਨੂੰ ਦੇਣਾ ਪੈਣਾ ਹੈ, ਤੂੰ ਭਾਵੇਂ ਮੰਨ ਚਾਹੇ ਨਾ ਮੰਨ। ਇੱਥੇ ਵੀ ਆਪਣੇ ਵੀ ਸਿੱਖਾਂ ਵਿੱਚ ਐਸੇ ਬੰਦੇ ਨੇ ਜਿਹੜੇ ਕਹਿੰਦੇ ਮਰ ਕੇ ਕੁਝ ਨਹੀਂ ਹੁੰਦਾ, ਮਰ ਕੇ ਬਸ ਮਰ ਗਏ ਗੱਲ ਮੁੱਕ ਗਈ। ਹਾਂਜੀ ਐਸੇ ਵੀ ਤੁਰੇ ਫਿਰਦੇ ਹਨ ਮੂਰਖ ਬੰਦੇ, ਉਹਨਾਂ ਨੂੰ ਇਹ ਨਹੀਂ ਪਤਾ ਵੀ ਲੇਖਾ ਤਾਂ ਦੇਣਾ ਪੈਂਦਾ ਹੈ। ਗੁਰਬਾਣੀ ਵਿੱਚ ਥਾਂ ਥਾਂ ਲਿਖਿਆ ਹੋਇਆ ਹੈ, ਜਿਵੇਂ ਜਿਹੜਾ ਹੈ ਲੇਖਾ ਰੱਬ ਮੰਗੇਸਿਆ, ਜਿਹੜਾ ਦੇਖੋ ਮੰਗੇਗਾ ਤੁਹਾਡੇ ਤੋਂ ਲੇਖਾ, ਫੇਰ ਤੁਸੀਂ ਕੀ ਕਰੋਗੇ। ਸੋਭਾ ਕੇ ਸਮੇਤ ਸੋ ਜਾਈ। ਕਹਿਣ ਲੱਗੇ ਸੋਭਾ ਕੇ ਸਮੇਤ ਸੋ ਜਾਈ, ਜਿਹੜੇ ਤਾਂ ਪਰਮਾਤਮਾ ਦਾ ਨਾਮ ਜਪਦੇ ਨੇ ਉਹ ਤਾਂ ਸੋਭਾ ਦੇ ਨਾਲ ਜਾਂਦੇ ਨੇ, ਇੱਜ਼ਤ ਨਾਲ ਉਹਨਾਂ ਨੂੰ ਲੈ ਕੇ ਜਿਹੜੇ ਹਨ ਲਜਾਈਦਾ ਪਰਲੋਕ ਵਿੱਚ ਬੜੇ ਸਤਿਕਾਰ ਨਾਲ ਉਹਨਾਂ ਨੂੰ ਲੈ ਕੇ ਜਾਂਦੇ ਹਨ। ਦਰਗਾਹ ਮਹਿ ਬਹੁ ਆਦਰ ਪਾਈ। ਫਿਰ ਉਹ ਦਰਗਾਹ ਦੇ ਵਿੱਚ ਉਹ ਆਦਰ ਪਾਉਂਦੇ ਨੇ। ਧਰਮਰਾਜ ਕਹਿੰਦਾ ਆਓ ਜੀ ਬੈਠੋ, ਆਓ ਬੈਠ ਸੁਭ ਦਿਓ। ਕਹਿਣਗੇ ਉਹ ਤਾਂ ਆਦਰ ਵੀ ਦਿੰਦਾ ਹੈ, ਧਰਮਰਾਜ ਤਾਂ ਆ ਕੇ ਸਤਿਕਾਰ ਕਰਦਾ
ਸਕਦਾ ਹੈ ਆਪ ਆ ਕੇ? ਉਹ ਤਾਂ ਕਹਿੰਦਾ ਹੈ ਜੀ ਮੇਰੀ ਪੂਰੀ ਵਿੱਚ ਆ ਕੇ ਤੁਸੀਂ ਮੇਰੀ ਪੂਰੀ ਪਵਿੱਤਰ ਕਰਤੀ। ਤਨ ਮਹਿ ਪਹਿਰ ਬੇਖ ਧਰ ਕੂੜੇ। ਪਰ ਜਿਹੜੇ ਲੋਕਾਂ ਨੂੰ ਭਰਮਾਉਣ ਵਾਸਤੇ, ਹਿਪੋਕ੍ਰੀਸੀ ਨੂੰ ਪੈਦਾ ਕਰਨ ਵਾਸਤੇ ਝੂਠੇ ਸੰਤ ਲੋਕ ਬਣੇ ਫਿਰਦੇ ਹਨ ਚੋਲੇ ਪਾ ਕੇ। ਮਨ ਕੇ ਮੂੜ ਮੰਦ ਮਤ ਮੂੜੇ। ਉਹ ਮਨ ਦੇ ਮੂਰਖ ਭੈੜੇ ਮੰਦੇ ਲੋਕ, ਮਤ ਉਹਨਾਂ ਦੀ ਮਤ ਵੀ ਭੈੜੀ ਹੈ। ਕਾਮ ਕ੍ਰੋਧ ਲਬ ਮੋਹ ਹੰਕਾਰਾ। ਉਹ ਕਾਮ ਦੇ ਵਿੱਚ, ਕ੍ਰੋਧ ਦੇ ਵਿੱਚ, ਲੱਭ ਦੇ ਵਿੱਚ, ਮੋਹ ਦੇ ਵਿੱਚ ਤੇ ਹੰਕਾਰ ਦੇ ਵਿੱਚ ਹੀ ਸਾਰਾ ਦਿਨ ਬੀਤਦਾ ਹੈ ਉਹਨਾਂ ਦਾ। ਪੰਜ ਦੁਸਤ ਕੇ ਨਿਤ ਅਨੁਸਾਰ। ਦੇਖੋ ਉਹ ਪੰਜ ਇਹ ਦੁਸ਼ਟ ਜਿਹੜੇ ਹਨ, ਇਹ ਵਿਕਾਰਾਂ ਦੇ ਵਿੱਚ ਹੀ ਉਹ ਗਲਤਾਨ ਰਹਿੰਦੇ ਹਨ, ਸ਼ਬਦ ਸਪਰਸ਼ ਰਸ ਰੂਪ ਤੇ ਗੰਧ। ਤਿਨ ਕੋ ਦਰਗ ਹੈ ਥਾਉ ਨਾ ਕਾਈ। ਉਹਨਾਂ ਨੂੰ ਦਰਗਾਹ ਵਿੱਚ ਥਾਂ ਨਹੀਂ ਮਿਲਦਾ ਜੀ, ਉਹਨਾਂ ਤਾਂ ਕੋਈ ਪਹੁੰਚਣ ਵੀ ਨਹੀਂ ਦਿੰਦਾ ਉੱਥੇ। ਆਵਾ ਗੌਣ ਵਿਖੇ ਪਰਮਾਈ। ਆਵਾ ਗੌਣ, ਉਹ ਆਵਾ ਗੌਣ ਦੇ ਵਿੱਚ ਫਸੇ ਰਹਿੰਦੇ ਹਨ, ਆਉਣੇ ਜਾਣੇ ਵਿੱਚ 84 ਲੱਖ ਜੂਨਾਂ ਵਿੱਚ। ਲੱਖ 84 ਹੀ ਜੋਨ ਮਝਾਰੀ। ਉਹ 84 ਲੱਖ ਜੂਨ ਦੇ ਵਿੱਚ ਉਹਨਾਂ ਦਾ ਜਿਹੜਾ ਹੈ ਜਨਮ ਮਰਨ ਹੁੰਦਾ ਰਹਿੰਦਾ ਹੈ। ਆਏ ਜਾਏ ਦੁਖ ਪਾਵ ਹੈ ਭਾਰੀ। ਆਉਂਦੇ ਜਨਮ ਲੈ ਕੇ, ਜਾਂਦੇ ਮਰ ਕੇ, ਉਹਨਾਂ ਦਾ ਇਹੀ ਹਾਲ ਬਣਿਆ ਰਹਿੰਦਾ ਹੈ, ਬਹੁਤ ਭਾਰੀ ਦੁੱਖ ਪਾਉਂਦੇ ਹਨ। ਤਬ ਸਿੰਧੀ ਬੋਲਿਓ ਯੁਤ ਪ੍ਰੀਤੀ। ਉਸ ਵੇਲੇ ਉਹ ਸਿੰਧੀ ਜਿਹੜਾ ਬੈਠਾ ਸੀ ਨਾ, ਸਾਰੀ ਗੱਲ ਸੁਣ ਰਿਹਾ ਹੈ ਆਪਣੇ ਪੀਰ ਦੀ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ। ਤੁਮ ਪਰਚੇ ਮਿਲ ਕੇ ਭਲ ਰੀਤੀ। ਕਹਿਣਗੇ ਤੁਮ ਪਰਚੇ ਮਿਲ ਕੇ ਭਲ ਰੀਤੀ, ਕਹਿਣਗੇ ਤੁਹਾਨੂੰ ਮਿਲ ਕੇ ਜਿਹੜਾ ਹੈ ਸਾਨੂੰ ਚੰਗੀਆਂ ਰੀਤਾਂ ਦਾ ਹੁਣ ਪਤਾ ਲੱਗਿਆ, ਸਾਨੂੰ ਇਹ ਗਿਆਨ ਹੋਇਆ। ਮਕਸਦ ਮੋਰ ਨਾ ਹਾਸਲ ਹੋਇਆ। ਪਰ ਕਹਿੰਦਾ ਮੇਰਾ ਮਕਸਦ ਤਾਂ ਹਾਸਲ ਨਾ ਹੋਇਆ, ਜਿਹੜਾ ਮੈਂ ਤੁਹਾਨੂੰ ਇੱਥੇ ਸੱਦਿਆ ਸੀਗਾ ਗੁਰਮੁਖ ਨਾਦੰ ਤੇ ਗੁਰਮੁਖ ਵੇਦੰ ਦਾ ਅਰਥ ਲੈਣ ਸਮਝਣ ਵਾਸਤੇ। ਆਏ ਪ੍ਰਥਮ ਜੋ ਬਚਨ ਬਗੋਇਆ। ਮਹਾਰਾਜ ਜੋ ਤੁਸੀਂ ਪਹਿਲਾਂ ਬਚਨ ਕੀਤਾ ਸੀ ਨਾ ਅੰਮ੍ਰਿਤ ਵੇਲੇ, ਜਿਹੜੀ ਬਾਣੀ ਤੁਸੀਂ ਪੜ੍ਹੀ ਹੈ ਉਸ ਦਾ ਮਤਲਬ ਮੈਨੂੰ ਸਮਝਾਓ ਹੁਣ। ਸੁਨਤ ਪੀਰ ਨੇ ਗਿਰਾ ਬਖਾਨੀ। ਇਹ ਗੱਲ ਸੁਣ ਕੇ ਨਾ ਉਹ ਸਿੰਧੀ ਦੀ ਉਸ ਵੇਲੇ ਉਸ ਦਾ ਪੀਰ ਜਿਹੜਾ ਜਲਾਲ ਹੈ ਨਾ, ਉਹ ਬੋਲ ਪਿਆ। ਉਹ ਕਹਿੰਦਾ ਗੁਰੂ ਨਾਨਕ ਸਾਹਿਬ ਜੀ ਨੂੰ, ਜਾਣੇ ਮੈਂ ਸਭ ਗੁਣ ਖਾਨੀ। ਕਹਿਣਗੇ ਤੁਮ ਜਾਣੇ ਮੈਂ ਤੁਹਾਨੂੰ ਜਾਣ ਲਿਆ, ਤੁਸੀਂ ਸਾਰੇ ਗੁਣਾਂ ਦੀ ਖਾਨ ਟ੍ਰੈਸ਼ਰ ਹੋ। ਗੁਰੂ ਨਾਨਕ ਸਾਹਿਬ ਜੀ ਨੂੰ ਕਹਿੰਦਾ ਸਿੰਧੀ ਏਕ ਮਾਇਨੇ ਹੇਤੂ। ਦੇਖੋ ਇਹ ਸਿੰਧੀ ਜਿਹੜਾ ਖੜਾ ਹੈ, ਇਹਨੂੰ ਇੱਕ ਮਾਇਨਾ ਸਮਝ ਨਹੀਂ ਪਿਆ ਗੁਰਮੁਖ ਨਾਦੰ ਗੁਰਮੁਖ ਵੇਦੰ ਦਾ। ਇਹ ਮਾਇਨਾ, ਇਹਦਾ ਅਰਥ ਸਮਝਣ ਵਾਸਤੇ ਹੀ ਤੁਹਾਨੂੰ ਲੈ ਕੇ ਆਇਆ ਇੱਥੇ ਮੇਰੇ ਕੋਲ। ਬਾਰ-ਬਾਰ ਪੁੱਛ ਪ੍ਰੀਤ ਸਮੇਤ। ਤੇ ਇਹ ਮੈਨੂੰ ਵੀ ਬਾਰ-ਬਾਰ ਪੁੱਛੀ ਜਾਂਦਾ ਸੀ ਵੀ ਇਹਦਾ ਅਰਥ ਕੀ ਹੈ। ਸੋ ਬਤਾਏ ਇਸ ਨਸ ਹੋ ਸੰਸਾਰ। ਮਹਾਰਾਜ ਕਿਰਪਾ ਕਰਕੇ ਇਸ ਨੂੰ ਅਰਥ ਸਮਝਾ ਦਿਓ, ਗੁਰਮੁਖ ਨਾਦੰ ਤੇ ਗੁਰਮੁਖ ਵੇਦਨ ਦਾ ਕੀ ਅਰਥ ਹੈ। ਤੁਸੀਂ ਇਹਨੂੰ ਚੰਗੀ ਤਰ੍ਹਾਂ ਇੱਕ ਵਾਰੀ ਸਮਝਾ ਦਿਓ, ਇਹਦਾ ਸੰਸਾ, ਇਹਦਾ ਡਾਊਟ ਦੂਰ ਕਰ ਦਿਓ। ਰਾਵਰ ਕੀ ਇਹਨ ਕੀਨ ਪ੍ਰਸ਼ੰਸਾ। ਕਹਿਣਗੇ ਅਰਾਵਰ ਕੀ ਆਪ ਜੀ ਦੀ ਇਹਨੇ ਆ ਕੇ ਬਹੁਤ ਪ੍ਰਸ਼ੰਸਾ ਕੀਤੀ, ਬੜੀ ਉਸਤਤ ਕੀਤੀ ਸਾਡੇ ਕੋਲ। ਜਾਂ ਤੇ ਦਰਸ਼ਨ ਭਇਓ ਤੁਮਾਰਾ। ਇਸ ਕਰਕੇ ਮੈਨੂੰ ਵੀ ਚਾਹ ਆ ਗਿਆ। ਪੀਰ ਜਲਾਲ ਕਹਿੰਦਾ ਮੈਨੂੰ ਵੀ ਚਾਹ ਆ ਗਿਆ ਤੁਹਾਡੇ ਦਰਸ਼ਨ ਕਰਨ ਦਾ। ਸਫਲ ਜਨਮ ਹੋਇਓ ਸੁਖ ਭਾਰਾ। ਜਿਹਦੇ ਕਰਕੇ ਅੱਜ ਮੇਰਾ ਵੀ ਜਿਹੜਾ ਹੈ ਜਨਮ ਸਫਲ ਹੋ ਗਿਆ, ਮੈਨੂੰ ਭਾਰਾ ਸੁਖ, ਵੱਡਾ ਸੁਖ ਮਿਲਿਆ ਅੱਜ ਤੁਹਾਨੂੰ ਮਿਲ ਕੇ। ਪੀਰ ਜਲਾਲ ਨੇ ਇਉਂ ਕਿਹਾ। ਮ੍ਰਿਦੁਲ ਮਧੁਰ ਮੁਖ ਗਿਰਾ ਉਚਾਰੇ। ਉਸ ਵੇਲੇ ਬੜੇ ਮਿੱਠੇ ਬਚਨਾਂ ਦੇ ਵਿੱਚ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਕਿਹਾ। ਸੁਨ ਜਲਾਲ ਇੱਕ ਰੀਤ ਸੁਖਾਰੀ। ਕਹਿੰਦੇ ਹੇ ਜਲਾਲ ਤੂੰ ਸੁਣ, ਕਹਿੰਦੇ ਇੱਕ ਰੀਤ ਹੈ, ਸੌਖੀ ਜੀ ਰੀਤ ਹੈ ਇਹ, ਸੌਖੀ ਜੀ ਸਮਝਣ ਵਾਲੀ ਇੱਕ ਰੀਤ ਹੈ ਇਹ। ਚਾਹੇ ਕੁਲਫ ਕੀ ਜੋ ਹੈ ਕੁੰਜੀ। ਦੇਖੋ ਜਿਹੜੇ ਜਿੰਦਰੇ ਦੀ ਜਿਹੜੀ ਪਾਰਟਿਕੂਲਰ ਚਾਬੀ ਹੁੰਦੀ ਆ ਨਾ, ਜਿਹੜੀ ਖਾਸ ਚਾਬੀ ਬਣੀ ਹੁੰਦੀ ਹੈ ਉਹ ਜਿੰਦੇ ਵਾਸਤੇ, ਲੋਕ ਵਾਸਤੇ। ਇਸ ਬਿਨ ਖੋਲ ਸਕਹਿ ਨਹਿ ਦੂਜੇ। ਉਹ ਚਾਬੀ ਤੋਂ ਬਗੈਰ ਉਹ ਲੋਕ ਖੁੱਲ ਨਹੀਂ ਸਕਦਾ, ਭਾਵੇਂ ਕਿਸੇ ਕੋਲ ਲੱਖਾਂ ਕਰੋੜਾਂ ਹੀ ਚਾਬੀਆਂ ਕਿਉਂ ਨਾ ਹੋਣ, ਪਰ ਉਹ ਪਾਰਟਿਕੂਲਰ ਚਾਬੀ ਤੋਂ ਬਗੈਰ ਉਹ ਜਿੰਦਾ ਨਹੀਂ ਖੁੱਲਦਾ। ਹਰ ਇੱਕ ਜਿੰਦੇ ਵਾਸਤੇ ਇੱਕ ਐਕਸਕਲੂਸਿਵ ਚਾਬੀ ਹੁੰਦੀ ਹੈ। ਤੁਮ ਤੇ ਸੁਨ ਹੈ ਮਾਇਨਾ ਜਬ ਹੀ। ਕਹਿੰਦੇ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਜੇ ਜਿਹੜਾ ਵੀ ਇਹ ਜਿਹੜਾ ਮਾਇਨਾ ਹੈ ਇਹਨੂੰ ਤੁਹਾਤੋਂ ਸੁਣਨਾ ਪੈਣਾ ਹੈ। ਪੀਰ ਜਲਾਲ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਵੀ ਤੂੰ ਇਹਦਾ ਪੀਰ ਹੈ, ਤੂੰ ਇਹਨੂੰ ਸਿਖਾਇਆ ਹੈ, ਸੋ ਇਹਦਾ ਜਵਾਬ ਇਹਨੂੰ ਤੁਹਾਤੋਂ ਹੀ ਮਿਲੇਗਾ, ਤੁਸੀਂ ਇਹਦਾ ਜਵਾਬ ਦੇ ਸਕਦੇ ਹੋ। ਖਾਤਰ ਜਮਾ ਹੋਏ ਔਰ ਤਬ ਹੀ। ਇਹਦੀ ਤਸੱਲੀ ਜਿਹੜਾ ਹਨ, ਖਾਤਰ ਜਮਾ ਨੂੰ ਕਹਿੰਦੇ ਹਨ ਤਸੱਲੀ। ਤਸੱਲੀ ਇਹਨੂੰ ਤੁਸੀਂ ਕਨਵਿੰਸ ਉਦੋਂ ਹੀ ਕਰੋਗੇ ਜਦ ਤੂੰ ਇਹਨੂੰ ਜਵਾਬ ਦੇਂਗਾ। ਜਲਾਲ ਤੈਨੂੰ ਦੱਸਣਾ ਪੈਣਾ ਇਹ। ਜੇ ਤੁਮ ਕਹੋ ਨਾ ਹਮ ਤੇ ਆਵ ਹੈ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਪੀਰ ਜਲਾਲ ਨੂੰ, ਜੇ ਤੂੰ ਕਹਿੰਦਾ ਤੈਨੂੰ ਵੀ ਇਹ ਅਰਥ ਦਾ ਨਹੀਂ ਪਤਾ ਵੀ ਗੁਰਮੁਖ ਨਾਦੰ ਗੁਰਮੁਖ ਵੇਦਨ ਕੀ ਹੁੰਦਾ ਹੈ, ਕਰੋ ਰੀਤ ਅਸ ਜੈਸ ਬਤਾਵ ਹੈ। ਫਿਰ ਮੈਂ ਤੁਹਾਨੂੰ ਦੱਸਦਾ ਹਾਂ ਤੈਨੂੰ ਕੀ ਕਰਨਾ ਚਾਹੀਦਾ ਹੈ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਜੇ ਤੂੰ ਕਹੇਂਗਾ ਨਾ ਤੈਨੂੰ ਨਹੀਂ ਪਤਾ, ਤਾਂ ਮੈਂ ਤੁਹਾਨੂੰ ਤਰੀਕਾ ਦੱਸਦਾ ਸਿੱਖਣ ਵਾਸਤੇ ਵੀ ਗੁਰਮੁਖ ਨਾਦੰ ਗੁਰਮੁਖ ਵੇਦਨ ਕੀ ਹੁੰਦਾ ਹੈ। ਮੈਂ ਤੁਹਾਨੂੰ ਤਰੀਕਾ ਦੱਸਦਾ ਜਿਹਦੇ ਕਰਕੇ ਤੁਹਾਨੂੰ ਇਹ ਮੈਨੇ ਦਾ ਸਮਝ ਪੈ ਜਾਏਗੀ। ਚੱਲ ਕੇ ਮੱਕੇ ਪਹੁੰਚੋ ਜਬ ਹੀ। ਦੇਖੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਪੀਰ ਜਲਾਲ ਨੂੰ ਕਹਿੰਦੇ ਤੈਨੂੰ ਮੱਕੇ ਜਾਣਾ ਪੈਣਾ ਇਹਦੇ ਵਾਸਤੇ।
ਤੂੰ ਜਾ ਹੁਣ ਮੱਕੇ ਪਹੁੰਚ ਜਾ ਕੇ ਤੁਮਰੀ ਨਿਸਾ ਹੋਏ ਹੈ ਤਬ ਹੀ ਉੱਥੇ ਹੀ ਤੈਨੂੰ ਨਿਸ਼ਾ ਤੇਰੀ ਜਿਹੜੇ ਹਨ ਅਰਥ ਜਿਹੜੇ ਹਨ ਇਹ ਤੈਨੂੰ ਉੱਥੇ ਸਮਝ ਆਉਣਗੇ। ਤੈਨੂੰ ਪਹਿਲਾਂ ਮੱਕਾ ਜਾਣਾ ਪੈਣਾ ਹੈ, ਮੱਕੇ ਜਾ ਕੇ ਤੇ ਉੱਥੇ ਤੇਰੀ ਨਿਸ਼ਾ ਤੈਨੂੰ ਇਹਦਾ ਗਿਆਨ ਹੋਵੇਗਾ। ਲਖਨ ਮਾਇਨੇ ਜੇ ਚਿਤ ਚਾਹੀ ਜੇ ਦੇ ਅਰਥਾਂ ਨੂੰ ਤੂੰ ਜਾਣਨਾ ਚਾਹੁੰਦਾ ਹੈ ਤਾਂ ਤੈਨੂੰ ਮੱਕੇ ਜਾਣਾ ਪੈਣਾ ਹੈ। ਮਨੋ ਅਬ ਬਿਲੰਬ ਕਰ ਨਾਹੀ ਸੋ ਪੀਰ ਜਲਾਲ ਨੂੰ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਹੁਣੇ ਤੂੰ ਜਾ, ਹੁਣ ਤੂੰ ਦੇਰੀ ਨਾ ਕਰ, ਛੇਤੀ ਤੋਂ ਛੇਤੀ ਮੱਕੇ ਪਹੁੰਚ। ਸੁਨ ਜਲਾਲ ਬੋਲਿਓ ਧਰ ਪਾਉ ਇਹ ਸੁਣ ਕੇ ਜਲਾਲ ਬੋਲਿਆ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਅੱਗੇ ਬੇਨਤੀ ਕੀਤੀ। ਆਪ ਰਹੋ ਤਬ ਲੋ ਇਸ ਥਾਉ ਕਹਿਣ ਲੱਗੇ ਚੰਗਾ ਫਿਰ ਜੇ ਮੈਨੂੰ ਮੱਕੇ ਜਾਣ ਦਾ ਹੁਕਮ ਹੈ, ਮੈਂ ਮੱਕੇ ਚਲੇ ਜਾਣਾ ਹੈ, ਪਰ ਮੇਰੇ ਨਾਲ ਇੱਕ ਵਾਅਦਾ ਕਰੋ ਕਿ ਜਦੋਂ ਮੈਂ ਇੱਥੋਂ ਜਾਵਾਂਗਾ ਤੁਸੀਂ ਮੇਰੇ ਥਾਂ ਤੇ ਬੈਠੋ, ਤੁਸੀਂ ਇਹ ਥਾਂ ਨੂੰ ਸੰਭਾਲੋ। ਫਿਰ ਜਿਹੜਾ ਮੇਰੀ ਸੀਟ ਆ ਨਾ, ਪੀਰ ਜਲਾਲ ਨੇ ਕਿਹਾ ਮੇਰੀ ਸੀਟ ਇੱਥੇ ਬਣੀ ਹੋਈ ਹੈ, ਤੁਸੀਂ ਸੰਭਾਲੋ ਇਸ ਸੀਟ ਨੂੰ, ਮੈਂ ਜਾਣਾ ਮੱਕੇ ਤਬ ਨੂੰ। ਮੈਂ ਜਾਏ ਮਾਇਨਾ ਪੂਰਨ ਮੈਂ ਜਾ ਕੇ ਉਹ ਮਾਇਨਾ ਇਹ ਜਿਹੜੇ ਅਰਥ ਮੈਂ ਸਮਝ ਕੇ ਆਉਣਾ ਹਾਂ ਉੱਥੋਂ। ਸੁਨ ਕਰ ਬਹਰ ਆਏ ਹਾਂ ਤੂਰਨ ਕਹਿਣਗੇ ਉੱਥੋਂ ਮੈਂ ਅਰਥ ਪੜ੍ਹ ਕੇ ਸਮਝ ਕੇ ਫਿਰ ਮੈਂ ਵਾਪਸ ਛੇਤੀ ਹੀ ਆ ਜਾਵਾਂਗਾ। ਪੀਰ ਜਲਾਲ ਕਹਿੰਦਾ ਗੁਰੂ ਕਹੈ ਹਮ ਇਹ ਥਲ ਬੈਸੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਕੋਈ ਗੱਲ ਨਹੀਂ, ਅਸੀਂ ਇੱਥੇ ਹੀ ਬੈਠੇ ਹਾਂ। ਆਬ ਹੋ ਬੂਝ ਨਾ ਬਿਲਮੋ ਕੈਸੇ ਕਹਿਣਗੇ ਜਾਓ ਤੁਸੀਂ ਹੁਣ ਪੁੱਛ ਕੇ ਆਓ ਤੇ ਵਾਪਸ ਛੇਤੀ ਆ ਜਿਓ। ਅਬ ਜਲਾਲ ਨੇ ਆਏ ਸਮਾਨੀ ਉਸ ਵੇਲੇ ਪੀਰ ਜਲਾਲ ਨੇ ਇਹ ਆਇਸ ਆਗਿਆ ਮੰਨ ਲਈ ਗੁਰੂ ਨਾਨਕ ਸਾਹਿਬ ਜੀ ਦੀ। ਨਿਜ ਮੁਰੀਦ ਬੁਲਵਾਏ ਬਖਾਨੀ ਉਹਨੇ ਸਾਰੇ ਆਪਣੇ ਮੁਰੀਦ, ਆਪਣੇ ਸੇਵਕ, ਆਪਣੇ ਡਿਸਾਈਪਲ ਜਿਹੜੇ ਸੀ ਉਹਦੇ ਚੇਲੇ ਸਾਰੇ ਬੁਲਾ ਲਏ। ਇਨ ਦਰਵੇਸ਼ਨ ਸੋ ਧਰ ਪਾਉ ਉਹਨੇ ਇਹ ਇਨਸਟਰਕਸ਼ਨ ਦਿੱਤਾ ਕਿ ਜਿਹੜਾ ਹਨ ਇਨ ਦਰਵੇਸ਼ਨ ਸੋ ਧਰ ਪਾਓ। ਕਹਿਣਗੇ ਇਹ ਦਰਵੇਸ਼ ਗੁਰੂ ਨਾਨਕ ਸਾਹਿਬ ਜੀ ਨਾਲ ਪ੍ਰੇਮ ਕਰਿਓ, ਇਹਨਾਂ ਦੀ ਸੇਵਾ ਕਰਿਓ। ਸੇਵਕ ਰੋ ਜਬ ਲੋਨ ਹੈ ਆਉ ਕਹਿਣਗੇ ਉਦੋਂ ਤੱਕ ਇਹਨਾਂ ਦੀ ਸੇਵਾ ਤੁਸੀਂ ਕਰਨੀ ਹੈ ਜਦੋਂ ਤੱਕ ਮੈਂ ਨਹੀਂ ਆਉਂਦਾ। ਚਰਨ ਬੰਦ ਕਹਿ ਗਇਓ ਬਹੋਰੀ ਉਸ ਵੇਲੇ ਜਲਾਲ ਪੀਰ ਨੇ ਸਤਿਗੁਰਾਂ ਨੂੰ ਮੱਥਾ ਟੇਕ ਕੇ ਉੱਥੋਂ ਚਲਿਆ ਗਿਆ। ਪ੍ਰਭ ਜੀ ਰਹੇ ਆਪ ਤਿਸ ਠੌਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਪੀਰ ਜਲਾਲ ਦਾ ਜਿਹੜਾ ਉੱਥੇ ਬਣਿਆ ਹੋਇਆ ਸੀ ਮਦਰਾਸਾ, ਉੱਥੇ ਰਹਿਣ ਲੱਗ ਪਏ। ਤੱਕ ਦਿਵਸ ਜਬ ਰਹਿਤ ਬਿਤਾਏ ਕੁਝ ਕੁ ਦਿਨ ਜਦੋਂ ਹੋ ਗਏ ਸਤਿਗੁਰਾਂ ਨੂੰ ਉੱਥੇ ਰਹਿੰਦਿਆਂ ਹੋਇਆਂ। ਮੂਲੇ ਸੋ ਗੁਰ ਬਚਨ ਅਲਾਏ ਇੱਕ ਦਿਨ ਦੀ ਗੱਲ ਹੈ ਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਮੁੱਲਾ ਖੱਤਰੀ ਨੂੰ ਆਪਣੇ ਕੋਲ ਸੱਦਿਆ। ਕਰੈ ਵਿਰੋਧ ਜੋ ਤਬ ਸੰਗ ਇੱਕ ਨਰ ਕਹਿਣ ਲੱਗੇ ਮੁੱਲਾ ਖੱਤਰੀ ਨੂੰ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਦੇਖ ਜਿੱਥੇ ਤੂੰ ਰਹਿੰਦਾ ਸੀ ਨਾ ਉਸ ਅਸਥਾਨ ਸਿਆਲਕੋਟ ਦੇ ਵਿੱਚ ਇੱਕ ਬੰਦਾ ਹੈ ਜਿਹੜਾ ਤੈਨੂੰ ਚੰਗਾ ਨਹੀਂ ਸਮਝਦਾ, ਤੇਰੇ ਨਾਲ ਵੈਰ ਕਰਦਾ ਹੈ ਉੱਥੇ। ਅੱਜ ਗਇਓ ਸੋ ਚੱਲ ਤੁਮਰੇ ਘਰ ਉਹਨੇ ਕੀ ਕੀਤਾ, ਅੱਜ ਤੇਰੇ ਘਰ ਵਿੱਚ ਜਾ ਕੇ ਉਹਨੇ ਇੱਕ ਖਬਰ ਦੇ ਆਇਆ, ਉੱਥੇ ਝੂਠੀ ਖਬਰ ਬਣਾ ਕੇ। ਕਰਤ ਈਰਖਾ ਕੂਰਬ ਖਾਨਾ ਕਹਿਣਗੇ ਉਹ ਤੇਰੇ ਨਾਲ ਈਰਖਾ ਕਰਦਾ ਹੈ, ਤੇਰੇ ਨਾਲ ਜੈਲਸ ਹੁੰਦਾ ਹੈ, ਤੇਰੇ ਨਾਲ ਐਨਵੀ ਕਰਦਾ ਹੈ ਇੱਕ ਨਰ ਤੇ ਮੈਂ ਤੇ ਉਹ ਝੂਠ ਬੋਲਿਆ ਜਾ ਕੇ। ਇੱਕ ਨਰ ਤੇ ਮੈਂ ਸੁਨਈ ਕਾਨਾ ਉਹਨੇ ਕੀ ਦੱਸਿਆ ਤੇਰੇ ਘਰ ਵਿੱਚ ਜਾ ਕੇ ਅੱਜ ਕਿ ਮੈਂ ਕਿਸੇ ਤੋਂ ਸੁਣਿਆ ਹੈ ਅੱਜ ਮੂਲਾ ਗਇਓ ਜੋ ਸੰਗ ਫਕੀਰੰ ਵੀ ਜਿਹੜਾ ਤੇਰਾ ਘਰ ਵਾਲਾ ਸੀ ਨਾ, ਤੇਰੀ ਘਰ ਵਾਲੀ ਨੂੰ ਜਾ ਕੇ ਇਹ ਖਬਰ ਦਿੱਤੀ ਆ ਮੁੱਲੇ ਖੱਤਰੀ ਨੂੰ। ਕਹਿੰਦੇ ਗੁਰੂ ਨਾਨਕ ਸਾਹਿਬ ਜੀ ਉਹਨੇ ਇਹ ਕਿਹਾ ਕਿ ਮੂਲਾ ਗਇਓ ਜੋ ਸੰਗ ਫਕੀਰੰ, ਵੀ ਮੂਲਾ ਤੇਰਾ ਪਤੀ ਜਿਹੜੇ ਕਿ ਫਕੀਰ ਨਾਲ ਗਿਆ ਸੀਗਾ, ਜਾਤ ਅਚਾਨਕ ਤਜਿਓ ਸਰੀਰੰ ਉਹਨੇ ਰਸਤੇ ਵਿੱਚ ਉਹ ਫਕੀਰ ਦੇ ਕੋਲੇ ਜਾ ਕੇ ਆਪਣਾ ਸਰੀਰ ਛੱਡਤਾ, ਉਹ ਮਰ ਗਿਆ। ਉਹਨੇ ਦੱਸਤਾ ਜਾ ਕੇ ਤੇਰੀ ਘਰ ਵਾਲੀ ਨੂੰ ਵੀ ਤੂੰ ਮਰ ਗਿਆ ਹਾਂ। ਇਹ ਸੁਣ ਕੇ ਤਬ ਤਰੇ ਤੇ ਠੌਰਾ ਕਹਿਣ ਲੱਗੇ ਇਹ ਗੱਲ ਨੂੰ ਸੁਣ ਕਰਕੇ ਤੇਰੀ ਇਸਤਰੀ ਨੇ ਉਸ ਵੇਲੇ ਆਪਣੇ ਘਰ ਵਿੱਚ ਚਰਨ ਹੇਤ ਕਰ ਲੀਨ ਸਿਧੌਰਾ ਉਹਨੇ ਆਪਣਾ ਜਿਹੜੇ ਹਨ ਤਿਆਰੀ ਕਰ ਲਈ ਵੀ ਮੈਂ ਚਿੱਖਾ ਬਣਾ ਕੇ ਮੈਂ ਵੀ ਸੜ ਜਾਣਾ ਹੈ, ਵੀ ਮੈਂ ਵੀ ਮਰ ਜਾਣਾ, ਮੇਰਾ ਪਤੀ ਮਰ ਗਿਆ, ਹੁਣ ਮੈਂ ਵੀ ਮਰਨਾ ਹੈ। ਉਹਨੇ ਸਿਧੌਰਾ ਆਪਣੇ ਹੱਥ ਵਿੱਚ ਲੈ ਲਿਆ। ਸਿਧੌਰਾ ਹੁੰਦਾ ਹੈ ਵੀ ਇੱਕ ਥਾਲ ਦੇ ਵਿੱਚ ਨਾਰੀਅਲ, ਕੁੰਗੂ, ਕਈ ਚੀਜ਼ਾਂ ਉਹ ਰੱਖ ਲੈਂਦੇ ਹਨ ਤੇ ਉਹ ਥਾਲ ਚੁੱਕ ਕੇ ਜਦੋਂ ਜਾਂਦੀ ਹੈ ਚਿੱਖਾ ਵੱਲ ਤੇ ਉਹਨੂੰ ਜਦੋਂ ਤੱਕ ਉਹਨੇ ਸਿਧੌਰਾ ਪਕੜ ਲਿਆ ਮਤਲਬ ਉਹਨੇ ਮਰਨਾ, ਉਹਨੇ ਸੱਤੀ ਹੋਣਾ ਹੈ, ਉਹਨੇ ਬਰਨ ਅਲਾਈਫ ਆਪਣੇ ਆਪ ਨੂੰ ਕਰਨਾ ਹੈ, ਉਹਨੇ ਛਾਲ ਮਾਰਨੀ ਹੈ ਚਿੱਖਾ ਤੇ। ਸਭ ਸਮਾਜ ਕੋ ਕੀਨ ਤਿਆਰੀ ਉਹਨੇ ਸਾਰੀ ਸਮਾਜ, ਸਾਰੇ ਪਿੰਡ ਦੇ ਲੋਕਾਂ ਨੇ ਉਹਦੇ ਵਾਸਤੇ ਤਿਆਰੀ ਕਰਤੀ ਵੀ ਮੂਲਾ ਮਰ ਗਿਆ, ਹੁਣ ਇਸਤਰੀ ਨੂੰ ਵੀ ਸਤੀ ਕਰਨਾ ਹੈ ਨਾਲ। ਸਤੀ ਹੋਣ ਲੱਗੀ ਹੈ ਤਕਾਰੀ ਹੁਣ ਉਹ ਬੜੀ ਜਿਹੜੇ ਪ੍ਰੇਮਣ ਹੋ ਕੇ ਜਿਹੜਾ ਹਨ ਸਤੀ ਹੋਣ ਵਾਸਤੇ ਤਿਆਰ ਪਰ ਤਿਆਰ ਹੋਈ ਪਈ ਹੈ। ਅਬ ਸਮੀਪ ਜੇ ਪਹੁੰਚ ਹੈ ਜਾਏ ਜੇ ਤੂੰ ਹੁਣ ਜਾ ਕੇ ਆਪਣੇ ਘਰ ਪਹੁੰਚ ਜਾਵੇਂ ਮੁੱਲਾ ਖੱਤਰੀ ਨੂੰ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਬਚ ਹੈ ਤੀਏ ਤਬ ਸਦਨ ਬਸਾਈ ਤੇਰੀ ਘਰ ਵਾਲੀ ਬਚ ਜਾਏਗੀ, ਤਬ ਸਦਨ ਬਸਾਈ, ਤੇਰਾ ਘਰ ਵਸਦਾ ਰਹੇਗਾ। ਨਾ ਤੁਰ ਜੇ ਵਿਰਾਗ ਦ੍ਰਿੜ ਧਾਰਾ ਜੇ ਤੂੰ ਹੁਣ ਵਿਰਾਗ ਧਾਰਨ ਕਰ ਲਿਆ ਮਤਲਬ ਤੂੰ ਦੁਨੀਆ ਨੂੰ ਛੱਡ ਦੇਣਾ ਹੈ, ਹੁਣ ਤੂੰ ਪਰਮਾਤਮਾ ਦੇ ਰਸਤੇ ਤੁਰ ਪੈਣਾ ਹੈ, ਤੈਨੂੰ ਹੁਣ ਕੋਈ ਪਰਵਾਹ ਨਹੀਂ ਦੁਨੀਆ ਦੀ। ਜੇ ਤੂੰ ਐਸਾ ਵਿਰਾਗ ਧਾਰਨ ਕਰ ਲਿਆ ਤਾਂ ਫਿਰ ਜੋ ਮੋਹ ਕੋ ਕਰੋ ਸੰਗਾ ਹਾਂ, ਫਿਰ ਤੂੰ ਮੋਹ ਨੂੰ ਛੱਡ ਕੇ ਇੱਥੇ ਬੈਠਾ ਰਹਿ ਜਿਵੇਂ ਤੂੰ ਬੈਠਾ ਹਾਂ, ਫਿਰ ਰਿਲੈਕਸ ਕਰ,
ਤੂੰ ਆਪਣੀ ਬੰਦਗੀ ਕਰ। ਸੁਨ ਤੇ ਭਇਓ ਛੋਭ ਮਨ ਮਾਹੀ। ਜਦੋਂ ਇਹ ਗੱਲ ਸੁਣੀ ਮੁੱਲਾ ਖੱਤਰੀ ਨੇ, ਉਹ ਤਾਂ ਦੁਖੀ ਹੋ ਗਿਆ ਵਿਚਾਰਾ, ਉਹ ਤਾਂ ਰੋਣ ਹੱਕਾ ਹੋ ਗਿਆ। ਬਹਿਓ ਮੋਹ ਮਹਿ ਧੀਰਜ ਨਾਹੀ। ਉਹਨੇ ਜਿਹੜਾ ਹੈ ਮੋਹ ਦੇ ਵਿੱਚ ਵਿਚਾਰਾ ਬਹਿ ਤੁਰਿਆ, ਉਹ ਤਾਂ ਰੁੜ ਗਿਆ ਮੋਹ ਦੇ ਵਿੱਚ, ਮੇਰੀ ਘਰ ਵਾਲੀ ਮਰਨ ਲੱਗੀ ਹੈ, ਸੜਨ ਲੱਗੀ ਹੈ, ਉਹਨੇ ਧੀਰਜ ਛੱਡ ਦਿੱਤੀ। ਕਹਿਣ ਲੱਗਿਓ ਮਮ ਦੂਰ ਅਵਾਸਾ। ਕਹਿਣ ਲੱਗੇ ਗੁਰੂ ਨਾਨਕ ਸਾਹਿਬ ਜੀ ਨੂੰ ਰੋਂਦਾ ਹੋਇਆ, ਪਿੱਟਦਾ ਹੋਇਆ, ਕਹਿੰਦਾ ਪਾਤਸ਼ਾਹ ਮੇਰਾ ਤਾਂ ਘਰ ਬਹੁਤ ਦੂਰ ਆ ਸਿਆਲਕੋਟ ਇੱਥੋਂ। ਕਿਸ ਪ੍ਰਕਾਰ ਪਹੁੰਚੋ ਤਿਸ ਪਾਸਾ। ਕਹਿਣਗੇ ਮੈਂ ਨਿਸ਼ਤੀ ਕਿਵੇਂ ਪਹੁੰਚਾਂਗਾ ਆਪਣੀ ਘਰ ਵਾਲੀ ਨੂੰ ਰੋਕਣ ਵਾਸਤੇ। ਬਹੁਤ ਦਿਵਸ ਕੋ ਪੰਥ ਇਹ ਮਝਾਰਾ। ਆਪਾਂ ਤਾਂ ਕਈ ਦਿਨ ਤੁਰ ਕੇ, ਪੈਦਲ ਤੁਰ ਕੇ ਇੱਥੇ ਪਹੁੰਚੇ ਹਾਂ, ਮੈਂ ਵਾਪਸ ਇੰਨੀ ਛੱਤੀ ਕਿਵੇਂ ਜਾਵਾਂਗਾ ਹੁਣ। ਸੋ ਜਾਮਕ ਮੈਂ ਹੋਇਆ ਜਰ ਜਾਰਾ। ਦੇਖੋ 3 ਘੰਟੇ ਹੁਣ ਤੋਂ ਲੈ ਕੇ ਮੇਰੀ ਘਰ ਵਾਲੀ ਸੜ ਕੇ ਸਵਾਹ ਹੋ ਜਾਣਾ ਹੈ, ਤੇ ਮੈਂ ਤਾਂ ਉੱਥੇ ਪਹੁੰਚ ਨਹੀਂ ਸਕਦਾ ਨਿਸ਼ਤੀ। ਕੈਸੇ ਉਬਰੇ ਅਬ ਮਮ ਨਾਰੀ। ਮਹਾਰਾਜ ਮੇਰੀ ਘਰ ਵਾਲੀ ਹੁਣ ਕਿਵੇਂ ਬਚੇਗੀ ਹੁਣ। ਸ਼ਰਮ ਰਖੋ ਮੈਂ ਸਰਨ ਤੁਮਾਰੀ। ਮਹਾਰਾਜ ਮੇਰੀ ਇੱਜ਼ਤ ਰੱਖ ਲੋ, ਮਹਾਰਾਜ ਕਿਰਪਾ ਕਰੋ ਤੁਸੀਂ, ਮੈਂ ਤੁਹਾਡੀ ਸ਼ਰਨ ਵਿੱਚ ਹਾਂ, ਮੈਨੂੰ ਬਚਾ ਲਓ ਹੁਣ। ਤੁਮ ਜੇ ਕਰਹੋ ਪਚਾਵਨ ਮੋਹੀ। ਜੇ ਕਹਿੰਦਾ ਜੇ ਤੁਸੀਂ ਮੈਨੂੰ ਪਹੁੰਚਾ ਦਿਓ ਘਰ ਹੁਣੇ, ਤਰੇ ਤਨ ਤਬ ਹੈ ਬਚਾਵਨ ਹੋਈ। ਮੈਂ ਜਾ ਕੇ ਆਪਣੇ ਘਰ ਵਾਲੀ ਨੂੰ ਬਚਾ ਲਵਾਂ। ਆਪ ਸਮਰੱਥ ਸਰਬ ਪ੍ਰਕਾਰਾ। ਮਹਾਰਾਜ ਤੁਸੀਂ ਸਮਰੱਥ ਹੋ, ਜੋ ਚਾਹੁੰਦੇ ਤੁਸੀਂ ਕਰ ਸਕਦੇ ਹੋ। ਤੁਮ ਬਿਨ ਮੋਰ ਨਾ ਅਨੰਤ ਆਧਾਰਾ। ਹੁਣ ਤਾਂ ਜਿਹੜਾ ਇਸ ਸਮੇਂ ਵਿੱਚ ਤੁਹਾਤੋਂ ਬਗੈਰ ਮੇਰਾ ਕਿਹੜਾ ਆਸਰਾ ਹੈ, ਤੁਸੀਂ ਹੋ ਮੇਰਾ ਆਸਰਾ ਹੋ ਪਾਤਸ਼ਾਹ ਜੀ, ਕਿਰਪਾ ਕਰ ਦਿਓ ਮੇਰੇ ਤੇ ਹੁਣ। ਮੁਸਕਾਨੇ ਸੁਣ ਕੇ ਗੁਣ ਖਾਨੀ। ਉਸ ਵੇਲੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮੁਸਕਰਾ ਪਏ, ਉਸ ਦੀ ਹਾਲਾਤ ਨੂੰ ਦੇਖ ਕੇ ਮੂਲੇ ਦੀ। ਦੇਖੋ ਵਿਰਾਗ ਬਣਨ ਚੱਲਿਆ ਸੀਗਾ, ਪਰਮਾਤਮਾ ਨੂੰ ਲੱਭਣ ਚੱਲਿਆ ਸੀ, ਤੇ ਵਿਚਾਰੇ ਨੂੰ ਹੁਣ ਮੋਹ ਪੈ ਗਿਆ ਘਰ ਦਾ। ਕਹਿਓ ਕਿ ਜੇ ਤੈਂ ਅਸਮਨ ਮਾਨੀ। ਤੇ ਮਹਾਰਾਜ ਨੇ ਕਿਹਾ ਜੇ ਤੇਰੇ ਮਨ ਵਿੱਚ ਐਸੀ ਇੱਛਾ ਹੈ, ਵਾਪਸ ਤੂੰ ਘਰ ਜਾਣਾ, ਆਪਣੀ ਘਰ ਵਾਲੀ ਨੂੰ ਬਚਾਉਣਾ ਹੈ। ਉਹਨੋ ਆਪਣੇ ਮੁੰਦ ਹੋ ਲੋਚਨ। ਕਹਿਣਗੇ ਚੱਲ ਫੇ ਮੁੱਲਾ, ਤੂੰ ਆਪਣੀਆਂ ਦੋਵੇਂ ਅੱਖਾਂ ਬੰਦ ਕਰ ਇਸ ਵੇਲੇ। ਜਾਇ ਮਿਲ ਹੋ ਕਰ ਸੋਚ ਵਿਮੋਚਨ। ਤੇ ਕਹਿਣਗੇ ਸੋਚਾਂ ਨੂੰ ਤਿਆਗ ਦੇ, ਹੁਣ ਫਿਕਰ ਛੱਡ ਦੇ, ਤੇ ਜਾ ਮਿਲ ਆਪਣੀ ਘਰ ਵਾਲੀ ਨੂੰ ਹੁਣ। ਆਏ ਸਮਾਨ ਕੀਨ ਜਬ ਐਸੋ। ਜਦੋਂ ਉਹਨੇ ਆਗਿਆ ਮੰਨ ਕੇ ਮੁੱਲਾ ਖੱਤਰੀ ਨੇ ਆਪਣੀਆਂ ਅੱਖਾਂ ਬੰਦ ਕੀਤੀਆਂ, ਖੋਲ ਬਿਲੋ ਕਿਉਂ ਨਿਜ ਘਰ ਬੈਸੋ। ਜਦੋਂ ਅੱਖਾਂ ਖੋਲੀਆਂ ਉਸੇ ਵੇਲੇ ਤਾਂ ਘਰ ਪਹੁੰਚਿਆ ਹੋਇਆ ਸੀ, ਉਸੇ ਵੇਲੇ ਆਪਣੇ ਘਰ ਪਹੁੰਚ ਗਿਆ ਸਿਆਲਕੋਟ ਦੇ ਵਿੱਚ। ਜਰਤ ਆਪਣੀ ਧੀ ਉਬਾਰੀ। ਤੇ ਘਰ ਵਾਲੀ ਜਿਹੜੀ ਤਿਆਰ ਪਰ ਤਿਆਰ ਹੋ ਕੇ ਚੱਲੀ ਸੀ ਸਤੀ ਹੋਣ ਵਾਸਤੇ, ਉਹਨੂੰ ਬਚਾ ਲਿਆ। ਆਗਿਓ ਕਰਨ ਪੂਰਬ ਸਮਕਾਰੀ। ਫਿਰ ਉਹ ਮੂਲਾ ਖੱਤਰੀ ਸਿਆਲਕੋਟ ਦੇ ਵਿੱਚ ਬਾਕੀ ਆਪਣਾ ਬਾਣੀਏ ਵਾਲਾ ਕੰਮ ਕਰਨ ਲੱਗ ਪਿਆ, ਆਪਣੀ ਦੁਕਾਨ ਖੋਲ ਲਈ, ਤੇ ਲਾਈਫ ਬੈਕ ਟੂ ਨਾਰਮਲ ਹੋ ਗਿਆ, ਉੱਥੇ ਹੀ ਰਹਿਣ ਲੱਗ ਗਿਆ, ਵਪਾਰ ਕਰਨ ਲੱਗ ਗਿਆ, ਸਾਰੀਆਂ ਗੱਲਾਂ ਭੁੱਲ ਗਿਆ ਹੁਣ। ਜਰਤ ਆਪਣੀ ਧੀ ਉਬਾਰੀ। ਲਾਗਿਓ ਕਰਨ ਪੂਰਬ ਸਮਕਾਰੀ। ਇਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਉਤਰਾਰਦੇ ਮੂਲੇ ਕੋ ਜਲਾਲ ਕੋ ਪ੍ਰਸੰਗ ਵਰਣਨ ਨਾਮ 31ਵਾਂ ਅਧਿਆਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।